श्री नानक अंगद गुरु अमरदास पद बंद रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु ते प्रसाद सच होए। वाहिगुरु जी की फतेह। विघ्न विनाशन सोए। एक अंकारा सतगुरु तेह प्रसाद सच होए। वाहिगुरु जी की फतेह। विघ्न विनाशन सोए। सतनाम श्री वाहिगुरु साहिब जियो। मास असौज आए पुन गयो। अव रंग एक दिन बैठत भयो। मास असौज आए पुन गयो। वाहिगुरु जी का खालसा वाहिगुरु जी की फतेह। पतत पावन भगत वत्सल कृपा निधान जुगो जुग अटल। प्रगट गुरां की देह प्रतख हर। धन धन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर शहीद सतगुरु धर्म रखियक नामे पातशाह श्री गुरु तेग बहादुर साहिब महाराज जी दे पावन पवित्र बंदगी अस्थान गुरुद्वारा श्री भोरा साहिब जी विखे गुरु तेग बहादुर साहिब महाराज दे पावन शहीदी दिहाड़िਆਂ ਦੇ ਸਮੇਂ ਤੇ ਗੁਰੂ ਦਰਬਾਰਾਂ ਵਿੱਚ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਦਰਸ਼ਨ ਦਿਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਨੇ ਰਹਿਮਤ ਕਰਕੇ ਸਾਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਅੱਜ ਦਾ ਜੋ ਦਿਹਾੜਾ ਹੈ ਆਪ ਸਭ ਸੰਗਤਾਂ ਭਲੀ ਪ੍ਰਕਾਰ ਜਾਣਦੇ ਹੀ ਹੋ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਿਲਕ ਜੰਝੂ ਹਿੰਦੂ ਧਰਮ ਦਾ ਬਚਾਇਆ ਪਵਾਰ ਕੇ ਸਤਿਗੁਰੂ ਸਾਹਿਬ ਜੀ ਨੇ ਧਰਮ ਰੱਖਣ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ। ਅੰਮ੍ਰਿਤ ਵੇਲੇ ਦੇ ਸਮੇਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਦੇ ਵਿੱਚ ਦੀਵਾਨ ਸਜੇ ਨੇ। ਰਾਗੀ ਢਾਡੀ ਕਵੀਸ਼ਰ ਕਵੀ ਜਨ ਉਹਨਾਂ ਦੇ ਕੋਲੋਂ ਸਿੱਖ ਸੰਗਤਾਂ ਨੇ ਨੌਵੇਂ ਪਾਤਸ਼ਾਹ ਦੀ ਮਹਿਮਾ ਸਰਵਣ ਕੀਤੀ ਹੈ। ਆਓ ਹੁਣ ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿਚਾਰ ਦੇ ਵਿੱਚ ਹਾਜ਼ਰੀ ਭਰੀਏ। ਤਕਰੀਬਨ ਪਿਛਲਾ ਜੋ ਅੱਧਾ ਘੰਟੇ ਦਾ ਸਮਾਂ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਪ੍ਰਸੰਗ ਆਪਾਂ ਸਰਵਣ ਕਰਕੇ ਮਹਾਰਾਜ ਦੇ ਸ਼ਹੀਦੀ ਦੇ ਦਰਸ਼ਨ ਦੀਦਾਰੇ ਕਰਾਂਗੇ। ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵੀ ਨਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਚੱਲ ਰਹੀ ਹੈ ਅਤੇ ਆਪ ਜੀ ਨੇ ਇੱਥੋਂ ਤੱਕ ਸਾਖੀ ਕੱਲ੍ਹ ਸੁਣੀ ਹੈ ਵੀ ਜਦੋਂ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਅਹਿਦੀਏ ਭੇਜੇ ਸੁਨੇਹਾ ਦੇ ਕੇ ਵੀ हे गुरु तेग बहादुर साहब जी तुसीं जो इकरारनामा कीता है भी हिंदुआं दी जिम्मेवारी असीं चुकदे हां
ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਉਹ ਅਹਿਦੀਏ ਦਿੱਲੀ ਤੋਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚੇ। ਇੱਥੇ ਸਤਿਗੁਰਾਂ ਨੇ ਉਹਨਾਂ ਨੂੰ ਕੁਝ ਧਨ ਦੇ ਕੇ ਵਾਪਸ ਭੇਜ ਦਿੱਤਾ ਵੀ ਅਸੀਂ ਆਪੇ ਆਵਾਂਗੇ ਵਰਖਾ ਦੀ ਰੁੱਤ ਲੰਘਾ ਕੇ। ਤੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਅਹਿਦੀਆਂ ਨੇ ਖਬਰ ਦੇ ਦਿੱਤੀ, ਉਹਦੇ ਸਿਪਾਹੀਆਂ ਨੇ, ਵੀ ਬਾਦਸ਼ਾਹ ਸਲਾਮਤ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਆਪ ਹੀ ਦਿੱਲੀ ਆਵਾਂਗੇ, ਉਹਨੂੰ ਜੇ ਸਾਡੇ ਨਾਲ ਮਿਲਣ ਦੀ ਬਹੁਤ ਇੱਛਾ ਹੈ ਉਹਦੀ ਖਾਹਿਸ਼ ਵੀ ਪੂਰੀ ਕਰਾਂਗੇ। ਕਰ ਲਿਆ ਆਪਣੇ ਮਨ ਦਾ ਮਨੋਰਥ ਪੂਰਾ ਉਹ ਔਰੰਗਜ਼ੇਬ। ਇਸ ਤਰ੍ਹਾਂ ਸੁਣ ਕੇ ਔਰੰਗਜ਼ੇਬ ਤਾਂ ਚੁੱਪ ਹੋ ਗਿਆ, ਪਰ ਇੱਧਰ ਨਾਵੇਂ ਪਾਤਸ਼ਾਹ ਨੇ ਤਿਆਰੀ ਕੀਤੀ। ਅਨੰਦਪੁਰ ਸਾਹਿਬ ਤੋਂ ਆਪਣਾ ਵਾਸ ਛੱਡ ਕੇ ਕੁਝ ਸਿੱਖਾਂ ਨੂੰ ਨਾਲ ਲਿਆ। ਥੋੜ੍ਹਾ ਥੋੜ੍ਹਾ ਪੈਂਡਾ ਤੈਅ ਕਰਦਿਆਂ ਹੋਇਆਂ ਰਸਤੇ 'ਚ ਅਨੇਕਾਂ ਨਗਰਾਂ ਦੀਆਂ ਸਿੱਖ ਸੰਗਤਾਂ ਦਾ ਉਧਾਰ ਕਰਦਿਆਂ, ਜਿੱਥੇ ਹੁਣ ਬਹਾਦਰਗੜ੍ਹ ਹੈ, ਪਟਿਆਲਾ ਸ਼ਹਿਰ ਉਦੋਂ ਨਹੀਂ ਸੀ ਵਸਿਆ, ਉਸ ਥਾਂ ਦੀ ਨਿਸ਼ਾਨੀ ਕਵੀ ਜੀ ਨੇ ਦਿੱਤੀ ਵੀ ਉਹਦੇ ਨੇੜੇ ਇੱਕ ਮੁਸਲਮਾਨ ਸੈਫਦੀਨ ਰਹਿੰਦਾ ਏ। ਸੈਫ ਅਲੀ ਖਾਨ ਵੀ ਕਹਿੰਦੇ ਨੇ। ਇਹਨੇ ਸੈਫਾਬਾਦ ਨਗਰ ਵਸਾਇਆ ਸੀ ਆਪਣਾ। ਇਹਦੇ ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾ ਕੇ ਉਤਾਰਾ ਕੀਤਾ। ਦਿੱਲੀ ਵੱਲ ਨੂੰ ਜਾ ਰਹੇ ਨੇ, ਪਰ ਰਸਤੇ ਵਿੱਚ ਅਨੇਕਾਂ ਸਿੱਖ ਸੰਗਤਾਂ ਦਾ ਉਧਾਰ ਕਰ ਰਹੇ ਨੇ। ਇਹ ਜਿਹੜਾ ਸੈਫਦੀਨ ਹੈ ਮੁਸਲਮਾਨ, ਇਹਦੇ ਮਨ ਦੀ ਭਾਵਨਾ ਰਹਿੰਦੀ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਕੋ ਮੈਂ ਅਨੰਦਪੁਰ ਸਾਹਿਬ ਜਾਵਾਂ ਤੇ ਮਨਾਂ ਗੁਰਾਂ ਦੇ ਦਰਸ਼ਨ ਕਰੀਏ, ਪਰ ਘਰ ਦੇ ਕੰਮਾਂ ਦੇ ਵਿੱਚ ਅਟਕ ਪੈ ਜਾਂਦੀ ਰਹੀ। ਇਹਦੇ ਕੋ ਜਾਇਆ ਨਾ ਗਿਆ, ਪਰ ਦਿਲ ਦੀ ਖਾਹਿਸ਼ ਪੂਰੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਨਗਰ ਤੋਂ ਬਾਹਰ ਆਏ, ਕਿਸੇ ਨੇ ਦੱਸਿਆ ਵੀ ਕੋਈ ਆਣ ਕੇ ਉਤਰਿਆ ਹੈ। ਇਹ ਸੈਫਦੀਨ ਨੇ ਆਪਣਾ ਬੰਦਾ ਭੇਜਿਆ ਵੀ ਪਤਾ ਕਰੋ ਕੌਣ ਆਇਆ ਹੈ ਨਗਰ ਦੇ ਬਾਹਰ-ਬਾਹਰ। ਘੋੜਸਵਾਰ ਵੀ ਕਹਿੰਦੇ ਨਾਲ ਹਨ। ਪਤਾ ਕੀਤਾ, ਪੁੱਛ ਕੇ ਆਇਆ ਤੇ ਜਾ ਕੇ ਦੱਸਿਆ ਵੀ ਇਹ ਸੈਫਦੀਨ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਜਿਨ੍ਹਾਂ ਨੂੰ ਤੂੰ ਨਿੱਤੀ ਦਰਸ਼ਨ ਕਰਨ ਵਾਸਤੇ ਯਾਦ ਕਰਦਾ ਰਹਿੰਦਾ ਸੀ। ਬੜਾ ਖੁਸ਼ ਹੋਇਆ। ਉਸੇ ਵੇਲੇ ਆਪ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚਿਆ, ਮਹਾਰਾਜ ਦੇ ਚਰਨ ਫੜ ਲਏ, ਨਮਸਕਾਰ ਕੀਤੀ। ਸਤਿਗੁਰੂ ਜੀ, ਮੇਰੇ ਮਨ ਦੀ ਭਾਵਨਾ ਸੀ ਵੀ ਮੈਂ ਅਨੰਦਪੁਰ ਆਵਾਂ, ਪਰ ਆਹ ਤੇ ਕਿਰਪਾ ਕੀਤੀ ਤੁਸੀਂ ਆਪ ਹੀ ਆਣ ਕੇ ਦਰਸ਼ਨ ਬਖਸ਼ ਦਿੱਤੇ ਨਗਰ ਦੇ ਵਿੱਚ। ਤੇ ਇਹ ਬੇਨਤੀ ਹੈ ਵੀ ਆਪ ਹੁਣ ਸਤਿਗੁਰੂ ਜੀ ਕੁਝ ਸਮਾਂ ਇੱਥੇ ਨਿਵਾਸ ਰੱਖੋ, ਮੇਰੇ ਨਗਰ ਦੇ ਵਿੱਚ ਸੇਵਾ ਦਾ, ਦਰਸ਼ਨਾਂ ਦਾ ਸਮਾਂ ਬਖਸ਼ੋ। ਗੁਰੂ ਸਾਹਿਬ ਜੀ ਨੇ ਆਖਿਆ ਵੀ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ, ਔਰੰਗਜ਼ੇਬ ਦੇ ਨਾਲ ਮੁਲਾਕਾਤ ਹੈ ਸਾਡੀ। ਕਹਿੰਦਾ ਮਹਾਰਾਜ ਸਾਉਣ ਭਾਦੋਂ ਦੇ ਜਿਹੜੇ ਮਹੀਨੇ ਨੇ, ਮੀਂਹ ਪੈਣ ਕਰਕੇ ਰਾਹ ਗਿੱਲਾ ਹੋ ਜਾਂਦਾ, ਚਿੱਕੜ ਹੁੰਦਾ ਏ, ਪਾਣੀ ਖਲੋਂਦਾ ਹੈ, ਰਸਤੇ ਵਿੱਚ ਸਫ਼ਰ ਕਰਨਾ ਮੁਸ਼ਕਲ ਹੁੰਦਾ ਏ। ਤੇ ਕਰੋ ਤਰਸ, ਇਹ ਵਰਖਾ ਦੀ ਰੁੱਤ ਮੇਰੇ ਨਗਰ ਦੇ ਵਿੱਚ ਹੀ ਬਤੀਤ ਕਰੋ, ਨਾਲੇ ਸਾਨੂੰ ਸੇਵਾ ਦਾ ਮੌਕਾ ਮਿਲੇਗਾ। ਇਹਦਾ ਸੈਫਦੀਨ ਮੁਸਲਮਾਨ ਦਾ ਬਹੁਤਾ ਪਿਆਰ ਜਾਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਹੀ ਡੇਰਾ ਕਰ ਲਿਆ। ਸੋਹਣਾ ਬਾਗ ਇਹਦਾ ਆਪਣਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਤਾਰਾ ਬਾਗ ਦੇ ਵਿੱਚ ਕਰਾਇਆ ਸੈਫਦੀਨ ਨੇ। ਸਤਿਗੁਰਾਂ ਦੇ ਵਾਸਤੇ ਜੋ ਵੀ ਵਸਤੂਆਂ ਚਾਹੀਦੀਆਂ ਉਹ ਵੀ ਹਾਜ਼ਰ ਕੀਤੀਆਂ। ਘੋੜਿਆਂ ਦੇ ਲਈ ਦਾਣਾ, ਪੱਠਾ, ਹਰ ਤਰ੍ਹਾਂ ਦੀਆਂ ਵਸਤੂਆਂ ਹਾਜ਼ਰ ਕਰਦਾ। ਤਰ੍ਹਾਂ ਤਰ੍ਹਾਂ ਦੇ ਫਲ ਤੋਂ ਚੁਣ ਚੁਣ ਕੇ ਗੁਰੂ ਸਾਹਿਬ ਜੀ ਨੂੰ ਭੇਟ ਕਰਦਾ ਹੈ। ਘਿਓ, ਦੁੱਧ, ਦਹੀਂ ਦੇ ਘੜੇ ਭਰ ਭਰ ਕੇ ਲਿਆਉਂਦਾ। ਕਦੀ ਘਰ ਲੈ ਆਉਂਦਾ ਹੈ, ਮਹਾਰਾਜ ਮੇਰੇ ਘਰੇ ਚਰਨ ਪਾਓ। ਕਦੀ ਹੋਰ ਬਾਗਾਂ ਬਗੀਚਿਆਂ ਦੀਆਂ ਸੈਰ ਕਰਾਉਂਦਾ ਹੈ। ਰੋਜ਼ ਹੀ ਇੱਕ ਵਾਰ ਮਹਾਰਾਜ ਨੂੰ ਆ ਕੇ ਨਮਸਕਾਰ ਕਰਦਾ ਹੈ ਤੇ ਬੜਾ ਖੁਸ਼ ਹੈ। ਇਵੇਂ ਕਰਦਿਆਂ ਕਰਦਿਆਂ ਸਾਉਣ ਤੇ ਭਾਦੋਂ ਦੋਵੇਂ ਵਰਖਾ ਦੇ ਮਹੀਨੇ ਬਤੀਤ ਹੋ ਗਏ ਹਨ। ਇੱਥੋਂ ਤੱਕ ਕੱਲ੍ਹ ਆਪਾਂ ਲੜੀਵਾਰ ਕਥਾ ਸਰਵਣ ਕੀਤੀ ਸੀ। ਇਹ ਤੋਂ ਅੱਗੇ ਜੋ ਪ੍ਰਸੰਗ ਆ ਰਹੇ ਨੇ, ਪਾਤਸ਼ਾਹ ਜਿਵੇਂ ਸੈਫਾਬਾਦ ਤੋਂ ਅੱਗੇ ਇੱਧਰ ਹੋਰ ਨਗਰਾਂ ਦੇ ਵਿੱਚ ਉਧਾਰ ਕਰਦਿਆਂ ਹੋਇਆਂ ਜਿਵੇਂ ਆਗਰੇ ਫਿਰ ਦਿੱਲੀ ਪਹੁੰਚਦੇ ਹਨ। ਅੱਜ ਜੋ ਸ਼ਹੀਦੀ ਦਿਹਾੜੇ ਚੱਲਦੇ ਨੇ, ਲੜੀਵਾਰ ਕਥਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹੀ ਦਿੱਲੀ ਜਾ ਕੇ ਸ਼ਹਾਦਤ ਦੇਣ ਵਾਲੀ ਹੀ ਚੱਲ ਰਹੀ ਹੈ। ਆਓ ਨਾਵੇਂ ਪਾਤਸ਼ਾਹ ਦੇ ਚਰਨ ਕਮਲਾਂ ਦੇ ਵਿੱਚ ਸਿਰ ਝੁਕਾਉਂਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਨੂੰ ਕਰੋ ਨਮਸਕਾਰ, ਹਾਜ਼ਰੀ ਲਵਾਓ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾ
ਅਸੌਜ ਆਏ ਪੁਨ ਗਇਓ। ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੈਫਾਬਾਦ, ਹੁਣ ਬਹਾਦਰਗੜ੍ਹ ਹੈ, ਬਿਲਕੁਲ ਪਟਿਆਲੇ ਸ਼ਹਿਰ ਦੇ ਨਾਲ ਬਹਾਦਰਗੜ੍ਹ ਸ਼ਹਿਰ ਵਸਿਆ। ਇਸ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਚਮਾਸਾ ਕੱਟਿਆ ਹੈ। ਇੱਕ ਕਿਲ੍ਹੇ ਦੇ ਅੰਦਰ ਅਸਥਾਨ ਬਣਿਆ ਗੁਰੂ ਸਾਹਿਬ ਜੀ ਦੀ ਯਾਦ ਵਿੱਚ, ਇੱਕ ਬਾਹਰ-ਬਾਹਰ ਅਸਥਾਨ ਬਣਿਆ ਹੈ ਬਹੁਤ ਵੱਡਾ। ਬੇਅੰਤ ਸੰਗਤਾਂ ਦਰਸ਼ਨ ਕਰਦੀਆਂ। ਉੱਥੇ ਰਹਿੰਦਿਆਂ ਹੋਇਆਂ ਜਦੋਂ ਸਾਉਣ ਭਾਦੋਂ ਦਾ ਸਮਾਂ ਬਤੀਤ ਹੋਇਆ ਤੇ ਮਾਸ ਅਸੌਜ ਆਏ ਪੁਨ ਗਇਓ, ਅੱਸੂ ਦਾ ਮਹੀਨਾ ਆ ਗਿਆ। ਅਵਰੰਗ ਇੱਕ ਦਿਨ ਬੈਠਤ ਭਇਓ। ਉਧਰ ਔਰੰਗਜ਼ੇਬ ਦਿੱਲੀ ਦੇ ਵਿੱਚ ਆਪਣੀ ਕਚਹਿਰੀ 'ਚ ਬੈਠਾ ਹੋਇਆ ਸੀ। ਇੱਕ ਦਿਨ ਚਲਿਓ ਪ੍ਰਸੰਗ ਗੁਰੂ ਕੋ ਤਹਾਂ। ਉਸ ਵੇਲੇ ਸਭਾ ਦੇ ਵਿੱਚ ਇੱਧਰ ਉੱਧਰ ਗੱਲਾਂ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਸੰਗ ਚੱਲ ਪਿਆ। ਵੀ ਕਹਿੰਦੇ ਸੀ ਵੀ ਅਸੀਂ ਆ ਜਾਵਾਂਗੇ, ਵੀ ਜਦੋਂ ਆ ਭਾਦੋਂ ਲੰਘ ਗਿਆ ਵੀ ਹੁਣ ਤੀਕਰ ਦਿੱਲੀ ਪਹੁੰਚੇ ਨਹੀਂ। ਐਨ ਇਸ ਤਰ੍ਹਾਂ ਕਰਕੇ ਪ੍ਰਸੰਗ ਚੱਲ ਪਿਆ। ਅਬ ਲੋ ਨਹਿ ਆਏ ਰਹਿ ਕਹਾਂ। ਔਰੰਗਜ਼ੇਬ ਬਾਦਸ਼ਾਹ ਪੁੱਛਦਾ ਏ ਵੀ ਹੁਣ ਤੀਕਰ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਕੀਤੇ ਇਕਰਾਰ ਮੁਤਾਬਕ ਸਾਡੇ ਕੋ ਕਚਹਿਰੀ 'ਚ ਦਿੱਲੀ ਪਹੁੰਚੇ ਨਹੀਂ ਹੈ, ਪਤਾ ਕਰੀਏ ਵੀ ਕਿੱਥੇ ਰਹਿ ਗਏ ਹਨ ਜਿਹੜਾ ਆਏ ਨਹੀਂ ਨੇ। ਪੁਨ ਅਹਦੀ ਦੁਆਇ ਕੀਨੇ ਤਿਆਰੀ। ਉਸ ਵੇਲੇ ਦੋ ਅਹਿਦੀਏ ਜਿਹੜੇ ਸਰਕਾਰੀ ਹੁਕਮਨਾਮਾ ਸੁਨੇਹਾ ਲੈ ਕੇ ਜਾਣ ਵਾਲੇ, ਜਦੋਂ ਕਿਸੇ ਨੂੰ ਸੱਦਣਾ ਹੁੰਦਾ, ਸੰਮਣ ਕਰਨਾ ਹੁੰਦਾ ਤਾਂ ਇਹ ਅਹਿਦੀ ਜਾਂਦੇ। ਇਹ ਖਾਸ ਬੰਦੇ ਹੁੰਦੇ ਸਨ ਬਾਦਸ਼ਾਹ ਦੇ, ਤੇ ਇਹ ਜਾ ਕਰਕੇ ਨਾਲ ਸੰਮਣ ਕਰਦੇ ਤੇ ਨਾਲ ਲੈ ਕੇ ਵੀ ਆਉਂਦੇ। ਵਾਰੰਟ ਵੀ ਤੇ ਸੰਮਣ ਜਿਵੇਂ ਕਹਿ ਲਓ ਵੀ ਇਕੱਠੇ ਹੀ ਕਰਦੇ, ਵੀ ਨਾਲੇ ਬਾਦਸ਼ਾਹ ਦਾ ਸੁਨੇਹਾ ਦੇਣਾ ਤੇ ਨਾਲੇ ਉਹ ਨਾਲ ਲੈ ਕੇ ਆ ਜਾਣਾ। ਇਹ ਗੁਰੂ ਸਾਹਿਬ ਨੇ ਕਿਹਾ ਸੀ ਵੀ ਅਸੀਂ ਆਪ ਆਵਾਂਗੇ, ਸਾਨੂੰ ਕਿਸੇ ਨਾਲ ਜਾਣ ਦੀ ਕੋਈ ਲੋੜ ਨਹੀਂ, ਅਸੀਂ ਕਿਸੇ ਦੇ ਮੁਜਲਮ ਜਾਂ ਕਿਸੇ ਦੇ ਬੱਧੇ ਥੋੜ੍ਹਾ ਹੈ, ਅਸੀਂ ਆਪ ਆਵਾਂਗੇ। ਇਹ ਸੋਚਦਿਆਂ ਸਮਾਂ ਲੰਘਿਆ ਜਦੋਂ ਤਾਂ ਔਰੰਗਜ਼ੇਬ ਜਿਹੜਾ ਹੈ, ਸਰਕਾਰ ਨੂੰ ਦਿੱਲੀ ਨੂੰ ਇਹ ਫਿਕਰ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਅਸੀਂ ਇਕਰਾਰ ਕਰ ਲਿਆ ਵੀ ਅਸੀਂ ਹਿੰਦੂਆਂ ਨੂੰ ਤੰਗ ਨਹੀਂ ਕਰਾਂਗੇ ਜਿੰਨਾ ਚਿਰ ਤੁਸੀਂ ਆਪ ਇੱਥੇ ਆ ਕੇ ਕੋਈ ਗੱਲ ਮੁਕਾ ਨਹੀਂ ਲੈਂਦੇ, ਫਿਰ ਉਸ ਹਿਸਾਬ ਨਾਲ ਅੱਗੇ ਕੰਮ ਚੱਲੇਗਾ। ਇਹ ਸੋਚ ਕੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਫਿਰ ਦੋ ਆਪਣੇ ਬੰਦੇ ਭੇਜੇ ਆ ਵੀ ਜਾਓ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਆਵੋ। ਕਰਤਾ ਗੀਤ ਵਿਸਾਲ ਉਚਾਰੀ। ਦੇ ਨਾਲ ਤਗੀਦ ਕੀਤੀ, ਆਪਣੇ ਵੱਲੋਂ ਸਖਤੀ ਦੇ ਨਾਲ ਇਹ ਹਦਾਇਤ ਕੀਤੀ ਹੈ। ਆਪਣੇ ਸੰਗ ਜਾਏ ਕਰ ਆਨੋ। ਕਹਿੰਦੇ ਵੀ ਇਸ ਵਾਰਾਂ ਖਾਲੀ ਨਾ ਆਇਓ, ਜਾ ਕੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਨਾਲ ਹੀ ਦਿੱਲੀ ਲੈ ਕੇ ਆਇਓ। ਅਪਰ ਫਰੇਬ ਕਰਹਿ ਨਹਿ ਮਾਨੋ। ਅਜੇ ਹੋਰ ਕੋਈ ਫਰੇਬ ਕਰਨ ਨਾ, ਭਾਵ ਕੇ ਜੇ ਵੱਲ ਛਲ ਜਾ ਕਰਨ ਅਸੀਂ ਆਵਾਂਗੇ, ਜਾਓ ਤੁਸੀਂ। ਤਾਂ ਔਰੰਗਜ਼ੇਬ ਕਹਿੰਦਾ ਵੀ ਹੋਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਮਹਾਰਾਜ ਦੀ ਮੰਨਣੀ। ਤਿੰਨ ਬਿਨ ਅਟਕ ਰਹਿਓ ਬੜ ਕਾਜਾ। ਸੋ ਇਸ ਪ੍ਰਕਾਰ ਦੇ ਨਾਲ ਔਰੰਗਜ਼ੇਬ ਬਾਦਸ਼ਾਹ ਨੇ 3 ਦਿਨ ਅਟਕ ਰਹਿਓ ਬੜ ਕਾਜਾ, ਕਹਿਣ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਲੀ ਨਾ ਆਉਣ ਕਰਕੇ ਬਹੁਤਾ ਵੱਡਾ ਮੇਰਾ ਕੰਮ ਅਟਕਿਆ ਹੋਇਆ, ਜਿਹੜਾ ਮੈਂ ਕੁੱਲ ਦੁਨੀਆ ਤੇ ਇੱਕ ਇਸਲਾਮ ਹੈਦਰੀ ਝੰਡਾ ਚਲਾਉਣਾ ਇਸਲਾਮ ਦਾ, ਹਿੰਦੂਆਂ ਦੇ ਉੱਤੇ ਮੈਂ ਆਪਣਾ ਜ਼ੁਲਮ ਬੰਦ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਚੁੱਕੀ ਜ਼ਿੰਮੇਵਾਰੀ ਮੁਤਾਬਕ। ਇਸ ਕਰਕੇ ਜਾਓ ਛੇਤੀ ਉਹਨਾਂ ਨੂੰ ਦਿੱਲੀ ਵਿੱਚ ਲੈ ਕੇ ਆਵੋ। ਜਨ ਹਿੰਦਨ ਕੋ ਦਿੜ ਦਰਵਾਜਾ। ਕਹਿੰਦਾ ਵੀ ਇਹ ਤਾਂ ਇਦਾਂ ਹੋ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਹਿੰਦੂਆਂ ਦੇ ਦਿੜ ਦਰਵਾਜ਼ਾ ਬਣ ਗਏ ਨੇ। ਜਿਵੇਂ ਕਿਸੇ ਘਰ ਦੇ ਵਿੱਚ ਵੜਨਾ ਹੋਵੇ ਤਾਂ ਦਰਵਾਜ਼ੇ ਦੇ ਰਾਹੀਂ ਜਾਈਦਾ ਨਾ, ਤੇ ਔਰੰਗਜ਼ੇਬ ਦਾ ਕਹਿਣ ਦਾ ਭਾਵ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਹੈ ਤੇ ਦਰਵਾਜ਼ੇ ਦੀ ਨਿਆਈ ਗੁਰੂ ਤੇਗ ਬਹਾਦਰ ਸਾਹਿਬ ਰਾਹ ਵਿੱਚ ਅਟਕ ਗਏ ਨੇ। ਜੇ ਇਹ ਦਰਵਾਜ਼ਾ ਖੁੱਲੂਗਾ ਮੈਂ ਅੰਦਰ ਪ੍ਰਵੇਸ਼ ਕਰਾਂਗਾ, ਘਰ ਦੇ ਭਾਵ ਕੇ ਸਾਰੇ ਹਿੰਦੂ ਮੁਸਲਮਾਨ ਬਣਾ ਲਾਂਗਾ। ਇਹ ਦਰਵਾਜ਼ੇ ਵਾਂਗ ਸਾਹਮਣੇ ਪਹਿਰੇਦਾਰੀ ਕਰ ਰਹੇ ਨੇ, ਆਪਣੀ ਅਜ਼ਮਤ ਮੋਹੇ ਦਿਖਾਵੇ। ਹੁਣ ਦਿੱਲੀ ਦੇ ਵਿੱਚ ਨਾਲੇ ਮੈਂ ਵੇਖਦਾ ਇਹ ਕਰਾਮਾਤ ਉਹਨਾਂ 'ਚ ਹੈ ਜਾਂ ਨਹੀਂ, ਆਪਣੀ ਸ਼ਕਤੀ ਵਿਖਾਉਣ। ਨਾ ਤੁਰ ਸ਼ਰਾ ਵਿੱਚ ਅਬ ਆਵੇ। ਤੇ ਜੇ ਕਰਾਮਾਤ ਨਾ ਵਿਖਾਈ ਤਾਂ ਫੇਰ ਹੁਣ ਸਰਾ ਦੇ ਵਿੱਚ ਇਸਲਾਮ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਉਣਾ ਪਵੇਗਾ। ਅਨਹੁ ਸਾਥ ਨਾ ਤਜ ਕਰ ਫਿਰੋ। ਤੇ ਇਹ ਤਗੀਦ ਦੇ ਦਿੱਤੀ ਆਪਣੇ ਸਿਪਾਹੀਆਂ ਨੂੰ ਵੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਹੀ ਲੈ ਕੇ ਆਇਓ, ਐਵੇਂ ਵਾਪਸ ਨਾ ਫੇਰਾ ਪਾ ਕੇ ਫਿਰ ਮੁੜ ਆਇਓ। ਖਬਰ ਪਠੋ ਤਿਨ ਕੇ ਦਰ ਪਰਹੋ। ਉੱਥੇ ਜਾ ਕੇ ਜੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਆਉਣ ਨੂੰ ਨਾ ਤਿਆਰ ਹੋਣ ਤਾਂ ਔਰੰਗਜ਼ੇਬ ਕਹਿੰਦਾ ਵੀ ਖਬਰ ਭੇਜ ਦਿਓ ਮੇਰੇ ਕੋਲ, ਤੇ ਤੁਸੀਂ ਉਹਨਾਂ ਦੇ ਦਰਵਾਜ਼ੇ ਤੇ ਹੀ ਪਏ ਰਹੋ।
ਉਹਨਾਂ ਦਾ ਦਰ ਮਲ ਕੇ ਰੱਖਿਓ, ਛੱਡਿਓ ਨਾ। ਸੁਨਤਾ ਗੀਤ ਸ਼ਾਹੂ ਤੇ ਜੋਰ, ਆ ਜਦੋਂ ਜ਼ੋਰ ਦੇ ਨਾਲ ਤਾਕੀਦ ਕੀਤੀ ਔਰੰਗਜ਼ੇਬ ਨੇ ਤਾਂ ਦੋਵੇਂ ਸਰਕਾਰੀ ਬੰਦਿਆਂ ਨੇ ਇਹ ਗੱਲ ਸੁਣੀ ਹੈ। ਅਹਦੀ ਚੱਲੇ ਆਨੰਦਪੁਰ ਔਰ, ਬਾਦਸ਼ਾਹ ਦੇ ਸਿਪਾਹੀ ਸੁਨੇਹਾ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਦੂਜੀ ਵੱਲੋਂ ਤੁਰ ਚੱਲ ਪਏ। ਚੜ ਖਾਟਨ ਪਰ ਕਾਟ ਬਿਗਾਰੀ, ਆਏ ਮੰਜੀਆਂ ਦੇ ਉੱਤੇ ਚੜ੍ਹ ਕੇ ਬਗਾਰਾਂ ਕੱਢਦੇ ਆਏ ਨੇ। ਪਹਿਲਾਂ ਵੀ ਜਿਵੇਂ ਕੱਲ ਦੱਸਿਆ ਵੀ ਇਹ ਜਦੋਂ ਸੁਨੇਹਾ ਲੈ ਕੇ ਜਾਂਦੇ ਸੀ ਮੰਜੇ ਤੇ ਬਹਿ ਜਾਂਦੇ ਤੇ ਲੋਕ 4 ਜਾਣੇ ਮੋਢਿਆਂ ਦੇ ਇਹਨਾਂ ਦਾ ਮੰਜਾ ਚੁੱਕਦੇ, ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਆਉਂਦੇ, ਫਿਰ ਅਗਲਾ ਉਤੋਂ ਅਗਲੇ ਪਿੰਡ ਛੱਡ ਕੇ ਆਉਂਦਾ। ਜੇ ਕੋਈ ਵਗਾਰੀ ਨਾ ਲੱਭਦਾ ਤਾਂ ਫਿਰ ਪੰਚ ਸਰਪੰਚ ਜਿਹੜੇ ਹੁੰਦੇ ਸਨ, ਪੈਂਚ, ਉਹ ਮੰਜਾ ਚੁੱਕ ਕੇ ਤੇ ਦੂਜੇ ਥਾਂ ਖੜਦੇ। ਸੋ ਇਸ ਤਰ੍ਹਾਂ ਕਹਿੰਦੇ ਵੀ ਆਦੀ ਇਹ ਮੰਜੇ ਤੇ ਬੈਠ ਗਏ ਤੇ ਮੰਜੇ ਤੇ ਬੈਠ ਕਰਕੇ ਬਗਾਰਾਂ ਕੱਢਦੇ ਹੋਏ, ਭਾਵ ਕਿ ਲੋਕਾਂ ਦੇ ਸਿਰਾਂ ਤੇ ਬਹਿ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਰਹੇ ਆ। ਇੰਨੇ ਲੋਕ ਗੁਲਾਮ ਕੀਤੇ ਸੀ ਵੀ ਜਿਹਨੂੰ ਕਹਿਦਾ ਨਾ ਵੀ ਆ ਇੱਥੇ ਮੋਢਾ ਦੇ ਮੰਜੇ ਨੂੰ ਤੇ ਫਲਾਣੇ ਪਿੰਡ ਛੱਡ ਕੇ ਆ, ਉਹ ਨਾ ਨਹੀਂ ਸੀ ਕਰ ਸਕਦਾ। ਜੇ ਨਾ ਕਰੇ ਤਾਂ ਉਹਨੂੰ ਉਸੇ ਵੇਲੇ ਸਜ਼ਾ ਮਿਲਦੀ ਸੀ। ਸੋ ਇਹੋ ਜਿਹੇ ਜ਼ੁਲਮ ਮਹਾਰਾਜ ਸਾਹਿਬ ਨੇ ਸਾਡੇ ਸਿਰ ਤੋਂ ਹਟਾਏ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈਣ ਵਾਸਤੇ ਸਿਪਾਹੀ ਤੁਰ ਪਏ। ਸੀਸ ਉਠਾਏ ਜਾਹੇ ਅਗਾਰੀ, ਆ ਸਿਰ ਤੇ ਚੁੱਕ ਕਰਕੇ ਇੱਕ ਪਿੰਡ ਵਾਲਾ ਜਿੱਥੇ ਪਹੁੰਚੇ ਨੇ ਉਹ ਅਗਾਰੀ ਦੂਸਰੇ ਪਿੰਡ ਲੈ ਕੇ ਜਾਂਦੇ ਹਨ। ਗ੍ਰਾਮ ਗ੍ਰਾਮ ਮੈਂ ਹੁਕਮ ਕਰਨ ਤੇ, ਹਰ ਇੱਕ ਨਗਰ ਵਿੱਚ ਆਪਣਾ ਹੁਕਮ ਸਰਕਾਰੀ ਕਰਮਚਾਰੀ ਇਹ ਸਿਪਾਹੀ ਚਲਾਉਂਦੇ ਜਾ ਰਹੇ ਨੇ। ਖਾਨ ਪਾਨ ਤਿਨ ਲੈ ਗਮਨੰਤੇ, ਤੇ ਖਾਣ ਪਾਣ ਚੰਗਾ ਖਾਂਦੇ ਆ, ਘਿਓ ਮਿਸ਼ਟਾਨ ਤੇ ਮਾਸ ਰੋਜ਼ ਖਾ ਕੇ ਫਿਰ ਅੱਗੇ ਚੱਲਦੇ ਹਨ। ਮਗ ਉਲੰਘ ਕਰ ਸਗਰੇ ਗਏ, ਸਾਰਾ ਰਸਤਾ ਦਿੱਲੀ ਤੋਂ ਜੋ 350 ਕਿਲੋਮੀਟਰ ਦੇ ਕਰੀਬ ਹੈ ਲੰਘ ਕੇ ਆਨੰਦਪੁਰ ਸਾਹਿਬ ਚਲੇ ਗਏ। ਜਾਏ ਪਾਨ ਜਾਏ ਪ੍ਰਵੇਸ਼ ਆਨੰਦਪੁਰ ਤੇ ਭਏ, ਜਾ ਕੇ ਸ੍ਰੀ ਆਨੰਦਪੁਰ ਸਾਹਿਬ ਨਗਰ ਦੇ ਵਿੱਚ ਪ੍ਰਵੇਸ਼ ਕੀਤਾ। ਬੂਝੀ ਸੁਧ ਗੁਰ ਤਹਾਂ ਨ ਪਾਏ, ਉੱਥੇ ਸਿੱਖਾਂ ਨੂੰ ਪੁੱਛਿਆ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣਾ ਹੈ। ਉਹ ਕਹਿਣ ਲੱਗੇ ਉਹ ਤਾਂ ਇੱਥੋਂ ਬੜੇ ਲੰਮੇ ਸਮੇਂ ਦੇ ਗਏ ਆ, ਜਦੋਂ ਤੁਸੀਂ ਪਹਿਲਾਂ ਆਏ ਆ ਤੁਹਾਡੇ ਮਗਰ ਹੀ ਉਹ ਆਨੰਦਪੁਰ ਸਾਹਿਬ ਤੋਂ ਚਲੇ ਗਏ ਸਨ। ਕਹਾਂ ਅਹੈ ਕੋ ਨਹੀਂ ਬਤਾਏ, ਪਰ ਗਏ ਕਿੱਥੇ ਇਹ ਨਹੀਂ ਕੋਈ ਦੱਸਦਾ। ਕਹਿੰਦਾ ਵੀ ਸਾਨੂੰ ਕੀ ਪਤਾ, ਮਹਾਰਾਜ ਨੂੰ ਅਸੀਂ ਪੁੱਛ ਹੀ ਨਹੀਂ ਸਕਦੇ, ਆਪਣੀ ਮਰਜ਼ੀ ਦੇ ਮਾਲਕ ਹੈ, ਜਿੱਧਰ ਚਾਹੁਣ ਉਧਰ ਜਾਂਦੇ ਐ। ਇਹਨਾਂ ਆਦੀਆਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਨਹੀਂ ਹਨ, ਪਰ ਕਿੱਥੇ ਹਨ ਇਹ ਨਹੀਂ ਕੋਈ ਦੱਸਦਾ। ਭਏ ਸਚਿੰਤ ਕਹਾਂ ਅਬ ਕਰੈ, ਇਹ ਬੜੀ ਚਿੰਤਾ ਦੇ ਵਿੱਚ ਆ ਗਏ ਵੀ ਹੁਣ ਕੀ ਕਰੀਏ, ਕਿਉਂਕਿ ਪਹਿਲਾਂ ਤਾਂ ਅਸੀਂ ਵਾਪਸ ਮੁੜ ਗਏ ਸਾਂ, ਖਾਲੀ ਬਾਦਸ਼ਾਹ ਸਾਡੇ ਤੇ ਸਖਤੀ ਕਰੂ ਵੀ ਤੁਹਾਡੀ ਗਲਤੀ ਹੈ। ਗੁਰ ਕੀ ਸੁਧ ਨਹਿ ਸ਼ਰਵਣੀ ਪਰੈ, ਬਹੁਤ ਥਾਵਾਂ ਤੋਂ ਪਤਾ ਕੀਤਾ ਇਹ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਖਬਰ ਨਾ ਮਿਲੀ ਵੀ ਕਿੱਥੇ ਹਨ ਇਸ ਵੇਲੇ। ਕੇਤਕ ਦਿਨ ਰਹਿ ਬਹੁਰ ਭਿਆਨੇ, ਕਈ ਦਿਨ ਆਨੰਦਪੁਰ ਸਾਹਿਬ ਰਹੇ, ਫਿਰ ਇੱਥੋਂ ਚੱਲ ਪਏ। ਹੋਏ ਸੁਦਾਸਰ ਆਸ ਮਨ ਜਾਣੇ, ਇਹਨਾਂ ਇਸ ਤਰ੍ਹਾਂ ਮਨ ਵਿੱਚ ਜਾਣਿਆ ਵੀ ਅੰਮ੍ਰਿਤਸਰ ਸਾਹਿਬ ਹੀ ਨਾ ਕਿਤੇ ਗਏ ਹੋਣ। ਸੁਦਰਵ ਪਾਰ ਉਲੰਘ ਤਬ ਚਾਲੇ, ਤੇ ਸਤਲੁਜ ਦਰਿਆ ਨੂੰ ਲੰਘ ਕਰਕੇ ਸਤਦਰਵ ਪਾਰ, ਵਾਹਿਗੁਰੂ ਹੌਲੀ ਬੋਲੋ, ਸਤਦਰਵ ਪਾਰ ਉਲੰਘ ਤਬ ਚਾਲੇ, ਸਤਲੁਜ ਦਰਿਆ ਲੰਘ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਦੁਆਬੇ ਦੇਸ਼ ਦੇਖ ਕਰ ਭਾਲੇ, ਰਾਹ ਵਿੱਚ ਆਉਂਦੇ ਆ ਦੁਆਬ ਦੇਸ਼ ਆਇਆ, ਦੁਆਬੇ 'ਚ ਵੀ ਭਾਲਦੇ ਫਿਰਦੇ ਆ, ਪੁੱਛਦੇ ਆ, ਪੈਂਚਾਂ ਨੂੰ ਪੁੱਛਦੇ ਆ, ਕੋਈ ਸਿੱਖ ਮਿਲੇ ਉਹਨੂੰ ਪੁੱਛਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਹਨ। ਬਾਹਰ ਵਿਪਾਸਾ ਉਤਰੇ ਪਾਰ, ਫਿਰ ਦੁਆਬਾ ਵੀ ਲੰਘ ਆਏ ਤੇ ਆ ਬਿਆਸ ਦਰਿਆ ਤੋਂ ਪਾਰ ਮਾਝੇ ਦੀ ਧਰਤੀ ਵਿੱਚ ਆ ਗਏ। ਖੋਜੈ ਜਹ ਕਹਿ ਨਰਨ ਉਚਾਰ, ਆ ਜਿੱਥੇ ਕਿਥੇ ਵੀ ਲੋਕਾਂ ਨੂੰ ਪੁੱਛ ਕੇ ਵੀ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਹਨ, ਖੋਜ ਕਰਦੇ ਹਨ। ਇਹ ਵੀ ਪਤਾ ਸੀ ਵੀ ਬਾਬੇ ਬਕਾਲੇ ਬੜਾ ਚਿਰ ਰਹੇ ਆ, ਇੱਧਰ ਵੀ ਪੁੱਛਦੇ ਪਛਾਂਦੇ ਆ ਗਏ। ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ, ਇੱਥੋਂ ਵੀ ਕੋਈ ਖਬਰ ਨਾ ਮਿਲੀ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਪਹੁੰਚ ਗਏ। ਇਕੱਠੇ ਕਰ ਮਸੰਦ ਸਮੁਦਾਏ, ਉੱਥੇ ਜਿੰਨੇ ਵੀ ਹਰਿਮੰਦਰ ਸਾਹਿਬ ਦੇ ਵਿੱਚ ਮੁਖਤਿਆਰ ਮਸੰਦ ਪ੍ਰਬੰਧਕ ਸਨ ਉਹਨਾਂ ਨੂੰ ਇਕੱਠੇ ਕਰ ਲਿਆ ਇਹਨਾਂ ਸਿਪਾਹੀਆਂ ਨੇ ਇੱਕ ਥਾਂ ਤੇ। ਬੂਝਨ ਕਰੀ ਗੁਰੂ ਕੀ ਗਾਥ, ਤੇਗ
ਤੇਗ ਬਹਾਦਰ ਸਾਹਿਬ ਦੀ ਗਾਥਾ ਪੁੱਛੀ ਹੈ ਵੀ ਦੱਸੋ ਤੁਹਾਡੇ ਨਵੇਂ ਗੁਰੂ ਇਸ ਵੇਲੇ ਕਿੱਥੇ ਹਨ। ਆਪ ਕਿਸ ਥਲ ਮਹਿ ਤੁਮਰੋ ਨਾਥ। ਆ ਤੁਹਾਡਾ ਜੋ ਮਾਲਕ ਨਾਵੇਂ ਪਾਤਸ਼ਾਹ ਹੈ ਇਹ ਦੱਸੋ ਸਾਨੂੰ ਸਹੀ ਸਹੀ ਵੀ ਕਿਸ ਸ਼ਹਿਰ ਜਾਂ ਕਿਸ ਥਾਂ ਤੇ ਹਨ। ਜੋ ਤੁਮ ਕਰਹੁ ਦੁਰਾਵਨ ਤਿਨੈ। ਉਹਨਾਂ ਨੇ ਆਖਿਆ ਵੀ ਸਾਨੂੰ ਤਾਂ ਪਤਾ ਨਹੀਂ ਹੈ ਕੋਈ, ਕਿਉਂਕਿ ਮਸੰਦਾ ਨੇ ਤਾਂ ਵੈਸੇ ਵੀ ਮਹਾਰਾਜ ਸਾਹਿਬ ਨਾਲ ਕੋਈ ਬਹੁਤਾ ਰੱਖੀ ਨਹੀਂ ਸੀ ਨੇੜਤਾ, ਜਿਹੜੇ ਹਰਿਮੰਦਰ ਸਾਹਿਬ ਵਾਲੇ ਸਨ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਨਹੀਂ। ਪਰ ਇਹ ਸਿਪਾਹੀ ਔਰੰਗਜ਼ੇਬ ਦੇ ਕਹਿਣ ਲੱਗੇ ਵੀ ਜੇ ਤੁਸੀਂ ਇਹ ਕਹੋਗੇ ਨਾ ਤੁਮ ਕਰੋ ਦੁਰਾਵਨ, ਜਿਉ ਤੁਮ ਕਰੋ ਦੁਰਾਵਨ ਤਨੈ, ਵੀ ਜੇ ਕਦੇ ਕਹਿੰਦੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਤੇ ਛੁਪਾ ਲਿਆ ਨਾ ਆਪਣੇ ਘਰ ਦੇ ਵਿੱਚ ਜਾਂ ਹੋਰ ਕਿਸੇ ਥਾਂ ਤੇ, ਸਾਹੋ ਸਜਾਏ ਦੇਹ ਗੋ ਕਨੈ। ਇਹ ਤੁਹਾਡਾ ਇਹਦੇ ਵਿੱਚ ਭਲਾ ਨਹੀਂ ਹੋਏਗਾ। ਔਰੰਗਜ਼ੇਬ ਬਾਦਸ਼ਾਹ ਬਹੁਤੀ ਸਜ਼ਾ ਦਊਗਾ ਜੇ ਘਰ ਵਿੱਚ ਗੁਰੂ ਸਾਹਿਬ ਨੂੰ ਰੱਖਿਆ ਹੋਇਆ ਤਾਂ। ਸਦਨ ਖਸੋਟਹਿ ਵਹਿਰ ਨਿਕਾਰ ਹੈ। ਧਮਕੀ ਦਿੱਤੀ ਇਹਨਾਂ ਨੇ ਮਸੰਦਾ ਨੂੰ ਵੀ ਤੁਹਾਡੇ ਘਰ ਖੋ ਕੇ ਘਰੋਂ ਬਾਹਰ ਕੱਢ ਦਿਆਂਗੇ। ਬੰਦ ਕੈਦ ਕਰ ਤੁਮ ਕਹੋ ਮਾਰ। ਫਿਰ ਔਰੰਗਜ਼ੇਬ ਕੈਦ ਵਿੱਚ ਪਾ ਕੇ ਭੁੱਖੇ ਧਿਆਏ ਰੱਖ ਕੇ ਮਾਰ ਦਵੇਗਾ। ਸੁਨ ਮਸੰਦ ਪਾਇਓ ਵੱਡ ਤਰਾਸਾ। ਇਹ ਸੁਣ ਕੇ ਤੇ ਮਸੰਦ ਬਹੁਤ ਹੀ ਡਰ ਗਏ। ਕਹਿਓ ਦੇਖ ਲਿਓ ਸਕਲ ਅਵਾਸਾ। ਕਹਿਣ ਲੱਗੇ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਾਹਤੋਂ ਲੁਕਾਉਣਾ ਹੈ, ਤੁਸੀਂ ਸਾਡੇ ਘਰਾਂ ਦੀ ਤਲਾਸ਼ੀ ਕਰਕੇ ਵੇਖ ਲਓ। ਅੰਮ੍ਰਿਤਸਰ ਸਾਹਿਬ ਜਿੰਨੇ ਵੀ ਅਸੀਂ ਮਸੰਦ ਰਹਿੰਦੇ ਆ ਤੁਸੀਂ ਤਲਾਸ਼ੀ ਕਰੋ, ਕਿਸੇ ਘਰੋਂ ਗੁਰੂ ਸਾਹਿਬ ਨਹੀਂ ਮਿਲਣਗੇ। ਕਹੈ ਕੂਰ ਨਹਿ ਦੋਸ਼ ਲਗਾਵੋ। ਇਹ ਮਸੰਦ ਕਹਿਣ ਲੱਗੇ ਉਹਨਾਂ ਅਹਿਦੀਆਂ ਨੂੰ ਸਿਪਾਹੀਆਂ ਨੂੰ ਵੀ ਅਸੀਂ ਝੂਠ ਨਹੀਂ ਬੋਲਦੇ, ਤਾਂ ਤੁਸੀਂ ਐਵੇਂ ਸਾਡੇ ਤੇ ਤੁਹਮਤ ਲਾ ਰਹੇ ਹੋ, ਐਵੇਂ ਝੂਠਾ ਹੀ ਦੋਸ਼ ਲਾਈ ਜਾ ਰਹੇ ਹੋ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਘਰਾਂ 'ਚ ਲੁਕਾਇਆ। ਖੋਜ ਕਰਕੇ ਵੇਖ ਲਓ ਤੁਹਾਨੂੰ ਕਿਤੇੋਂ ਪ੍ਰਾਪਤ ਨਹੀਂ ਹੋਣਗੇ। ਹਮ ਗਰੀਬ ਸਗਰੇ ਲਖ ਪਾਵੋ। ਅਸੀਂ ਮਸੰਦ ਕਹਿੰਦੇ ਸਾਰੇ ਗਰੀਬ ਐ, ਚੰਗੀ ਤਰ੍ਹਾਂ ਸਾਡਾ ਘਰ-ਬਾਰ ਵੇਖ ਲਓ। ਇਮ ਨਿਰਣੈ ਕਰ ਕੈ ਅਹਦੀਨ। ਅਹਦੀਆਂ ਨੇ ਇਸ ਤਰ੍ਹਾਂ ਕਹਿੰਦੇ ਜਦੋਂ ਨਿਰਣਾ ਕਰ ਲਿਆ ਨਾ ਵੀ ਇੱਥੇ ਅੰਮ੍ਰਿਤਸਰ ਸਾਹਿਬ ਵੀ ਨਵੇਂ ਪਾਤਸ਼ਾਹ ਨਹੀਂ ਹਨ। ਸਾਹੋ ਨਿਕਟ ਸੁਧ ਲਿਖ ਪਾਠ ਦੀਨ। ਇੱਥੋਂ ਅੰਮ੍ਰਿਤਸਰ ਤੋਂ ਹੀ ਇਹਨਾਂ ਚਿੱਠੀ ਲਿਖ ਕੇ ਔਰੰਗਜ਼ੇਬ ਬਾਦਸ਼ਾਹ ਵੱਲ ਸਾਰਾ ਸੁਨੇਹਾ ਸਾਰੀ ਖਬਰਸਾਰ ਭੇਜ ਦਿੱਤੀ। ਕਿਤੋਂ ਨ ਪਾਵਤ ਖੋਜ ਤਹਾਰੇ। ਇਹ ਔਰੰਗਜ਼ੇਬ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਲੱਭਦੇ ਅੰਮ੍ਰਿਤਸਰ ਸਾਹਿਬ ਦੀ ਕਰ ਪਹੁੰਚ ਗਏ ਆ, ਪਰ ਕਿਤੇੋਂ ਵੀ ਉਹਨਾਂ ਦੀ ਕੋਈ ਖੋਜ ਖਬਰ ਨਹੀਂ ਪ੍ਰਾਪਤ ਹੋਈ। ਦੇਸ਼ ਵਿਦੇਸ਼ਨ ਵਿਖੈ ਨਿਹਾਰੇ। ਆ ਸਭ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਜਾ ਕੇ ਨਾਵੇਂ ਸਤਿਗੁਰਾਂ ਨੂੰ ਲੱਭ ਰਹੇ ਹਾਂ। ਸੋਨ ਰੰਗ ਨੇ ਕਿਤ ਕਸੂਰ। ਜਦੋਂ ਦਿੱਲੀ ਵਿੱਚ ਚਿੱਠੀ ਗਈ ਨਾ ਔਰੰਗਜ਼ੇਬ ਕੋਲ ਵੀ ਗੁਰੂ ਤੇਗ ਬਹਾਦਰ ਸਾਹਿਬ ਲੱਭ ਨਹੀਂ ਰਹੇ ਕਿਤੇ ਵੀ, ਅੰਮ੍ਰਿਤਸਰ ਸਾਹਿਬ ਤੀਕਰ ਵੀ ਖੋਜ ਕਰ ਲਈ ਹੈ ਸਿਪਾਹੀਆਂ ਨੇ, ਇਹਨੇ ਆਪਣੇ ਕੁਝ ਸ਼ਸਤਰਧਾਰੀ ਘੋੜ ਸਵਾਰ ਭੇਜੇ ਉਸੇ ਵੇਲੇ। ਹਿਤ ਖੋਜਨ ਪਠ ਨਿਕਟ ਕੇ ਦੂਰ। ਆ ਨੇੜੇ ਕੇ ਦੂਰ ਹਰ ਸ਼ਹਿਰ ਨਗਰ ਦੇ ਵਿੱਚ ਸਾਧ ਸੰਗਤ ਗਸ਼ਤੀ ਟੋਲੇ ਭੇਜ ਦਿੱਤੇ ਵੀ ਗਸ਼ਤ ਕਰੋ, ਪਤਾ ਕਰੋ, ਹਰ ਪਿੰਡ ਦੇ ਨੰਬਰਦਾਰ ਕੋਲ, ਪੈਂਚ ਕੋਲ, ਚੌਧਰੀ ਕੋ ਪੁੱਛੋ ਵੀ ਤੇਰੇ ਪਿੰਡ 'ਚ ਗੁਰੂ ਤੇਗ ਬਹਾਦਰ ਸਾਹਿਬ ਤਾਂ ਨਹੀਂ ਆਏ, ਤੇ ਨਾਲ ਉਹਨੂੰ ਤਾਕੀਦ ਕਰੋ ਜੇ ਹੁਣ ਤੀਕਰ ਨਹੀਂ ਆਏ ਜਦੋਂ ਆਉਣ ਖਬਰ ਕਰਨੀ ਹੈ। ਜੇ ਖਬਰ ਨਾ ਹੋਈ ਤੁਹਾਡੇ ਪਿੰਡੋਂ ਮਹਾਰਾਜ ਸਾਹਿਬ ਪ੍ਰਾਪਤ ਹੋ ਗਏ, ਘਰ ਘਾੜ ਸਭ ਉਜਾੜ ਕੇ ਮਾਰ ਦਿੱਤੇ ਜਾਓਗੇ। ਇੱਦਾਂ ਦੀਆਂ ਸਖਤੀਆਂ ਹੋ ਗਈਆਂ ਤੇ ਘੋੜ ਸਵਾਰ ਮਹਾਰਾਜ ਨੂੰ ਲੱਭਣ ਲਈ ਨੇੜੇ ਦੂਰ ਭੇਜ ਦਿੱਤੇ। ਜਹਾਂ ਕਹਾਂ ਕਹੋ ਵਿਚਰਨ ਲਾਗੇ। ਜਿੱਥੇ ਕਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭਣ ਵਾਸਤੇ ਤਾਂ ਖੋਜਦੇ ਫਿਰਦੇ ਹਨ ਸਿਪਾਹੀ। ਬੂਝੇ ਜਿਤ ਕਿਤ ਪਾਛੇ ਆਗੇ। ਆ ਜਿੱਥੇ ਕਿੱਥੇ ਵੀ ਅੱਗੇ ਪਿੱਛੇ ਕੋਈ ਕਿਸੇ ਪਾਸੇ ਨੂੰ ਕੋਈ ਕਿਸੇ ਪਾਸੇ ਨੂੰ ਗਿਆ ਹੈ, ਸੂਹੀਏ ਸੂਹਾਂ ਕੱਢਦੇ ਫਿਰਦੇ ਹਨ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਨੂੰ ਖਬਰ ਮਿਲ ਜਾਵੇ। ਏ ਚਿਤ ਅਹਦੀ ਅਰ ਅਸਵਾਰ। ਆ ਕਿੰਨੇ ਹੀ ਕਹਿੰਦੇ ਅਹਦੀ ਜਿਹੜੇ ਸਨ ਬਾਦਸ਼ਾਹ ਦੇ ਖਾਸ ਕਰਮਚਾਰੀ, ਤੇ ਕਿੰਨੇ ਹੀ ਸ਼ਸਤਰਧਾਰੀ ਘੋੜ ਸਵਾਰ ਵਿਚਰਤ ਦੇਸ਼ ਵਿਦੇਸ਼ ਮਝਾਰ। ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਫਿਰ ਰਹੇ ਹਨ। ਹਰ ਨਗਰ ਸ਼ਹਿਰ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਪੁੱਛ ਪੜਤਾਲ ਕਰਦੇ ਨੇ। ਇਤ ਸਤਿਗੁਰ ਸਭ ਅੰਤਰ ਜਾਮੀ। ਉਧਰ ਤਾਂ ਕਹਿੰਦੇ ਵੀ ਔਰੰਗਜ਼ੇਬ ਨੇ ਇਦਾਂ ਭਾਜੜ ਪਾਤੀ ਸਿਪਾਹੀਆਂ ਨੂੰ, ਤੇ ਸਤਿਗੁਰੂ ਸਾਹਿਬ ਤਾਂ ਪ੍ਰੇਮ ਵੇਖ ਕੇ ਸੇਵਕ ਦਾ ਟਿਕੇ ਹੋਏ ਸਨ। ਮੀਂਹ ਦੀ ਵਰਖਾ ਦੀ ਰੁੱਤ ਦੇ ਵਿੱਚ
ਤੇ ਮਾਲਵੇ ਦੇ ਵਿੱਚ ਸਿੱਖਾਂ ਦਾ ਉਧਾਰ ਕਰ ਰਹੇ। ਪਰ ਅੰਤਰਜਾਮੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀ ਗੱਲ ਜਾਣ ਲਈ। ਜਲ ਥਲ ਘਟ ਘਟ ਜਾਣਤ ਸੁਆਮੀ। ਆ ਜੋ ਸਾਡੇ ਸੁਆਮੀ ਨੇ ਜਲ ਵਿੱਚ ਥਲ ਵਿੱਚ ਕੀ ਵਰਤਦਾ, ਗੱਲ ਕੀ ਵੀ ਸਭ ਘਟਾਂ ਦੇ ਸਭ ਦਿਲਾਂ ਦੇ ਅੰਦਰ ਜੋ ਵਰਤਦਾ ਜਾਣਦੇ ਹਨ ਪਾਤਸ਼ਾਹ। ਸੈਫਦੀਨ ਕੋ ਕੀਨ ਨਿਹਾਲ। ਸੈਫਦੀਨ ਨੂੰ ਮਹਾਰਾਜ ਨੇ ਇਹਦੇ ਨਗਰ ਵਿੱਚ ਵਿਚਰ ਕੇ ਰਹਿ ਕੇ ਨਿਹਾਲ ਕਰ ਦਿੱਤਾ, ਸਿੱਖ ਦੀਆਂ ਭਾਵਨਾ ਪੂਰੀਆਂ ਕਰ ਦਿੱਤੀਆਂ। ਜਦੋਂ ਬੈਠੇ ਹੋਤੇ ਕਹਿਓ ਇੱਕ ਕਾਲ। ਇੱਕ ਸਮੇਂ ਮਹਾਰਾਜ ਸਾਹਿਬ ਜੀ ਬੈਠੇ ਸਨ, ਸੈਫਦੀਨ ਵੀ ਗੁਰਾਂ ਦੇ ਹਜ਼ੂਰ ਚਰਨਾਂ 'ਚ ਬੈਠਾ ਹੈ। ਅਬ ਹਮ ਚੱਲਿਓ ਚਾਹੇ ਕਿਤ ਆ। ਬਾਦਸ਼ਾਹ ਕਹਿਣ ਲੱਗੇ, ਹੈ ਸੈਫਦੀਨ ਹੁਣ ਅਸੀਂ ਕਿਤੇ ਹੋਰ ਜਾਣਾ ਚਾਹੁੰਦੇ ਹਾਂ। ਬਸੇ ਚੁਮਾਸਾ ਤੁਵ ਬਚਮਾਨ। ਜਿਵੇਂ ਤੂੰ ਕਿਹਾ ਸੀ ਤੇਰਾ ਬਚਨ ਮੰਨ ਕੇ ਚੁਮਾਸੇ ਦਾ ਜਿਹੜਾ ਮੀਂਹ ਦਾ ਵਰਖਾ ਦਾ ਮਹੀਨੇ ਸਨ ਉਹ ਇੱਥੇ ਤੇਰੇ ਕੋਲ ਨਿਵਾਸ ਰੱਖਿਆ ਏ। ਸਤਨਾਮ ਸਿਮਰਨ ਕਰ ਸਦਾ। ਤੇ ਤੁਰਦੇ ਸਮੇਂ ਮਹਾਰਾਜ ਕਹਿੰਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਸਦਾ ਕਰਦਾ ਰਹੀ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ। ਸੰਕਟ ਵਿਆਪ ਸਕੇ ਨਹਿ ਕਦਾ। ਜੇ ਸਿਮਰਨ ਕਰੇਗਾ ਤੇ ਕਿਸੇ ਤਰ੍ਹਾਂ ਦਾ ਵਿਗੜ ਨਹੀਂ ਪਵੇਗਾ, ਆਨੰਦ ਵਿੱਚ ਹੀ ਰਹੇਗਾ ਸਦਾ। ਸਤ ਸੰਗਤ ਕੇ ਸੰਗ ਸੋ ਪ੍ਰੀਤ। ਸਤ ਸੰਗਤ ਜਿੱਥੇ ਵੀ ਹੋਵੇ ਉਹਦੇ ਨਾਲ ਪ੍ਰੇਮ ਕਰੀ। ਸਤ ਸੰਗਤ ਵਿੱਚ ਜਾਵੀਂ, ਚਾਹ ਕਰਕੇ ਸਦਾ ਹੀ ਸੰਗਤ ਕਰਨੀ ਹੈ, ਗੁਰਸਿੱਖਾਂ ਕੋਲ ਬੈਠਣਾ ਹੈ। ਸੇਵਾ ਕਰੋ ਲਹੋ ਸੁਖ ਨੀਤ। ਫਿਰ ਸੰਗਤ ਵਿੱਚ ਜਾ ਕੇ ਗੁਰਸਿੱਖਾਂ ਦੀ ਹੱਥੀਂ ਸੇਵਾ ਕਰਨੀ ਹੈ, ਸਦਾ ਹੀ ਸੁਖ ਮਾਣੇਗਾ। ਸਾਹਿਬ ਕਹਿੰਦੇ ਜੇ ਸਾਡਾ ਬਚਨ ਮੰਨੇਗਾ। ਜਨਮ ਮਰਨ ਤੇਰੋ ਅਬ ਮਿਟਿਓ। ਜੰਮਣ ਮਰਨ ਦਾ ਤਾਂ ਤੇਰਾ ਗੇੜਾ ਹੁਣ ਸਾਡੀ ਸੰਗਤ ਕਰਕੇ ਮਿਟ ਹੀ ਗਿਆ ਹੈ। ਜੇ ਜੀਵਨ ਮੁਕਤੀ ਦਾ ਆਨੰਦ ਮਾਣਦੇ ਰਹਿਣਾ ਤਾਂ ਸੇਵਾ ਦੇ ਸਿਮਰ ਨਾ ਛੱਡੀ। ਗੁਰੂ ਕਿਰਪਾ ਤੇ ਸੰਕਟ ਕਟਿਓ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸੈਫਦੀਨ ਜੰਮਣ ਮਰਨ ਦਾ ਸੰਕਟ ਤੇਰਾ ਕੱਟਿਆ ਗਿਆ ਹੈ। ਸੈਫਦੀਨ ਸੁਨ ਪ੍ਰੇਮ ਵਿਸਾਲਾ। ਸੈਫਦੀਨ ਨੇ ਜਦੋਂ ਮਹਾਰਾਜ ਦਾ ਬਚਨ ਸੁਣਿਆ ਤਾਂ ਬਹੁਤਾ ਜਿਹਦੇ ਦਿਲ ਵਿੱਚ ਪ੍ਰੇਮ ਹੈ। ਭਏ ਸਜਲ ਲੋਚਨ ਤਿਸ ਕਾਲਾ। ਭਏ ਸੱਜਲ ਲੋਚਨ, ਮਹਾਰਾਜ ਸਾਹਿਬ ਦੇ ਤੁਰਨ ਦੀ ਗੱਲ ਸੁਣ ਕੇ ਦੇ ਨੇਤਰ ਸੱਜਲ ਹੋ ਆਏ, ਭਾਵ ਕਿ ਅੱਖਾਂ 'ਚੋਂ ਪਾਣੀ ਆ ਗਿਆ ਪ੍ਰੇਮ ਦਾ। ਮੋਚਿਤ ਸਾਥ ਨ ਚਹੈ। ਕਹਿਣ ਲੱਗਾ ਹੈ ਸੱਚੇ ਪਾਤਸ਼ਾਹ ਜੀ ਜਿਹੜਾ ਮੇਰਾ ਚਿੱਤ ਹੈ ਇਹ ਤੁਹਾਡੇ ਸਾਥ ਨੂੰ ਮੋਚਿਤ ਕੱਟਣਾ ਜਾਂ ਛੱਡਣਾ ਨਹੀਂ ਚਾਹੁੰਦਾ, ਭਾਵ ਮੇਰੇ ਮਨ ਦੀ ਖਾਹਿਸ਼ ਹੈ ਵੀ ਤੁਹਾਡੇ ਨੇੜੇ ਹੀ ਰਹਾਂ। ਗਮਨ ਹੋ ਗੁਰੂ ਬਾਕ ਕੋ ਕਹੈ। ਗਮਨ ਹੋ ਗੁਰੂ ਬਾਗ ਕੋ ਕਹੈ। ਹੈ ਸੱਚੇ ਪਾਤਸ਼ਾਹ ਜੀਓ ਆਪ ਇਹ ਵਾਕ ਨੂੰ ਕਿਉਂ ਕਹਿ ਰਹੇ ਹੋ, ਕਿਉਂ ਜਾਣਾ ਚਾਹੁੰਦੇ ਹੋ, ਕਿੱਥੇ ਜਾਣਾ ਚਾਹੁੰਦੇ ਹੋ। ਜਾਂ ਸਤਿਗੁਰੂ ਸਾਹਿਬ ਨੇ ਆਖਿਆ ਨਾ ਵੀ ਅਸੀਂ ਜਾਣਾ ਚਾਹੁੰਦੇ ਹਾਂ, ਤਾਂ ਸੈਫਦੀਨ ਕਹਿੰਦਾ ਪਾਤਸ਼ਾਹ ਜੀ ਤੁਹਾਡੇ ਹੁਕਮ ਦੇ ਅੱਗੇ ਅਸੀਂ ਕੁਝ ਕਹਿ ਨਹੀਂ ਸਕਦੇ, ਪਰ ਇਹੋ ਜਿਹਾ ਕਿਹੜਾ ਤੁਹਾਡਾ ਸਿੱਖ ਹੋਵੇਗਾ ਜਿਹੜਾ ਆਪਣੇ ਮੂੰਹੋਂ ਆਖੇ ਵੀ ਮਹਾਰਾਜ ਚਲੇ ਜਾਵੋ। ਕਹਾਂ ਠਗੌਰੀ ਮੋਹ ਪਰ ਡਾਰੀ। ਇਹ ਮਹਾਰਾਜ ਕੀ ਤੁਸੀਂ ਪ੍ਰੇਮ ਦੀ ਠੱਗ ਬੂਟੀ ਦਾ ਮੇਰੇ ਤੇ ਅਸਰ ਕਰ ਦਿੱਤਾ ਹੈ। ਮਨ ਬਸ ਰਾਵ ਰਖੋ ਸੰਗਾਰੀ। ਮੇਰਾ ਤੇ ਮਹਾਰਾਜ ਹੁਣ ਤੁਹਾਡੇ ਚਰਨਾਂ 'ਚ ਹੀ ਮਨ ਵਸਦਾ ਹੈ। ਠੱਗ ਬੂਟੀ ਹੁੰਦੀ ਸੀ ਪੁਰਾਣੇ ਸਮਿਆਂ ਜਿਹਨੂੰ ਲੁੱਟਣਾ ਹੋਵੇ ਉਹਨੂੰ ਸੰਘਾ ਕੇ ਤੇ ਠੱਗ ਲੁੱਟ ਲੈਂਦੇ ਸਨ। ਇੱਥੇ ਵਰਤੀ ਹੈ ਮਹਾਰਾਜ ਸਾਹਿਬ ਦੇ ਪ੍ਰੇਮ ਦੇ ਵਾਸਤੇ ਵੀ ਮਹਾਰਾਜ ਤੁਸੀਂ ਕੀ ਠੱਗ ਬੂਟੀ ਸੰਘਾਤੀ, ਭਾਵ ਕਿ ਆਪਣੇ ਪ੍ਰੇਮ ਵਿੱਚ ਮੈਨੂੰ ਕੈਸਾ ਵਸੀਕਾਰ ਕਰ ਲਿਆ ਵੀ ਤੁਹਾਡੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ। ਮਨ ਬਸ ਰਾਵਰ ਰੱਖੋ ਸੰਗਾਰੀ। ਪਾਤਸ਼ਾਹ ਕਿਰਪਾ ਕਰਕੇ ਜਿਹੜਾ ਮੇਰਾ ਮਨ ਹੈ ਨਾ ਇਹਨੂੰ ਸਦਾ ਹੀ ਆਪਣੇ ਨਾਲ ਆਪਣੇ ਚਰਨਾਂ ਵਿੱਚ ਰੱਖਿਓ। ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ। ਇਹਦੇ ਪ੍ਰੇਮ ਦੇ ਬਚਨ ਨਾਵੇਂ ਪਾਤਸ਼ਾਹ ਨੇ ਜਦੋਂ ਸੁਣੇ ਹਨ। ਧੀਰਜ ਦੀਨ ਪ੍ਰੇਮ ਤਿਸ ਗੁਣ ਕੈ। ਸੈਫ ਅਲੀ ਦਾ ਪ੍ਰੇਮ ਜਾਣ ਕੇ ਮਹਾਰਾਜ ਨੇ ਇਹਨੂੰ ਧੀਰਜ ਹੌਸਲਾ ਦਿੱਤਾ। ਹਮਨੇ ਅਬ ਕੁਛ ਕਰਨੇ ਕਾਜਾ। ਮਹਾਰਾਜ ਕਹਿੰਦੇ ਹੈ ਗੁਰਸਿੱਖਾ ਅਸੀਂ ਹਜੇ ਕਈ ਵੱਡੇ ਵੱਡੇ ਕਾਰਜ ਕਰਨੇ ਹਨ ਜਾ ਕੇ ਅੱਗੇ। ਨਹੀਂ ਸਾਥ ਕੋ ਨਿਭੇ ਸਮਾਜਾ। ਨਹੀਂ ਸਾਥ ਕੋ ਨਿਭੈ ਸਮਾਜਾ। ਕੋਈ ਵੀ ਜੋ ਸਾਡੇ ਨਾਲ ਸਮਾਜ ਜਾ ਹੀ ਨਹੀਂ ਸਕਦਾ, ਨਿਭ ਨਹੀਂ ਸਕਦਾ, ਇਹੋ ਜੇ ਥਾਂ ਜਾਣਾ ਏ। ਨਿਤ ਪ੍ਰਤ ਉੱਠ ਕਰ ਠਾਨੋ ਧਿਆਨ। ਬਸ ਜੇ ਮਨ ਸਾਡੇ ਨਾਲ ਰੱਖਣਾ ਚਾਹੁੰਦਾ ਹੈ ਤਾਂ ਨਿਤਾ ਪ੍ਰਤੀ ਪਾਤਸ਼ਾਹ ਕਹਿੰਦੇ ਸਵੇਰੇ ਉੱਠ ਕੇ ਆਪਣਾ ਧਿਆਨ ਚਰਨਾਂ 'ਚ ਜੋੜੇ ਨੇ। ਖਾਸ ਜ਼ਾਹਰ ਕੀਤੀ ਸੀ ਵੀ ਮੈਨੂੰ ਵੀ ਨਾਲ ਲੈ ਜਾਓ। ਸਾਹਿਬ ਕਹਿੰਦੇ ਸਾਡਾ ਸਾਥ ਪੁੱਗਣਾ ਨਹੀਂ ਤੈਨੂੰ, ਸਾਡੇ ਨਾਲ ਕਿਸੇ ਦਾ ਵੀ ਜਾਣਾ ਪੁੱਗੇਗਾ ਨਹੀਂ। ਬਸ ਜੇ ਤੂੰ ਸਾਡਾ ਪ੍ਰੇਮ ਚਾਹੁੰਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤਾਂ ਧਿਆਨ ਕਰ ਲਿਆ ਕਰ।
ਜਿਮ ਸਮੀਪ ਤੈਸੇ ਪਹਿਚਾਨ। ਤੇ ਜਦੋਂ ਧਿਆਨ ਲਾਉਣਾ ਹੈ, ਜਿਵੇਂ ਹੁਣ ਸਾਡੇ ਲਾਗੇ ਬੈਠਾ ਹੈ ਨਾ ਤਾਂ ਸਾਹਮਣੇ ਸਾਨੂੰ ਵੇਖ ਰਿਹਾ, ਕਹਿੰਦੇ ਧਿਆਨ ਵਿੱਚ ਇਸੇ ਤਰ੍ਹਾਂ ਸਾਨੂੰ ਆਪਣੇ ਕੋਲ ਹੀ ਵੇਖਣਾ ਕਰ। ਇਤਿਆਦਕ ਕਹਿ ਬਹੁ ਸਮਝਾਇਓ। ਇਸ ਤਰ੍ਹਾਂ ਬਹੁਤ ਵਚਨ ਕਹਿ ਕੇ ਮਹਾਰਾਜ ਨੇ ਸੈਫਦੀਨ ਨੂੰ ਸਮਝਾਉਣਾ ਕੀਤਾ। ਨੀਠ ਨੀਠ ਔਰ ਧੀਰ ਵਧਾਇਓ। ਮਹਾਰਾਜ ਦਾ ਵਚਨ ਸੁਣ ਕੇ ਸਹਿਜੇ ਸਹਿਜੇ ਇਸ ਸਿੱਖ ਨੇ ਆਪਣੇ ਮਨ ਵਿੱਚ ਧੀਰਜ ਧਾਰਨ ਕੀਤੀ ਹੈ। ਅਪਰਦਾਸ ਅਰ ਸਿੱਖ ਜੇ ਸਾਥ। ਫਿਰ ਇਥੋਂ ਮਹਾਰਾਜ ਨੇ ਇਹ ਵੀ ਕੌਤਕ ਕੀਤਾ, ਆਨੰਦਪੁਰ ਤੋਂ ਆਉਂਦੇ ਆਉਂਦੇ ਬਹੁਤ ਸਿੱਖ ਸੰਗਤ ਵੀ ਮਹਾਰਾਜ ਦੇ ਨਾਲ ਇਥੋਂ ਤੀਕਰ ਆਈ ਹੈ, ਤੇ ਜਿਹੜੇ ਹੋਰ ਕੋਈ ਸਿੱਖ ਸੇਵਕ ਜਾਂ ਦਾਸ ਮਹਾਰਾਜ ਦੇ ਨਾਲ ਸਨ। ਅਪਰਦਾਸ ਸਭ ਅਰ ਸੋ ਸਿੱਖ ਬੋਲੇ। ਦੇ ਨਾਥ ਸਭ ਸੋ ਬੋਲੇ ਇਸ ਬਿਦ ਨਾਥ। ਸਾਰਿਆਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਬੋਲੇ ਹਨ। ਨਿਜ ਨਿਜ ਸਦਨ ਸਧਾਰਨ ਕਰੀਐ। ਸਾਹਿਬ ਕਹਿੰਦੇ ਹੈ ਗੁਰਸਿੱਖ ਸੇਵਕੋ, ਹੁਣ ਤੁਸੀਂ ਵੀ ਇੱਥੋਂ ਵਾਪਸ ਮੁੜ ਜਾਓ, ਆਪੋ ਆਪਣੇ ਘਰਾਂ ਨੂੰ ਜਾਵੋ। ਸੰਗ ਹਮਾਰੋ ਅਬ ਪਰ ਹਰੀਐ। ਸਾਡਾ ਸੰਗ ਸਾਥ ਮਹਾਰਾਜ ਕਹਿੰਦੇ ਹੁਣ ਤਿਆਗ ਦਿਓ, ਸਾਡੇ ਨਾਲ ਨਾ ਕੋਈ ਰਹੋ। ਹੋਣ ਇਕਾਕੀ ਬਨਹਿ ਹਮਾਰੋ। ਕਿਉਂਕਿ ਸਾਡਾ ਹੁਣ ਕੱਲਿਆਂ ਹੋਣਾ ਹੀ ਬਣਦਾ ਹੈ, ਜਿੱਥੇ ਅਸੀਂ ਜਾਣਾ ਹੈ ਸਾਡੇ ਨਾਲ ਕੋਈ ਨਾ ਜਾਵੇ। ਅਬ ਹੈ ਸੰਗ ਹੋਏ ਅਦਕ ਦੁਖਾਰੋ। ਕਿਉਂਕਿ ਸਾਡੇ ਨਾਲ ਜਿਹੜਾ ਜਾਵੇਗਾ ਉਹਨੂੰ ਬੜੇ ਦੁੱਖ ਝੱਲਣੇ ਪੈਣਗੇ, ਸਾਡੀ ਸੰਗਤ ਕਰਨੀ ਹੁਣ ਦੁਖਾਰੀ ਹੋਵੇਗੀ ਤੁਹਾਡੇ ਵਾਸਤੇ। ਮਹਾਰਾਜ ਸਾਹਿਬ ਪਹਿਲਾਂ ਹੀ ਇਸ਼ਾਰਾ ਕਰ ਰਹੇ ਹਨ ਸ਼ਹਾਦਤ ਦਾ। ਕਹਾਂ ਨਾ ਸ਼ਰਧਾ ਪੁਨ ਰਹਿ ਆਵਹਿ। ਕਈ ਕਹਿੰਦੇ ਮਹਾਰਾਜ ਸਾਡੀ ਸ਼ਰਧਾ ਹੈ, ਨਾਵੇਂ ਪਾਤਸ਼ਾਹ ਕਹਿੰਦੇ ਜਿੱਥੇ ਅਸੀਂ ਜਾਣਾ ਫਿਰ ਉੱਥੇ ਸ਼ਰਧਾ ਨਹੀਂ ਰਹਿ ਆਉਣੀ, ਉੱਥੇ ਫਿਰ ਤੁਸੀਂ ਆਖਣਾ ਵੀ ਕਿੱਥੇ ਫਸ ਗਏ ਆ, ਵੀ ਮੋੜੀ ਜਾਂਦੇ ਜੇ ਗੁਰੂ ਸਾਹਿਬ ਨੇ ਕਿਹਾ ਸੀ। ਮਹਾਰਾਜ ਕਹਿੰਦੇ ਹੁਣ ਸਾਡਾ ਇਕੱਲਿਆਂ ਹੀ ਜਾਣਾ ਬਣਦਾ, ਉੱਥੇ ਸ਼ਰਧਾ ਤੁਹਾਡੀ ਕਾਇਮ ਨਹੀਂ ਰਹਿਣੀ। ਫੇਰ ਰਹਿ ਸੰਗ ਸੋ ਬਹੁ ਪਛਤਾਵੈ। ਜਿਹੜਾ ਸਾਡੇ ਨਾਲ ਜਾਊਗਾ ਉਹ ਪਛਤਾਊਗਾ ਮੁੜ ਕੇ ਵੀ ਮੋੜੀ ਜਾਂਦੇ ਘਰਾਂ ਨੂੰ ਤਾਂ ਠੀਕ ਸੀ। ਇਸ ਕਾਰਨ ਸੁਧ ਪ੍ਰਥਮ ਜਨਾਈ। ਇਸ ਕਰਕੇ ਮਹਾਰਾਜ ਕਹਿੰਦੇ ਤੁਹਾਨੂੰ ਪਹਿਲਾਂ ਹੀ ਖਬਰਦਾਰ ਸਾਵਧਾਨ ਕਰਦੇ ਐ ਵੀ ਸਿੱਖੋ ਇੱਥੋਂ ਹੀ ਘਰਾਂ ਨੂੰ ਚਲੇ ਜਾਓ, ਚੰਗੇ ਰਹੋਗੇ, ਸਾਡੇ ਨਾਲ ਨਾ ਆਵੋ। ਚਲੇ ਜਾਹੋ ਤਜ ਹਠ ਅਧਕਾਈ। ਹੱਠ ਨਾ ਕਰੋ, ਹੱਠ ਛੱਡ ਕੇ ਆਪੋ ਆਪਣੇ ਘਰਾਂ ਦੇ ਰਸਤੇ ਸੰਭਾਲੋ। ਨਾਹੀਂ ਤਾਂ ਤਰਾਸ ਹੋਏ ਗੋ ਭਾਰੀ। ਜੇ ਸਾਡਾ ਬਚਨ ਨਹੀਂ ਮੰਨੋਗੇ ਫਿਰ ਭਾਰੀ ਤਰਾਸ ਬਹੁਤਾ ਡਰ ਹੋਵੇਗਾ। ਰਹਿ ਕੌਣ ਤਬ ਧੀਰਜ ਧਾਰੀ। ਇਹੋ ਜੀ ਮੁਸ਼ਕਲ ਆਵੇਗੀ ਉਦੋਂ ਫਿਰ ਕੌਣ ਧੀਰਜ ਰੱਖੇਗਾ। ਕੋਈ ਵਿਰਲਾ ਹੀ ਹੌਸਲਾ ਰੱਖਦਾ ਹੈ ਉਸ ਮੁਸ਼ਕਲ ਦੇ ਵਿੱਚ। ਕਹਿਰ ਦਾ ਝਖੜ ਵਗੇ ਪਾਣੀ ਵਿੱਚ ਪੈਣ ਛੱਲਾਂ, ਵਿਰਲੇ ਮਲਾ ਉਦੋਂ ਬੇੜੀ ਬੰਨੇ ਲਾਉਂਦੇ ਨੇ। ਦੁੱਖ ਸੁੱਖ ਹੁੰਦੇ ਦੋਵੇਂ ਕੱਪੜੇ ਸਰੀਰ ਦੇ ਨੇ। ਗੁਰਬਾਣੀ ਵਿੱਚ ਗੁਰਦੇਵ ਫਰਮਾਉਂਦੇ ਨੇ, ਕਹਿੰਦੇ ਵੀ ਜਦੋਂ ਕਿਸੇ ਦੇ ਉੱਤੇ ਮੁਸ਼ਕਲ ਬਣ ਜਾਂਦੀ ਹੈ ਨਾ, ਬਹੁਤੀ ਬਿਪਤਾ ਪੈਂਦੀ ਹੈ, ਸੱਜਣਾ ਦਾ ਸਾਥ ਉਦੋਂ ਵਿਰਲੇ ਨਿਭਾਉਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਤੁਹਾਨੂੰ ਪਹਿਲਾਂ ਹੀ ਸੁਚੇਤ ਕਰਦੇ ਆ, ਭਲਿਓ ਵਾਪਸ ਚਲੇ ਜਾਵੋ। ਇਤਿਆਦਕ ਸਭ ਹੋਣ ਸੁਨਾਇਓ। ਇਤਿਆਦਕ ਸਭ ਸੇਵਕਾਂ ਦਾਸਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਸੁਣਾਇਆ। ਹਿਰਦੈ ਮਹਾ ਤਰਾਸ ਉਪਜਾਇਓ। ਤੇ ਮਹਾਰਾਜ ਦਾ ਐਸਾ ਬਚਨ ਸੁਣ ਕੇ ਤਾਂ ਸਾਰੇ ਹੀ ਡਰ ਗਏ ਵੀ ਗੁਰੂ ਸਾਹਿਬ ਤਾਂ ਇਦਾਂ ਦਾ ਕਦੀ ਬਚਨ ਕਰਦੇ ਨਹੀਂ ਹੈ, ਪਤਾ ਨਹੀਂ ਕਿੱਡੀ ਕੁ ਮੁਸ਼ਕਲ ਆਉਣੀ ਅੱਗੇ ਜਾ ਕੇ। ਬੋਲੇ ਕਿਤਕ ਜੋਰ ਜੁਗ ਹਾਥ। ਉਹਨਾਂ ਜੋ ਕਈ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਰਾਵਰ ਕੇ ਅਨੁਸਾਰੀ ਨਾਥ। ਉਹ ਗਏ ਤਾਂ ਡਰ ਹੈ, ਪਰ ਕਹਿੰਦੇ ਮਹਾਰਾਜ ਅਸੀਂ ਤੁਹਾਡੀ ਆਗਿਆ ਮੋੜ ਸਕਦੇ ਹਾਂ, ਅਸੀਂ ਤਾਂ ਤੁਹਾਡੀ ਆਗਿਆ ਵਿੱਚ ਹੀ ਚੱਲਣ ਵਾਲੇ ਹਾਂ। ਨਿਜ ਸੰਗ ਰਾਖੋ ਤਾਓ ਹਮ ਰਹਿ। ਜੇ ਆਪਣੇ ਨਾਲ ਰੱਖੋਗੇ, ਕਹੋਗੇ ਵੀ ਸਾਡੇ ਨਾਲ ਰਹੋ, ਤਾਂ ਤੁਹਾਡੇ ਨਾਲ ਰਹਾਂਗੇ। ਜਾਹੇ ਸਦਨ ਕੋ ਜੇ ਅਬ ਕਹੈ। ਤੇ ਜੇ ਤੁਸੀਂ ਕਹਿੰਦੇ ਹੋ ਵੀ ਘਰਾਂ ਨੂੰ ਚਲੇ ਜਾਓ, ਤਾਂ ਅਸੀਂ ਮਹਾਰਾਜ ਕਹਿੰਦੇ ਘਰਾਂ ਨੂੰ ਚਲੇ ਜਾਂਦੇ ਹਾਂ। ਇਮ ਕਹੈ ਆਏ ਸਲੇ ਘਰ ਗਏ। ਇਸ ਤਰ੍ਹਾਂ ਮਹਾਰਾਜ ਸਾਹਿਬ ਨੂੰ ਕਹਿ ਕੇ ਆਗਿਆ ਲੈ ਕੇ ਇਥੋਂ ਸੇਵਕ ਦਾਸ ਬਹੁਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸ੍ਰੀ ਗੁਰਦੇਵ ਸੰਗ ਤਜ ਦਏ। ਤੇ ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਗ ਗੁਰਾਂ ਦੇ ਹੁਕਮ ਅਨੁਸਾਰ ਤਿਆਗ ਦਿੱਤਾ। ਜਿੱਥੇ ਹੁਣ ਬਹਾਦਰਗੜ੍ਹ ਬਣਿਆ ਇੱਥੋਂ ਪਿੱਛੇ ਮੋੜਤਾ ਸਤਿਗੁਰਾਂ। ਪੰਜ ਸੂਰ ਗੁਰੂ ਢਿਗ ਰਹੇ। 5 ਘੋੜ ਸਵਾਰ ਮਹਾਰਾਜ ਦੇ ਕੋਲ ਰਹੇ ਨੇ, ਜਾਂ
ਸਤਿਗੁਰਾਂ ਰੱਖ ਲਿਆ ਜਾਂ ਇਹਨਾਂ ਨੇ ਹੱਠ ਕੀਤਾ ਵੀ ਅਸੀਂ ਮਹਾਰਾਜ ਤੁਹਾਡੇ ਨਾਲ ਹੀ ਜਾਣਾ ਹੈ। ਜਿਨਹੁ ਸੰਗ ਕੋ ਹਠ ਬਹੁ ਗਹੇ, ਜਿਨ੍ਹਾਂ ਬਹੁਤਾ ਹੱਠ ਪਕੜਿਆ ਮਹਾਰਾਜ ਜੋ ਮਰਜ਼ੀ ਹੋਵੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। 5 ਸਿੱਖ ਗਏ ਹਨ। ਮਤੀ ਦਾਸ ਇੱਕ ਗੁਰੂ ਦੀਵਾਨ, ਉਹਨਾਂ ਚੋਂ ਭਾਈ ਮਤੀ ਦਾਸ ਜੀ ਜੋ ਗੁਰੂ ਸਾਹਿਬ ਦੇ ਦੀਵਾਨ ਨੇ ਲੇਖੇ ਹਿਸਾਬ ਦਾ ਕੰਮ ਕਰਦੇ ਹਨ। ਰਹਿਤ ਸਮੀਪ ਸਦੀਵ ਸੁਜਾਨ, ਬੜਾ ਸਿਆਣਾ ਗੁਰਸਿੱਖ ਜਿਹੜਾ ਹਰ ਵੇਲੇ ਮਹਾਰਾਜ ਦੇ ਨਾਲ ਹੀ ਰਹਿੰਦਾ ਹੈ। ਹਿਰਦੇ ਸ਼ੁੱਧ ਸੇਵਾ ਬਹੁ ਕਰੀ, ਸ਼ੁੱਧ ਹਿਰਦੇ ਨਾਲ ਇਸ ਭਾਈ ਮਤੀ ਦਾਸ ਨੇ ਬਹੁਤ ਸੇਵਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਅਜ਼ਮਤ ਲਹੀ ਕੋ ਮਤ ਪਰ ਹਰੀ, ਸ਼ਕਤੀਆਂ ਪ੍ਰਾਪਤ ਹੋ ਗਈਆਂ ਸੇਵਾ ਕਰਕੇ ਤੇ ਮਾੜੀ ਮਤ ਨਾਸ ਹੋ ਗਈ ਹੈ। ਗਿਆਨਵਾਨ ਸਮਰੱਥ ਸਭ ਰੀਤ, ਸਭ ਤਰ੍ਹਾਂ ਕਰਕੇ ਹਰ ਮਰਿਆਦਾ ਦੇ ਸਹਿਤ ਗਿਆਨਵਾਨ ਨੇ ਭਾਈ ਮਤੀ ਦਾਸ ਜੀ। ਧੀਰਜ ਆਦ ਬ੍ਰਿੰਦ ਗੁਣ ਚੀਤ, ਜਿਹਦੇ ਵਿੱਚ ਧੀਰਜ ਆਦਿਕ ਤੋਂ ਲੈ ਕੇ ਬੇਅੰਤੀ ਗੁਣ ਚਿੱਤ ਵਿੱਚ ਵਸਦੇ ਹਨ। ਬੜਾ ਧੀਰਜ ਧਾਰੀ ਗੁਰਸਿੱਖ ਹੈ। ਦ੍ਰਿੜ ਮਨ ਕਰਕੇ ਸੰਗ ਨ ਤਿਆਗਾ, ਮਨ ਨੂੰ ਦ੍ਰਿੜ ਕਰਕੇ ਭਾਵੇਂ ਗੁਰਾਂ ਨੇ ਕਿਹਾ ਵੀ ਸਾਰੇ ਹੀ ਚਲੇ ਜਾਓ ਅਸੀਂ ਇਕੱਲੇ ਰਹਿਣਾ ਚਾਹੁੰਦੇ ਆ, ਪਰ ਇਹਨੇ ਸੰਗ ਨਹੀਂ ਛੱਡਿਆ ਮਹਾਰਾਜ ਦਾ। ਸ੍ਰੀ ਗੁਰਦੇਵ ਚਰਨ ਅਨੁਰਾਗਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦਾ ਅਨੁਰਾਗੀ ਪ੍ਰੇਮੀ ਬਣਿਆ ਰਿਹਾ। ਦੂਸਰ ਰਹਿਓ ਸੰਗ ਗੁਰ ਦਿੱਤਾ, ਤੇ ਦੂਸਰਾ ਮਹਾਰਾਜ ਸਾਹਿਬ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਰਹੇ, ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਲਾਇਆ ਸੀ। ਬ੍ਰਿਤ ਕੇ ਬੰਸ ਜਨਮ ਜਿਨ ਲਿੱਤਾ, ਜਿਸ ਭਾਈ ਗੁਰਦਿੱਤੇ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਿੱਚ ਜਨਮ ਲਿਆ ਹੈ। ਅਸ਼ਟਮ ਥਾਨ ਬ੍ਰਿਧ ਤੇ ਭਇਓ, ਬਾਬਾ ਬੁੱਢਾ ਸਾਹਿਬ ਜੀ ਤੋਂ 6ਵੇਂ ਥਾਂ ਤੇ ਹੈ, ਭਾਵ ਉਹਨਾਂ ਦੇ ਪੋਤਰੇ ਦਾ ਪੋਤਰਾ ਹੈ ਸ੍ਰੀ ਗੁਰਦਿੱਤਾ। ਰਾਮ ਕੋਇਰ ਜਿਸ ਤੇ ਉਪਜਿਓ, ਜਿਸ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਬਾਬਾ ਰਾਮ ਕੋਇਰ ਜੀ ਦਾ ਜਨਮ ਹੋਇਆ। ਇਹ ਸਾਰੀ ਕਥਾ ਜਿਨ੍ਹਾਂ ਨੇ ਸੁਣਾਈ ਸੀ ਸਿੱਖਾਂ ਨੂੰ, ਸਿੰਘਾਂ ਨੂੰ, ਤੇ ਉਹੀ ਕਥਾ ਅੱਗੇ ਲਿਖਾਰੀ ਨੇ ਲਿਖ ਕੇ ਆਪਣੇ ਤਾਈਂ ਪਹੁੰਚਾਈ ਹੈ। ਬਾਬਾ ਰਾਮ ਕੌਰ ਜੀ ਉਹਨਾਂ ਦੇ ਪੁੱਤਰ ਹੋਏ ਹਨ। ਸਰਬ ਗੁਰਨ ਕੇ ਸੰਗੀ ਰਹੇ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਾਲੇ ਸਾਰੇ ਗੁਰੂ ਸਾਹਿਬ ਜੀ ਦੇ ਸੰਗੀ ਸਾਥੀ ਰਹੇ ਹਨ। ਕਰਾਮਾਤ ਮਹਿ ਪੂਰਨ ਅਹੇ, ਕਰਾਮਾਤ ਵਿੱਚ ਵੀ ਜੋ ਪੂਰੇ ਹਨ, ਹਰ ਤਰ੍ਹਾਂ ਦੀਆਂ ਸ਼ਕਤੀਆਂ ਨੇ ਜਿਨ੍ਹਾਂ ਵਿੱਚ ਜਿਨ ਕੇ ਲੇਸ਼ ਨ ਮੋਹ ਨ ਮਾਇਆ, ਜਿਨ੍ਹਾਂ ਦੇ ਮਨ ਦੇ ਵਿੱਚ ਥੋੜਾ ਬਹੁਤ ਲੇਸ਼ ਮਾਤਰ ਵੀ ਮੋਹ ਨਹੀਂ ਹੈ ਮਾਇਆ ਦਾ, ਪਦਾਰਥਾਂ ਦਾ। ਔਰ ਬ੍ਰਹਮ ਗਿਆਨੀ ਆਨੰਦ ਪਾਇਆ, ਦਿਲ ਦੇ ਵਿੱਚ ਬ੍ਰਹਮ ਗਿਆਨ ਦਾ ਆਨੰਦ ਹੈ, ਸਦਾ ਬ੍ਰਹਮ ਗਿਆਨ ਦੀ ਅਵਸਥਾ 'ਚ ਰਹਿੰਦੇ ਨੇ। ਦੋਏ ਇਹ ਸੰਗ ਅਪਰ ਸਿੱਖ ਤੀਨ, ਦੋ ਤਾਂ ਇਹ ਤੇ 3 ਇਹਨਾਂ ਤੋਂ ਇਲਾਵਾ ਕਹਿੰਦੇ ਹੋਰ ਸਿੱਖ ਮਹਾਰਾਜ ਸਾਹਿਬ ਜੀ ਦੇ ਨਾਲ ਨੇ, ਜਿਵੇਂ ਭਾਈ ਗੁਰਦਿੱਤਾ ਜੀ, ਭਾਈ ਮਤੀ ਦਾਸ ਜੀ, ਫਿਰ ਸਾਹਿਬ ਚੰਦ ਤੇ ਉਦੋਂ ਰਠੌਰ ਜੀ। ਇਹ ਤੇ ਯਾਦ ਹੈ ਕਿ 5 ਸਿੱਖ, ਕਈਆਂ ਨੇ ਬਾਬਾ ਜੀਵਨ ਸਿੰਘ ਜੀ ਵੀ ਕਹੇ ਨੇ, ਪਰ ਉਹ ਦਿੱਲੀ ਵਿੱਚ ਹੀ ਸਨ ਪਹਿਲਾਂ ਹੀ, ਤੇ ਇਹਨਾਂ 5 ਦੇ ਵਿੱਚ ਨਹੀਂ ਸਨ। ਸੋ ਇਸ ਤਰ੍ਹਾਂ 5 ਸਿੱਖ ਮਹਾਰਾਜ ਸਾਹਿਬ ਜੀ ਦੇ ਨਾਲ ਦਿੱਲੀ ਨੂੰ ਗਏ ਹਨ। ਰਹੇ ਗੁਰੂ ਕੇ ਨਿਕਟ ਪ੍ਰਬੀਨ, ਗੁਰੂ ਸਾਹਿਬ ਦੇ ਕੋਲ ਰਹੇ ਜਿਹੜੇ ਪ੍ਰਬੀਨ ਸਨ, ਸਿਆਣੇ ਸਿੱਖ। ਸੈਫਦੀਨ ਤੇ ਲੀਨ ਵਿਦਾਈ, ਇਹ ਸੈਫਾਬਾਦ ਤੋਂ ਮਹਾਰਾਜ ਨੇ ਸੈਫਦੀਨ ਕੋਲੋਂ ਵਧਾਈ ਲਈ ਆ ਤੇ ਅੱਗੇ ਦਿੱਲੀ ਵੱਲ ਨੂੰ ਤੁਰ ਪਏ। ਦੀਨ ਡਾਰ ਤਿਆਰੀ ਕਰਵਾਈ, ਘੋੜੇ ਦੇ ਕਾਠੀ ਪਾ ਕੇ ਮਹਾਰਾਜ ਨੇ ਸਭ ਤਿਆਰੀ ਕੀਤੀ ਹੈ। ਅਪਰਦਾਸ ਨਿਜ ਨਿਜ ਘਰ ਗਏ, ਬਾਕੀ ਜਿਹੜੇ ਸਿੱਖ ਸੇਵਕ ਬਹੁਤੇ ਇਥੋਂ ਤੀਕਰ ਆਏ ਸਨ, ਗੁਰਾਂ ਦਾ ਹੁਕਮ ਮੰਨ ਕੇ ਘਰੋਂ ਘਰੀ ਚਲੇ ਗਏ। ਗੁਰੂ ਭੇਵ ਨਹਿ ਜਾਣਤ ਭਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿ ਰਹੇ ਨੇ, ਕੀ ਕਰਨਾ ਚਾਹੁੰਦੇ, ਇਹ ਭੇਦ ਨਹੀਂ ਕਿਸੇ ਨੂੰ ਪ੍ਰਾਪਤ ਹੋਇਆ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਇਥੋਂ ਦਿੱਲੀ ਨੂੰ ਜਾ ਰਹੇ ਨੇ। ਇਥੋਂ ਜਿਹੜੀ ਲੜੀਵਾਰ ਕਥਾ ਹੈ ਉਹ ਤਾਂ ਅਗਲਾ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ, ਪਰ ਜੋ ਅੱਜ ਦਾ ਦਿਹਾੜਾ ਉਹਦੀ ਲੜੀ ਇੱਥੋਂ ਹੀ ਤੋਰਦੇ ਆ। ਕਿਉਂਕਿ ਜਿਵੇਂ ਆਪਾਂ ਪਿੱਛੇ ਕਥਾ ਸੁਣੀ ਆਏ ਆ ਵੀ ਬ੍ਰਾਹਮਣਾਂ ਦੇ ਕਹਿਣ ਤੇ ਮਹਾਰਾਜ ਨੇ ਕਰਾਰ ਕਰ ਲਿਆ ਸੀ ਵੀ ਤੁਹਾਡਾ ਧਰਮ ਅਸੀਂ ਬਚਾਵਾਂਗੇ, ਸਾਡੀ ਔਰੰਗਜ਼ੇਬ ਦੇ ਨਾਲ ਗੱਲ ਕਰਾ ਦਿਓ ਇੱਕ ਵਾਰਾਂ। ਤੇ ਹੁਣ ਉਹ ਲੱਭਦੇ ਫਿਰਦੇ ਆ। ਮਹਾਰਾਜ ਸਾਹਿਬ ਸੈਫਾਬਾਦ ਤੋਂ ਫਿਰ ਹੁੰਦਿਆਂ ਹੋਇਆਂ ਸਮਾਣੇ ਵੀ ਗਏ। ਇੱਥੋਂ ਅੱਗੇ ਇੱਥੇ ਵੀ ਗੁਰਸਿੱਖ ਮੁਸਲਮਾਨ ਸੀ ਪ੍ਰੇਮ ਕਰਨ ਵਾਲਾ। ਫਿਰ ਕਰਦਿਆਂ ਮਹਾਰਾਜ ਨੇ ਜਾਣਾ ਤਾਂ ਦਿੱਲੀ ਸੀ, ਜਿਹੜਾ ਹੁਣ ਹਰਿਆਣੇ 'ਚ ਰਹਿ ਗਏ ਨੇ ਸ਼ਹਿਰ, ਪਹਿਲਾਂ ਪੰਜਾਬ ਦਾ ਹੀ ਹਿੱਸਾ। ਇੱਥੋਂ ਹੁੰਦਿਆਂ ਸਤਿਗੁਰੂ ਸਾਹਿਬ ਆਗਰੇ ਪਹੁੰਚ ਗਏ। ਗੁਰੂ ਤੇਗ ਬਹਾਦਰ ਮਹਾਰਾਜ ਆਗਰੇ ਜਾਣ ਦਾ ਕਾਰਨ ਇਹ ਸੀ ਵੀ ਇੱਕ ਤਾਂ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਸਮੇਂ ਦੀ ਇੱਕ ਮਾਈ ਹੈ,
ਮਾਈ ਭਾਗ ਭਰੀ ਉਹਨੂੰ ਕਹਿੰਦੇ ਨੇ, ਹੋਰ ਵੀ ਕਈ ਨਾਂ ਨੇ ਪਰ ਭਾਗ ਭਰੀ ਇਹਦਾ ਨਾਮ ਪ੍ਰਸਿੱਧ ਹੈ। ਵੀ ਬੜੇ ਭਾਗਾਂ ਨਾਲ ਭਰੀ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕੀਤੇ। ਤੇ ਇਹਨੇ ਇੱਕ ਆਪ ਹੀ ਉਣ ਕੇ ਤੇ ਬੁਣ ਕੇ ਮਹਾਰਾਜ ਸਾਹਿਬ ਜੀ ਦੇ ਚੋਲੇ ਦਾ ਕੱਪੜਾ ਤਿਆਰ ਕੀਤਾ ਸੀ। ਅਰਦਾਸਾਂ ਕਰਦੀ ਸੀ, ਮਹਾਰਾਜ ਬਿਰਧ ਐ, ਆ ਨਹੀਂ ਸਕਦੀ, ਇੱਥੇ ਆ ਕੇ ਨਾਲੇ ਦਰਸ਼ਨ ਦਿਓ, ਨਾਲੇ ਆ ਮੇਰੀ ਭੇਟਾ ਪ੍ਰਵਾਨ ਕਰੋ। ਗੁਰੂ ਤੇਗ ਬਹਾਦਰ ਸਾਹਿਬ ਸਿੱਧਾ ਜਿੱਥੇ ਹੁਣ ਮਾਈ ਥਾਨ ਆਗਰੇ 'ਚ ਗੁਰਦੁਆਰਾ, ਉੱਥੇ ਪਹੁੰਚੇ। ਮਾਈ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਨਾਵੇਂ ਪਾਤਸ਼ਾਹ। ਤੇ ਇਹ ਸਤਿਗੁਰਾਂ ਲਈ ਜੋ ਬਸਤਰ ਤਿਆਰ ਕੀਤਾ, ਸਾਹਿਬਾਂ ਨੇ ਅੰਗੀਕਾਰ ਕੀਤਾ। ਤੇ ਇੱਕ ਹੋਰ ਥਾਨ ਜਿਹੜੇ ਨਾਲ ਦੇ ਸਿੱਖਾਂ ਨੂੰ ਹਾਜ਼ਰ ਕੀਤਾ, ਤਾਂ ਹੀ ਉਹ ਮਾਈ ਥਾਨ ਹੀ ਉਹ ਗੁਰਦੁਆਰੇ ਦਾ ਨਾਮ ਪ੍ਰਸਿੱਧ ਹੋ ਗਿਆ। ਇੱਥੋਂ ਫਿਰ ਮਹਾਰਾਜ ਸਾਹਿਬ ਜੀ ਬਾਹਰ ਆ ਗਏ ਆਗਰੇ ਦੇ। ਆਗਰੇ ਬਾਹਰ ਆਉਣ ਦਾ ਕਾਰਨ ਸੀ ਵੀ ਇੱਥੇ ਇੱਕ ਮੁਸਲਮਾਨ ਬੱਕਰੀਆਂ ਭੇਡਾਂ ਚਾਰਦਾ। ਤੇ ਜਦੋਂ ਮਹਾਰਾਜ ਸਾਹਿਬ ਜੀ ਦੀ ਖਬਰ ਨਾ ਮਿਲੀ ਔਰੰਗਜ਼ੇਬ ਨੂੰ ਕਿੰਨਾ ਸਮਾਂ, ਉਹਨੇ 1000 ਇਨਾਮ ਰੱਖ ਦਿੱਤਾ। ਜਿਹੜਾ ਖਬਰ ਦਵੇ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹਨੂੰ 1000 ਇਨਾਮ। ਇਹਨੇ ਵੀ ਸੁਣਿਆ ਤੇ ਬੁੱਢਾ ਸੀ, ਬਿਰਧ ਸਰੀਰ, ਤੇ ਮਨ ਵਿੱਚ ਚਾਹੁੰਦਾ ਏ ਵੀ ਮਹਾਰਾਜ ਸਾਹਿਬ ਤੁਸੀਂ ਗ੍ਰਿਫਤਾਰੀ ਤਾਂ ਦੇਣੀ ਹੀ ਹੈ, ਕਿਸੇ ਹੋਰ ਦੇ ਰਾਹੀਂ ਵੀ ਫੜੇ ਜਾ ਸਕਦੇ ਹੋ, ਤੇ ਮੇਰੇ ਬਿਰਧ ਦੇ ਜ਼ਿੰਦਗੀ ਦਾ ਸਹਾਰਾ ਬਣ ਜਾਵੇ। ਮੇਰੀ ਧੀ ਵਿਆਹੁਣ ਵਾਲੀ ਹੈ, ਜਵਾਨ ਹੋਈ ਹੈ, ਜੇ 1000 ਰੁਪਈਆ ਕਿਤੇ ਮੈਨੂੰ ਮਿਲ ਜਾਵੇ ਨਾ ਤੇ ਮੇਰਾ ਬੜੇਪਾ ਸੌਖਾ ਕੱਟਿਆ ਜਾਊਗਾ। ਉਸ ਵੇਲੇ 1000 ਕਈ ਲੱਖਾਂ ਵਰਗਾ ਸੀ। ਤੇ ਇਹ ਵੇਖ ਲਓ, ਮਾਰੀ ਮਨ ਅਰਦਾਸਾਂ ਕਰਦਾ ਵੀ ਹੇ ਗੁਰੂ ਤੇਗ ਬਹਾਦਰ ਸਾਹਿਬ, ਇਹਨੂੰ ਪਤਾ ਨਹੀਂ ਕੌਣ ਨੇ ਪੂਰਾ ਹਾਲਾਂ, ਵੀ ਜੇ ਤੁਸੀਂ ਗ੍ਰਿਫਤਾਰੀ ਦੇਣੀ ਹੋਈ ਹੈ ਮੇਰੇ ਬੁੱਢੇ ਦੇ ਰਾਹੀਂ ਦੇ ਦਿਓ, ਮੇਰਾ ਗੁਜ਼ਾਰਾ ਚੰਗਾ ਹੋਵੇ। ਸਾਹਿਬ ਇਹਦੀ ਵੀ ਭਾਵਨਾ ਪੂਰੀ ਕਰਨ ਵਾਸਤੇ ਪਹੁੰਚ ਗਏ। ਪੁੱਤਰ ਇਹਦਾ ਬੱਕਰੀਆਂ ਚਾਰਿਆ ਸੀ, ਉਹਨੂੰ ਮੁੰਦਰੀ ਦਿੱਤੀ ਇੱਕ ਬਹੁਤ ਕੀਮਤੀ, ਇੱਕ ਦੁਸ਼ਾਲਾ ਦਿੱਤਾ। ਕਹਿੰਦੇ ਵੀ ਜਾ ਇੱਥੋਂ ਮਠਿਆਈ ਲੈ ਕੇ ਆ ਸ਼ਹਿਰ 'ਚੋਂ। ਕਹਿੰਦਾ ਮਹਾਰਾਜ ਮੇਰੀਆਂ ਬੱਕਰੀਆਂ ਖਿੰਡ ਪੁੰਡ ਜਾਣਗੀਆਂ। ਕਹਿੰਦੇ ਸਾਡੇ ਸਿੱਖ ਰਖਵਾਲੀ ਕਰਨਗੇ, ਪਰ ਜਾਂਦਿਆਂ ਸਾਰੀ ਗੱਲ ਆਪਣੇ ਦਾਦੇ ਨੂੰ ਦੱਸ ਕੇ ਜਾਵੀਂ ਘਰ ਵਿੱਚ ਵੀ ਇੱਦਾਂ ਬਾਹਰ ਆਏ ਨੇ। ਤੇ ਇਹਨੇ ਜਾ ਕੇ ਖਬਰ ਦਿੱਤੀ, ਉਹਨੂੰ ਸਾਰੀ ਨਿਸ਼ਾਨਦੇਹੀ ਹੋ ਗਈ। ਇਸ ਤਰ੍ਹਾਂ ਦਾ ਢੰਗ ਹੀ ਮਹਾਰਾਜ ਨੇ ਦੱਸਿਆ, ਆਪਣਾ ਹੁਲੀਆ ਦੱਸਿਆ। ਖੁਸ਼ ਹੋ ਗਿਆ ਵੀ ਜ਼ਰੂਰ ਉਹੀ ਹੋਣਗੇ। ਆਪਣੇ ਪੋਤਰੇ ਨੂੰ ਤਾਂ ਮਠਿਆਈ ਦੀ ਦੁਕਾਨ ਤੇ ਭੇਜਤਾ, ਆਪ ਕੋਤਵਾਲੀ ਚਲਾ ਗਿਆ ਵੀ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਬਾਹਰ ਜੰਗਲ ਦੇ ਵਿੱਚ ਨੇ, ਝਾੜੀਆਂ 'ਚ। ਤੇ ਆਪ ਫਿਰ ਪਹਿਲਾਂ ਹੀ ਚੱਲ ਕੇ ਆ ਗਿਆ ਵੀ ਕਿਧਰੇ ਇੱਧਰ ਸੱਜੇ ਖੱਬੇ ਨਾ ਹੋ ਜਾਣ, ਮੈਂ ਜਾ ਕੇ ਉਹਨਾਂ ਦਾ ਧਿਆਨ ਰੱਖਦਾ। ਤੇ ਜਦੋਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ। ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਿਹੜਾ ਇਹ ਬਜ਼ੁਰਗ ਮੁਸਲਮਾਨ ਸੀ ਨਾ, ਇਹ ਹਿੱਲ ਗਿਆ। ਇਹਨੇ ਹੱਥ ਜੋੜ ਲਏ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਕਹਿੰਦੇ ਨਕਰਮੇ ਨੇ ਤੁਹਾਡਾ 1000 ਮੁੱਲ ਪਾਇਆ, ਮੈਂ ਕੋਤਵਾਲੀ ਖਬਰ ਦੇ ਆਇਆ। ਮੈਨੂੰ ਤਾਂ ਇਹ ਸੀ ਵੀ ਜਿਵੇਂ ਹੋਰ ਕੋਈ ਸਾਧ ਫਕੀਰ ਤੁਰੇ ਫਿਰਦੇ ਉਹਨਾਂ ਵਰਗਾ ਕੋਈ ਫਕੀਰ ਹੋਵੇਗਾ, ਇਹ ਤਾਂ ਨਿਰਾ ਹੀ ਅੱਲਾ ਦਾ ਨੂਰ ਹੈ। ਤੇ ਹਜੇ ਮਹਾਰਾਜ ਸਮਾਂ ਏ, ਮੇਰੀ ਭੁੱਲ ਮਾਫ ਕਰ ਦਿਓ, ਤੁਸੀਂ ਇੱਥੋਂ ਕਿਧਰੇ ਚਲੇ ਜਾਓ, ਲੁਕ ਜਾਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਲੁਕਣ ਨਹੀਂ ਆਏ ਤੇ ਨਾ ਹੀ ਸਾਨੂੰ ਕੋਈ ਗ੍ਰਿਫਤਾਰ ਕਰਾ ਸਕਦਾ ਹੈ। ਜਿਹੜੀ ਤੇਰੀ ਭਾਵਨਾ ਸੀ ਉਹ ਤੇਰੀ ਭਾਵਨਾ ਪੂਰੀ ਕਰਨ ਆਏ, ਹੁਣ ਤੂੰ ਆਪਣਾ 1000 ਨਾਮ ਲੈਣ ਲਈ ਤਿਆਰ ਰਹਿ। ਇੰਨੇ ਨੂੰ ਸਿਪਾਹੀ ਆਏ ਕੁਝ, ਉਹਨਾਂ ਸਤਿਗੁਰੂ ਸਾਹਿਬ ਨੂੰ ਪੁੱਛਿਆ ਤੁਸੀਂ ਗੁਰੂ ਤੇਗ ਬਹਾਦਰ ਹੋ? ਉਹ ਕਹਿਣ ਲੱਗੇ ਗੁਰੂ ਤਾਂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਨੇ, ਮੈਂ ਤੇ ਉਹਨਾਂ ਦਾ ਦਾਸ ਹਾਂ ਤੇ ਨਾਮ ਮੇਰਾ ਤੇਗ ਬਹਾਦਰ ਹੀ ਹੈ। ਉੱਥੇ ਕੁਝ ਨੇ ਪਹਿਰਾ ਦਿੱਤਾ, ਜਾ ਕੇ ਖਬਰ ਦਿੱਤੀ। ਕੋਤਵਾਲੀ ਨੇ ਕਿਲੇਦਾਰ ਨੂੰ ਕਿਹਾ, ਬਹੁਤ ਸਖਤੀ ਦੇ ਨਾਲ 400 ਘੋੜ ਸਵਾਰ ਮਹਾਰਾਜ ਸਾਹਿਬ ਜੀ ਨੂੰ ਘੇਰਾ ਪਾ ਲਿਆ ਕਿ ਕਿਤੇ ਨੱਸ ਨਾ ਜਾਣ। ਗੁਰੂ ਸਾਹਿਬ ਤਾਂ ਭਾਵੇਂ ਆਪ ਆ ਰਹੇ ਨੇ। ਫਿਰ ਉੱਥੇ ਕਿਲੇ 'ਚ ਰੱਖਿਆ। ਅਗਲੇ ਦਿਨ 12000 ਘੋੜ ਸਵਾਰਾਂ ਦੀ ਨਿਗਰਾਨੀ 'ਚ ਸਤਿਗੁਰਾਂ ਨੂੰ ਦਿੱਲੀ ਪਹੁੰਚਾਇਆ ਗਿਆ, ਨਾਵੇਂ ਸਤਿਗੁਰੂ ਪਾਤਸ਼ਾਹ ਨੂੰ। ਹੁਣ ਇੱਥੇ ਦਿੱਲੀ ਵਿੱਚ ਆਉਣ ਦਾ ਕਾਰਨ ਕੀ ਹੈ? ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ, ਬਾਂਹ ਫੜੀ ਹੈ। ਸਤਿਗੁਰਾਂ ਨੇ ਉੱਥੇ ਕਹਿ ਦਿੱਤਾ ਸੀ, ਜਦੋਂ ਉਹਨਾਂ ਕਿਹਾ ਨਾ ਵੀ ਬਾਹੇ ਅਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਨੰਦ, ਵੀ ਹੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਤਿਗੁਰੂ ਸਾਡੀ ਬਾਂਹ ਫੜ ਲਿਓ। ਤਾਂ ਮਹਾਰਾਜ ਨੇ ਕਿਹਾ ਸੀ ਬਾਂਹ ਤਾਂ ਫੜਾਂਗੇ, ਪਰ ਤੁਸੀਂ ਕਾਇਮ ਰਹੋ, ਇਹ ਨਾ ਹੋਵੇ ਵੀ ਅਸੀਂ ਤੁਹਾਡੀ ਜ਼ਿੰਮੇਵਾਰੀ ਚੁੱਕ ਲਈਏ ਤੇ ਤੁਸੀਂ ਮੁੜ ਕੇ ਖਿਸਕ ਜਾਓ। ਸਾਹਿਬ ਨੇ ਕਿਹਾ ਵੀ ਮਨ ਲੋਚੇ
बुराइयां चित चरण कमल का आस राज चित चरण कमल संग जोड़िया मन लोचे बुराइयां गुर शब्दी एहो मन होड़िया तेग बहादुर बोलिया सिर दीजै ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਐ। ਨਾਵੇਂ ਪਾਤਸ਼ਾਹ ਜੀ ਕਹਿਣ ਲੱਗੇ ਵੀ ਅਸੀਂ ਤੁਹਾਡੀ ਬਾਂਹ ਫੜਦੇ ਆਂ। ਤੇਗ ਬਹਾਦਰ ਬੋਲਿਆ ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀਐ। ਸਿਰ ਦੇ ਕਰਕੇ ਵੀ ਮਹਾਰਾਜ ਕਹਿੰਦੇ ਤੁਹਾਡੀ ਬਾਂਹ ਨਹੀਂ ਛੱਡਾਂਗੇ ਪਰ ਤੁਸੀਂ ਆਪਣੇ ਧਰਮ ਦੇ ਵਿੱਚ ਕਾਇਮ ਰਹਿਓ। ਧਰ ਪਈਏ ਧਰਮ ਨਾ ਛੋੜੀਐ। ਧਰਤੀ ਤੇ ਡਿੱਗ ਜਾਇਓ ਪਰ ਧਰਮ ਨਾ ਮਹਾਰਾਜ ਕਹਿੰਦੇ ਤਿਆਗਿਓ। ਵੀ ਇਹ ਨਾ ਹੋਵੇ ਅਸੀਂ ਤੁਹਾਡੀ ਜਾਮਨੀ ਚੁੱਕ ਲਈਏ ਤੇ ਤੁਸੀਂ ਜਾ ਕੇ ਸਰਕਾਰ ਨਾਲ ਸਮਝੌਤਾ ਕਰ ਲਿਓ। ਐਵੇਂ ਮਹਾਰਾਜ ਸਾਹਿਬ ਨੇ ਇਹਨਾਂ ਨੂੰ ਕਾਇਮ ਕੀਤਾ ਸੀ। ਫਿਰ ਗੁਰੂ ਸਾਹਿਬ ਜੀ ਨੇ ਖੇਡ ਵਰਤਾਉਣੀ। ਹੁਣ ਜਦੋਂ ਬਾਬਰ ਦੀ ਕੈਦ ਵਿੱਚ ਜਿਹੜੇ ਬੰਦੀ ਪਏ ਸਨ ਉਹਨਾਂ ਦੇ ਬੰਧਨ ਤੋੜਨ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਆਪ ਬੰਦੀ ਖਾਨੇ 'ਚ ਪੈ ਗਏ। ਉਹਨਾਂ ਬੰਦੀਆਂ ਦੀ ਬੰਦੀ ਛਡਾਉਣ ਲਈ ਉਹਨਾਂ ਕੈਦੀਆਂ ਨੂੰ ਕੈਦ ਵਿੱਚ ਛਡਾਉਣ ਲਈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਪ ਕੈਦੀ ਖਾਨੇ ਵਿੱਚ ਪੈ ਗਏ ਸਨ ਤੇ ਪਾਤਸ਼ਾਹ ਨੇ ਬੰਧਨ ਛੁਡਾਏ। ਫਿਰ ਇੱਕ ਹਿੰਦੁਸਤਾਨ ਦੇ ਵਿੱਚ ਮੰਡੀ ਲੱਗਦੀ ਸੀ ਇੱਧਰ ਜਿੱਥੇ ਸਤਿਗੁਰੂ ਮਹਾਰਾਜ ਦਾ ਸਥਾਨ ਹੈ ਨਾਨਕ ਮਤਾ ਇਹਦੇ ਲਾਗੇ ਟਾਂਡਾ ਇਹ ਦੁਨੀਆ ਦੀ ਇੱਕੋ ਇੱਕ ਮੰਡੀ ਸੀ ਜਿੱਥੇ ਮਨੁੱਖ ਵਿਕਦੇ ਸਨ ਤੇ ਉਹਨਾਂ ਮਨੁੱਖਾਂ ਦੀ ਮੰਡੀ ਦੇ ਵਿੱਚ ਮਨੁੱਖਾਂ ਦੇ ਜਿੱਥੇ ਮੁੱਲ ਪਾਏ ਜਾਂਦੇ ਸਨ ਉੱਥੇ ਗੁਰੂ ਨਾਨਕ ਦੇਵ ਸਾਹਿਬ ਆਪ ਵਿਕ ਗਏ। 2 ਘੋੜੇ ਮੁੱਲ ਪਿਆ ਸੀ ਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਨਾਨਕ ਜਗਤ ਦਾ ਮਾਲਕ ਜਿਹਨੇ ਆਪਣੇ ਆਪ ਨੂੰ ਮੰਡੀ ਦੇ ਵਿੱਚ ਵਿਕਾ ਲਿਆ ਤੇ ਫਿਰ ਜਿੰਨੇ ਵੀ ਉਸ ਮੰਡੀ ਦੇ ਵਿੱਚ ਵਿਕਦੇ ਸਨ ਜਿਸ ਦਿਨ ਗੁਰੂ ਨਾਨਕ ਦੇਵ ਸਾਹਿਬ ਜੀ ਉਸ ਮੰਡੀ ਵਿੱਚ ਵਿਕੇ ਫਿਰ ਉਸ ਤੋਂ ਬਾਅਦ ਕਿਸੇ ਮਨੁੱਖ ਦੀ ਬੋਲੀ ਨਹੀਂ ਲੱਗੀ। ਉਹਨਾਂ ਦੇ ਮਹਾਰਾਜ ਸਾਹਿਬ ਨੇ ਬੰਧਨ ਕੱਢ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਆਪਣੇ ਆਪ ਨੂੰ ਕੈਦ ਵਿੱਚ ਪਵਾ ਲਿਆ ਗਵਾਲੀਅਰ ਦੀ ਤੇ 52 ਰਾਜਿਆਂ ਦੇ ਬੰਧਨ ਕੱਟ ਦਿੱਤੇ ਸਤਿਗੁਰਾਂ ਨੇ। ਐਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੇਕਾਂ ਹਿੰਦੁਸਤਾਨੀ ਜਿਨ੍ਹਾਂ ਦੇ ਸ਼ੇਰੀ ਲਾਹੇ ਜਾ ਰਹੇ ਸਨ ਖਤਮ ਕੀਤੇ ਜਾ ਰਹੇ ਸਨ। ਜਿਹਦਾ ਧਰਮ ਚਲਾ ਗਿਆ ਉਹਦਾ ਸਿਰ ਕਿਤੇ ਪਿੱਛੇ ਰਹਿ ਗਿਆ। ਜਿਹਨੂੰ ਆਪਣਾ ਧਰਮ ਹੀ ਛੱਡਣਾ ਪਿਆ ਉਹਦਾ ਸਮਝੋ ਸਿਰ ਵੱਢਿਆ ਹੀ ਗਿਆ। ਉਹਨਾਂ ਦੇ ਵੱਢਦੇ ਹੋਏ ਸਿਰ ਰੋਕਣ ਦੇ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਮਹਾਰਾਜ ਜੀ ਸਿਰ ਦੇਣ ਵਾਸਤੇ ਪਹੁੰਚ ਗਏ ਦਿੱਲੀ ਦੇ ਵਿੱਚ। ਭੂਤ ਹਵੇਲੀ ਕਹਿੰਦੇ ਸਨ। ਉੱਥੇ ਨਾਵੇਂ ਪਾਤਸ਼ਾਹ ਨੂੰ ਕੈਦ ਕੀਤਾ ਗਿਆ ਤੇ ਗਰੀਬ ਨਵਾਜ਼ ਸਤਿਗੁਰਾਂ ਨੂੰ ਔਰੰਗਜ਼ੇਬ ਨੇ ਆਪਣੇ ਕੋਲ ਬੁਲਾਇਆ। ਮਹਾਰਾਜ ਸਾਹਿਬ ਨੂੰ ਚੰਦਨ ਦੀ ਚੌਂਕੀ ਤੇ ਬਿਠਾ ਲਿਆ। ਚੰਦਨ ਦੀ ਚੌਂਕੀ ਦੇ ਨਾਵੇਂ ਪਾਤਸ਼ਾਹ ਜਦੋਂ ਬੈਠੇ ਤੇ ਔਰੰਗਜ਼ੇਬ ਕਹਿਣ ਲੱਗਾ ਮਹਾਰਾਜ ਪਤਾ ਜੇ ਜਿਹੜੀ ਚੌਂਕੀ ਤੇ ਤੁਸੀਂ ਬੈਠੇ ਆ ਨਾ ਇੱਥੇ ਮੇਰਾ ਮੁਰਸ਼ਿਦ ਬੈਠਦਾ ਹੋਰ ਕਿਸੇ ਨੂੰ ਮੈਂ ਚੌਂਕੀ ਤੇ ਨਹੀਂ ਬੈਠਣ ਦਿੰਦਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਭਾਵੇਂ ਸਾਨੂੰ ਤੂੰ ਭੁੰਜੇ ਬਿਠਾ ਦਿੰਦਾ ਸਾਡਾ ਕੀ ਘੜ ਚੱਲਿਆ ਸੀ ਤੇ ਭਾਵੇਂ ਉੱਚਾ ਹੋਰ ਆਸਣ ਲਾ ਦਿੰਦਾ ਫੇਰ ਸਾਡਾ ਕੀ ਵੱਧ ਚੱਲਿਆ ਸੀ। ਤੂੰ ਆਪਣੀ ਗੱਲ ਤੇ ਆ ਜਿਹਦਾ ਕਰਕੇ ਸਾਨੂੰ ਸੱਦਿਆ। ਕਹਿਣ ਲੱਗਾ ਮਹਾਰਾਜ ਤੁਸੀਂ ਹਿੰਦੂਆਂ ਦੀ ਹਾਮੀ ਵਾਸਤੇ ਆਏ ਹੋ ਉਹਨਾਂ ਦੀ ਜ਼ਿੰਮੇਵਾਰੀ ਚੁੱਕਦੇ ਹੋ। ਕੱਚਾ ਹੈ ਇਹਨਾਂ ਦਾ ਧਰਮ ਇਹ ਨਰਕਾਂ ਨੂੰ ਜਾਣਗੇ ਬੁੱਤ ਪੂਜਕ ਨੇ। ਮੈਂ ਚਾਹੁੰਦਾ ਹੈ ਵੀ ਸਾਰਿਆਂ ਨੂੰ ਇਸਲਾਮ ਵਿੱਚ ਲੈ ਆਵਾਂ। ਖੁਦਾ ਦਾ ਧਰਮ ਹੈ ਨਰਕਾਂ ਤੋਂ ਬਹਿਸ਼ਤਾਂ ਵਿੱਚ ਲੈ ਜਾਵਾਂਗਾ। ਇਹਨਾਂ ਨੂੰ ਮੈਂ ਸਵਰਗਾਂ ਦੀ ਸੈਰ ਕਰਾਵਾਂਗਾ। ਇਹਨਾਂ ਦੀ ਮੈਂ ਮੁਕਤੀ ਕਰਨੀ ਚਾਹੁੰਦਾ ਹਾਂ ਤੇ ਮਹਾਰਾਜ ਜੀ ਤੁਸੀਂ ਇਹਨਾਂ ਦਾ ਪੱਖ ਨਾ ਲਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਔਰੰਗਜ਼ੇਬ ਕਿਸੇ ਦਾ ਪੱਖ ਨਹੀਂ ਲੈਂਦੇ। ਕਹਿੰਦੇ ਵੀ ਅੱਜ ਜਿਹੜੇ ਮੁਸੀਬਤ ਵਿੱਚ ਹਿੰਦੂ ਹਨ ਅਸੀਂ ਤਾਂ ਹਿੰਦੂਆਂ ਵੱਲੋਂ ਤੈਨੂੰ ਆਏ ਪ੍ਰਤੀਤ ਹੁੰਦੇ ਆ। ਕੱਲ੍ਹ ਨੂੰ ਮੁਸੀਬਤ ਵਿੱਚ ਮੁਸਲਮਾਨ ਹੋਣਗੇ ਅਸੀਂ ਉਦੋਂ ਵੀ ਉਹਨਾਂ ਵੱਲ ਖੜਾਂਗੇ। ਜੇ ਰਾਜ ਕੱਲ੍ਹ ਨੂੰ ਹਿੰਦੂਆਂ ਦਾ ਹੋਵੇਗਾ ਤੇ ਸੰਕਟ ਮੁਸਲਮਾਨਾਂ ਤੇ ਹੋਵੇਗਾ ਅਸੀਂ ਮੁਸਲਮਾਨਾਂ ਦੀ ਮਦਦ ਵਿੱਚ ਖੜਾਂਗੇ। ਕਿਸੇ ਨਾਲ ਧੱਕਾ ਹੁੰਦਾ ਨਹੀਂ ਵੇਖ ਸਕਦੇ। ਫਿਰ ਕਹਿਣ ਲੱਗਾ ਮਹਾਰਾਜ ਤੁਹਾਡੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮੈਂ ਸੁਣਿਆ ਵੀ ਜਨੇਊ ਪਾਇਆ ਨਹੀਂ ਇਹ ਧੱਕੇ ਨਾ ਪਾਉਂਦੇ ਰਹੇ। ਤੁਸੀਂ ਇਹਨਾਂ ਦਾ ਜਨੇਊ ਬਚਾਉਣ ਵਾਸਤੇ ਕਿਉਂ ਆਏ ਹੋ? ਤੁਹਾਡਾ ਤਾਂ ਜਨੇਊ ਨਾਲ ਕੋਈ ਸੰਬੰਧ ਨਹੀਂ ਹੈ। ਸਾਹਿਬ ਕਹਿੰਦੇ ਵੀ ਉਦੋਂ ਵੀ ਪੰਡਤ ਧੱਕਾ ਕਰਦਾ ਸੀ ਧੱਕੇ ਨਾਲ ਜਨੇਊ ਪਾਉਂਦਾ ਮਹਾਰਾਜ ਨੇ ਧੱਕਾ ਨਹੀਂ ਜਰਿਆ ਤੇ ਹੁਣ ਵੀ ਤੁਸੀਂ ਧੱਕਾ ਕਰ ਰਹੇ ਹੋ।
ਤੇ ਇਹਨਾਂ ਦਾ ਧਰਮ ਜਿਹੜਾ ਹੈ ਖਤਮ ਕਰਨ ਦੇ ਵਾਸਤੇ ਧੱਕੇ ਨਾਲ ਜਨੇਊ ਲਾਉਣੇ ਚਾਹੁੰਦੇ ਹੋ, ਅਸੀਂ ਲੈਣ ਨਹੀਂ ਦੇਣਾ, ਕਿਉਂਕਿ ਭੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੋਰ ਬਹੁਤ ਲੰਮੀ ਇਹਦੀ ਚਰਚਾ ਹੋਈ। ਚਾਹੁੰਦਾ ਹੈ, ਕਹਿਣ ਲੱਗਾ ਮਹਾਰਾਜ, ਜੇ ਤੁਸੀਂ ਕਿਤੇ ਇਸਲਾਮ ਵਿੱਚ ਆ ਜਾਵੋ ਨਾ, ਤੁਹਾਨੂੰ ਮੈਂ ਮੁਸਲਮਾਨ ਧਰਮ ਦੀ ਸਭ ਤੋਂ ਉੱਚੀ ਪਦਵੀ ਪੀਰਾਨ ਪੀਰ ਹੈ, ਤੁਹਾਨੂੰ ਪੀਰਾਨ ਪੀਰ ਪਦਵੀ ਤੇ ਬਿਰਾਜਮਾਨ ਕਰ ਦਿਆਂਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੁਹਾਡੇ ਚਰਨਾਂ 'ਚ ਸਭ ਮੁਸਲਮਾਨ ਝੁਕਿਆ ਕਰਨਗੇ। ਜਿਹੜੇ ਹਿੰਦੂ ਵੀ ਮੁਸਲਮਾਨ ਬਣ ਗਏ ਵੀ ਤੁਹਾਨੂੰ ਮੱਥਾ ਟੇਕਣਗੇ, ਜਿਹੜੇ ਮੁਸਲਮਾਨ ਪਹਿਲਾਂ ਉਹ ਵੀ ਤੁਹਾਨੂੰ ਮੱਥਾ ਟੇਕਣਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਅਸੀਂ ਤੇਰੇ ਇਹੋ ਜਿਹੇ ਕਿਸੇ ਲਾਲਚਾਂ ਦੇ ਵਿੱਚ ਆਉਣ ਵਾਲੇ ਨਹੀਂ, ਤੂੰ ਆਪਣਾ ਜੋ ਫੈਸਲਾ ਹੈ ਉਹ ਦੱਸ। ਕਹਿਣ ਲੱਗਾ ਮਹਾਰਾਜ, ਪਹਿਲਾਂ ਤਾਂ ਇਹੀ ਹੈ ਵੀ ਆਪ ਇਸਲਾਮ ਦੇ ਵਿੱਚ ਆ ਜਾਵੋ। ਜੇ ਤੁਸੀਂ ਇਸਲਾਮ ਵਿੱਚ ਨਹੀਂ ਆਉਂਦੇ ਤਾਂ ਤੁਹਾਡਾ ਬਚਾਅ ਫਿਰ ਇਹ ਹੈ ਵੀ ਮੈਨੂੰ ਜਿਵੇਂ ਮੈਂ ਕਹਿੰਦਾ ਕਰਾਮਾਤਾਂ ਕਰਕੇ ਵਿਖਾਓ, ਤਾਂ ਫਿਰ ਤੁਹਾਡਾ ਕੋਈ ਬਚਾਅ ਹੋ ਸਕਦਾ ਹੈ। ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਹੋਰ ਗੱਲ ਦੱਸ। ਕਹਿੰਦਾ ਫਿਰ ਜਾਂ ਤੀਸਰੀ ਗੱਲ ਇਹ ਹੈ ਵੀ ਮਰਨ ਵਾਸਤੇ ਤਿਆਰ ਹੋ ਜਾਓ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਸੀਂ ਤਾਂ ਸਦਾ ਹੀ ਤਿਆਰ ਹਾਂ, ਪਰ ਤੂੰ ਇਹ ਦੱਸ ਵੀ ਤੂੰ ਰੋਕ ਲਏਗਾ ਜਦੋਂ ਤੇਰਾ ਮੌਤ ਦਾ ਸਮਾਂ ਆਵੇਗਾ, ਜਦੋਂ ਤੈਨੂੰ ਲੈਣ ਵਾਸਤੇ ਆਏ, ਜਦੋਂ ਕਾਲ ਤੇਰੇ ਸਿਰ ਤੇ ਆਇਆ ਕਿ ਤੂੰ ਤਿਆਰ ਨਹੀਂ ਹੋਵੇਂਗਾ। ਤਿਆਰ ਤਾਂ ਤੈਨੂੰ ਵੀ ਰਹਿਣਾ ਪੈਣਾ ਹੈ। ਅਸੀਂ ਤਾਂ ਜਦੋਂ ਦੇ ਸੰਸਾਰ ਤੇ ਆਏ ਹਾਂ ਮਰਨ ਦੇ ਲਈ ਉਦਣ ਦੇ ਹੀ ਤਿਆਰ ਹਾਂ। ਤੇਰੇ ਵੱਡੇ ਵੱਡੇ ਮੁਹੰਮਦ ਸਾਹਿਬ ਵਰਗੇ ਪੀਰ ਵਲੀ ਉਹ ਕਿੱਥੇ ਹੈ? ਸਾਰਿਆਂ ਨੂੰ ਜਾਣਾ ਹੀ ਪਿਆ ਹੈ ਨਾ। ਉਹ ਤਿਆਰੀ ਅਸੀਂ ਵੀ ਖਿੱਚੀ ਹੈ, ਤੂੰ ਇਹ ਕੋਈ ਨਵੀਂ ਗੱਲ ਨਹੀਂ ਕਹੀ। ਭਾਵ ਕਿ ਮਰਨ ਵਾਸਤੇ ਵੀ ਮਹਾਰਾਜ ਕਹਿੰਦੇ ਅਸੀਂ ਤਿਆਰ ਹਾਂ। ਇੱਥੇ ਇਹ ਵੀ ਬਚਨ ਹੋਇਆ ਸੀ ਨਾ, ਇਹਨੇ ਕਿਹਾ ਸੀ ਵੀ ਫਿਰ ਕੋਈ ਧਰਮ ਦੀ ਗੱਲ ਕਰਕੇ ਮਸਲਾ ਹੱਲ ਹੋ ਸਕਦਾ, ਵੀ ਦੱਸੋ ਕਿਵੇਂ ਮਹਾਰਾਜ? ਦੋਵਾਂ ਤੋਂ ਇੱਕ ਕਰਨੇ ਚਾਹੁੰਦਾ ਤਾਂ ਕਿ ਸਭ ਦੁਨੀਆ 'ਤੇ ਸ਼ਾਂਤੀ ਫੈਲ ਜਾਵੇ। ਸਾਹਿਬ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਤੂੰ ਚਾਹੁੰਦਾ ਵੀ ਹਿੰਦੂ ਵੀ ਮੁਸਲਮਾਨ ਬਣ ਜਾਣ ਤਾਂ ਦੁਨੀਆ 'ਤੇ ਚਾਹੁੰਦਾ ਹੈ ਨਾ ਵੀ ਸ਼ਾਂਤੀ ਫੈਲੇ, ਇਹ ਦੱਸ ਵੀ ਮੁਸਲਮਾਨਾਂ ਦੇ ਵਿੱਚ 72 ਫਿਰਕੇ ਕਿਉਂ ਹੈ? ਸ਼ੀਆ ਦੇ ਸੁੰਨੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਹੈ? ਤੁਸੀਂ ਤਾਂ ਸਾਰੇ ਮੁਸਲਮਾਨ ਹੀ ਹੋ ਨਾ, ਫਿਰ ਆਪਸ ਵਿੱਚ 72 ਫਿਰਕਿਆਂ 'ਚ ਕਿਉਂ ਵੰਡੇ ਹੋਏ ਹੋ? ਨੇਤੀ ਖਹਿ ਖਹਿ ਕੇ ਮਰਦੇ ਹੋ। ਇੱਟ ਦੇ ਕੁੱਤੇ ਵਾਲਾ ਵੈਰ ਹੈ ਤੁਹਾਡਾ ਆਪਸ ਦੇ ਵਿੱਚ। ਤੇ ਇਸਲਾਮ ਕਰਕੇ ਪਹਿਲਾਂ ਅਰਬ ਵਿੱਚ ਤਾਂ ਸ਼ਾਂਤੀ ਆਈ ਨਹੀਂ, ਫਿਰ ਬਾਕੀ ਦੇਸ਼ਾਂ 'ਚ ਤੁਸੀਂ ਸ਼ਾਂਤੀ ਕਿਵੇਂ ਲਿਆ ਸਕਦੇ ਆ? ਤੇ ਰਹੀ ਗੱਲ ਤੇਰਾ ਜਿਹੜਾ ਸ਼ੰਕਾ ਏ ਵੀ ਦੋਵਾਂ ਤੋਂ ਇੱਕ ਹੋਵੇਗਾ ਜਾਂ ਨਹੀਂ ਹੋਵੇਗਾ, ਸਾਹਿਬ ਕਹਿੰਦੇ 5.25 ਮਣ ਕਾਲੀਆਂ ਮਿਰਚਾਂ ਲੈ ਕੇ ਆ। 5.25 ਮਣ ਕਾਲੀਆਂ ਮਿਰਚਾਂ ਦਾ ਪ੍ਰਬੰਧ ਕੀਤਾ। ਕਹਿੰਦੇ ਅੱਗ ਲਾ ਦਿਓ। ਧੁਖਦੀਆਂ ਰਹੀਆਂ। ਕਹਿੰਦੇ ਜਿੱਦਣ ਠੰਡੀਆਂ ਹੋ ਜਾਣਗੀਆਂ ਸਾਨੂੰ ਫੇਰ ਬੁਲਾ ਲਿਓ। ਜਦੋਂ ਐਨ ਸਵਾਹ ਹੋ ਗਈ ਲਿਆਂਦਾ ਗਿਆ ਮਹਾਰਾਜ ਨੂੰ। ਕਹਿੰਦੇ ਹੁਣ ਛਾਣੋ ਇਹਨੂੰ। ਜਦੋਂ ਛਾਣਿਆ ਉਹਦੇ ਵਿੱਚੋਂ 3 ਸਾਬਤ ਮਿਰਚਾਂ ਨਿਕਲੀਆਂ। ਕਹਿੰਦੇ ਵੀ ਖੁਦਾ ਨੇ ਨਿਆਂ ਕਰ ਦਿੱਤਾ। ਮਹਾਰਾਜ ਕਹਿੰਦੇ ਔਰੰਗਜ਼ੇਬ ਕਹਿੰਦਾ ਪਾਤਸ਼ਾਹ ਮੈਂ ਸਮਝਿਆ ਨਹੀਂ ਕੀ ਨਿਆਂ ਕੀਤਾ ਹੈ ਖੁਦਾ ਨੇ? ਕਹਿੰਦੇ ਤੂੰ ਦੋਵਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਪਰ ਖੁਦਾ ਦਾ ਨਿਆਂ ਇਹ ਹੈ ਵੀ ਤੂੰ ਦੋਵਾਂ ਤੋਂ ਇੱਕ ਕਰਨਾ ਚਾਹੁੰਦਾ, ਇੱਥੇ ਤੀਸਰਾ ਵੀ ਪ੍ਰਗਟ ਹੋਵੇਗਾ। ਕਹਿੰਦੇ 3 ਮਿਰਚਾਂ, ਇੱਕ ਮੁਸਲਮਾਨ ਧਰਮ ਦਾ ਸੰਬੰਧਿਤ ਹੈ ਤੇ ਇੱਕ ਮੁਸਲਮਾਨ ਧਰਮ ਨਾਲ ਸੰਬੰਧਿਤ ਹੈ, ਦੂਸਰੀ ਦਾ ਭਾਵ ਹੈ ਹਿੰਦੂ ਧਰਮ, ਤੇ ਤੀਸਰੀ ਤੋਂ ਭਾਵ ਹੈ ਤੀਸਰਾ ਖਾਲਸਾ ਪ੍ਰਗਟ ਹੋਏਗਾ। ਜੇ ਖਾਲਸੇ ਨੂੰ ਤੰਗੀ ਨਹੀਂ ਦਓਗੇ ਤਾਂ ਤਿੰਨੇ ਰਹਿਣਗੇ। ਜਿਹੜਾ ਤੰਗੀ ਦਊਗਾ ਉਹਨੂੰ ਵੀ ਮਲੀਆ ਮੇੜ ਕਰਕੇ ਖਾਲਸੇ ਨੂੰ ਉੱਤੇ ਕਰ ਦਿਆਂਗੇ। 37 ਕਪਣੀ ਅੱਗ ਲੱਗ ਗਈ ਔਰੰਗਜ਼ੇਬ ਨੂੰ। ਮਹਾਰਾਜ ਸਾਹਿਬ ਜੀ ਨੂੰ ਹੁਕਮ ਸੁਣਾ ਦਿੱਤਾ ਹੈ ਵੀ ਇਹਨਾਂ ਨੂੰ ਕੈਦ ਦੇ ਵਿੱਚ ਹੋਰ ਸਖਤਾਈ ਨਾ ਰੱਖਿਆ ਜਾਵੇ। ਪਹਿਲਾਂ ਤਾਂ ਹਵੇਲੀ 'ਚ ਸਨ, ਫਿਰ ਪਿੰਜਰੇ ਦੀ ਕੈਦ ਵਿੱਚ ਪਾਉਣ ਦਾ ਹੁਕਮ ਕਰਤਾ। 4 ਫੁੱਟ ਚੌੜਾ, 5.5 ਫੁੱਟ ਉੱਚਾ ਤੇ ਜਿਹਦੇ ਅੰਦਰ ਨੂੰ ਤਿੱਖੀਆਂ ਸੂਲਾਂ ਹਨ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ 'ਚ ਰੱਖਿਆ ਗਿਆ। ਆਪਣਾ ਕੱਦ ਮਹਾਰਾਜ ਦਾ 6.5 ਫੁੱਟ ਹੈ। ਗੁਰੂ ਹਰਗੋਬਿੰਦ ਸਾਹਿਬ ਵਾਂਗ ਬਹੁਤ ਉੱਚਾ ਲੰਮਾ ਕੱਦ ਹੈ ਨਾਵੇਂ ਪਾਤਸ਼ਾਹ ਦਾ। 6.5 ਫੁੱਟ ਮਹਾਰਾਜ ਦਾ ਕੱਦ ਹੈ। 5.5 ਫੁੱਟ ਉੱਚੇ ਪਿੰਜਰੇ ਦੇ ਵਿੱਚ ਰੱਖਿਆ ਹੈ। ਭਾਵ ਇਹੀ ਹੈ ਵੀ ਮਹਾਰਾਜ ਨੂੰ ਝੁਕ ਕੇ ਰਹਿਣਾ ਪਿਆ, ਸਰੀਰ ਤੇ ਸੰਕਟ ਝੱਲਣਾ ਪਿਆ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇਹ ਫੇਰ ਵੀ ਤੰਗੀ ਦੇ ਕੇ ਡੁਲਾ ਨਾ ਸਕੇ। ਜਦੋਂ ਇਹਨਾਂ ਵੇਖਿਆ ਵੀ 1 ਦਿਨ 2 ਦਿਨ ਪਿੰਜਰੇ 'ਚ ਰੱਖਿਆ ਵੀ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ,
ਫਿਰ ਉਸ ਵੇਲੇ ਬਾਦਸ਼ਾਹ ਨੇ ਹੁਕਮ ਦਿੱਤਾ ਹੈ ਵੀ ਇਹ ਕਹਿਣਾ ਵੀ ਮੈਂ ਮਰਨ ਤੋਂ ਡਰਦਾ ਨਹੀਂ ਹੈ ਅਤੇ ਜਦੋਂ ਮੌਤ ਸਾਹਮਣੇ ਵੇਖਣੀ ਇਹਦੇ ਵਿੱਚ ਬੜਾ ਫਰਕ ਹੁੰਦਾ ਵੀ ਇਹਨਾਂ ਨੂੰ ਕਹਿੰਦੇ ਮੌਤ ਦਾ ਤਮਾਸ਼ਾ ਵਿਖਾਈਏ, ਹੋ ਸਕਦਾ ਫਿਰ ਤਿਆਰ ਹੋ ਜਾਣ। ਤੇ ਦੂਸਰਾ ਔਰੰਗਜ਼ੇਬ ਚਾਹੁੰਦਾ ਸੀ ਵੀ ਮੇਰੀ ਹਾਨੀ ਬੜੀ ਹੋਵੇਗੀ, ਮੈਂ ਨਾਲ ਦੇ ਸਿੱਖਾਂ 'ਚੋਂ ਕਿਸੇ ਨੂੰ ਕਹਿੰਦੇ ਵੀ ਆਪਣੀ ਈਨ ਮਨਾ ਲਵਾਂ। ਭਾਈ ਮਤੀ ਦਾਸ ਦੇ ਕੋਲ ਕਾਜੀ ਭੇਜਿਆ, ਕਹਿਣ ਲੱਗੇ ਮਤੀ ਦਾਸ ਔਰੰਗਜ਼ੇਬ ਬਾਦਸ਼ਾਹ ਤੇਰੇ ਤੇ ਬਹੁਤ ਪ੍ਰਸੰਨ ਹੈ। ਪਹਿਲਾਂ ਧਮਕੀਆਂ ਵੀ ਦਿੱਤੀਆਂ ਸਨ, ਕਚਹਿਰੀ 'ਚ ਖੜ ਕੇ ਨਹੀਂ ਮੰਨੇ, ਪਰ ਫਿਰ ਕਹਿੰਦੇ ਕਾਜੀ ਨੂੰ ਭੇਜਿਆ, ਫਰੇਬ ਕੀਤਾ, ਮਤੀ ਦਾਸਾ ਤੇਰੇ ਤੇ ਬਾਦਸ਼ਾਹ ਬੜਾ ਖੁਸ਼ ਹੈ, ਕਹਿੰਦੇ ਮਤੀ ਦਾਸ ਨੂੰ ਜਿੰਨਾ ਧਨ ਮੰਗਦਾ ਉਨਾ ਹੀ ਧਨ ਦੇ ਦਿਓ। ਮਤੀ ਦਾਸ ਜਿੰਨਾ ਕਹਿੰਦੇ ਵੀ ਪਦਾਰਥ, ਕੋਈ ਸੋਨੇ, ਕੋਈ ਹੀਰੇ, ਕੋਈ ਜਵਾਹਰਾਤ ਚਾਹੁੰਦਾ ਹੈ, ਮਤੀ ਦਾਸ ਨੂੰ ਉਨੇ ਹੀ ਦੇ ਦਿਓ। ਮਤੀ ਦਾਸ ਨੂੰ ਔਰੰਗਜ਼ੇਬ ਨੇ ਇਹ ਵੀ ਕਿਹਾ ਏ ਇਹਨੂੰ ਪੰਜਾਬ ਦਾ ਸੂਬਾ ਬਣਾ ਦਿਓ ਤੇ ਸੋਹਣੇ ਸੋਹਣੇ ਇਹਨੂੰ ਮਹਿਲ ਬਣਾ ਕੇ ਦਿਓ, ਚੰਗੇ ਬੇਗਮਾਂ ਦੇ ਡੋਲੇ ਦੇ ਦਿਓ। ਬਾਦਸ਼ਾਹ ਨੇ ਇੱਥੋਂ ਤੀਕਰ ਕਿਹਾ ਵੀ ਮੈਂ ਆਪਣੀ ਬੱਚੀ ਦਾ ਰਿਸ਼ਤਾ ਮਤੀ ਦਾਸ ਨੂੰ ਕਰ ਦਾਂਗਾ, ਪਰ ਇਹਦੇ ਵਿੱਚ ਇੱਕ ਸ਼ਰਤ ਹੈ, ਇੱਕ ਗੱਲ ਕਹਿਣੀ ਪਵੇਗੀ। ਉਹ ਗੱਲ ਇਹ ਹੈ, ਮਤੀ ਦਾਸ ਜੀ ਨੇ ਪੁੱਛਿਆ ਦੱਸ ਪੂਰੀ ਗੱਲ ਕਰ ਆਪਣੀ ਕਾਜੀ। ਕਹਿੰਦੇ ਵੀ ਗੱਲ ਇਹ ਹੈ ਵੀ ਇਹ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ। ਸਰਕਾਰਾਂ ਇੱਦਾਂ ਕਰਦੀਆਂ ਨੇ, ਪਹਿਲਾਂ ਬੰਦੇ ਨੂੰ ਡਰਾਉਂਦੀਆਂ ਧਮਕਾਉਂਦੀਆਂ, ਜਦੋਂ ਕੋਈ ਡਰੇ ਨਾ, ਕੋਈ ਧਮਕੀ ਨਾ ਮੰਨੇ, ਫਿਰ ਉਹਨੂੰ ਲਾਲਚ ਵੀ ਦਿੰਦੀਆਂ ਨੇ, ਖਰੀਦ ਲੈਂਦੀਆਂ ਨੇ ਨਾ, ਖਰੀਦੇ ਜਾਂਦੇ ਆਗੂ, ਪੈਸੇ ਹੀ ਇੰਨੇ ਸੁੱਟਦੇ ਆ, ਬੰਦਾ ਵੇਖ ਕੇ ਹਾਂ ਕਰ ਦਿੰਦਾ ਉਹਨਾਂ ਦੀ। ਉਹ ਕੋਈ ਵਿਰਲਾ ਹੀ ਗੁਰੂ ਕਾ ਸਿੱਖ ਹੈ ਜਿਹੜਾ ਸਿਦਕ ਨਿਭਾ ਦਿੰਦਾ ਹੈ। ਪੰਜਾਬ ਦੇ ਸੂਬੇ ਦਾ ਆਫਰ ਦੇ ਦਿੱਤਾ, ਜਿਵੇਂ ਸੰਤਾਂ ਨੂੰ ਕਹਿੰਦੇ ਸੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਲਾ ਦਿਆਂਗੇ। ਇੰਦਰਾ ਨੇ ਕਿਹਾ ਸੀ ਨਾ ਮੁੱਖ ਮੰਤਰੀ ਬਣਾ ਦਿਆਂਗੇ, ਟੇਬਲ 'ਤੇ ਇਹ ਮੀਟਿੰਗ ਕੀਤੀ ਸੀ, ਪਰ ਉਹ ਤਾਂ ਸੰਤ ਨਹੀਂ ਸੀ ਵਿਕੇ, ਕਿਉਂਕਿ ਸ਼ਹੀਦ ਐਸੇ ਸਾਡੇ ਹੋਏ ਜਿਹਨਾਂ ਆਪਾਂ ਆਪ ਵਕਾਇਆ ਨਹੀਂ ਸੀ ਪਹਿਲਾਂ। ਰੋ ਵਿਚਾਰ ਭਾਈ ਮਤੀ ਦਾਸ ਨੂੰ ਕਹਿੰਦੇ ਪਰ ਸ਼ਰਤ ਇਹ ਹੈ ਸਾਰੀਆਂ ਸਹੂਲਤਾਂ ਮਿਲਣਗੀਆਂ, ਤੈਨੂੰ ਪੰਜਾਬ ਦਾ ਰਾਜ ਭਾਗ ਦੇ ਦਿਆਂਗੇ, ਸੁਖ ਮਾਣੀ, ਤੂੰ ਬੈਠ ਕੇ ਤਖਤ 'ਤੇ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਵੱਲ ਮੂੰਹ ਕਰਕੇ ਕਹਿ ਦੇ ਵੀ ਇਹ ਮੇਰਾ ਗੁਰੂ ਨਹੀਂ ਤੇ ਮੈਂ ਇਹਦਾ ਸਿੱਖ ਨਹੀਂ ਹੈ। ਕਹਿੰਦਾ ਇੰਨੀ ਗੱਲ ਕਹਿ ਦੇ, ਕਿਉਂਕਿ ਔਰੰਗਜ਼ੇਬ ਚਾਹੁੰਦਾ ਸੀ ਮੇਰੀ ਇੱਜ਼ਤ ਕੋਈ ਬਚ ਜਾਵੇ। ਤੇ ਭਾਈ ਮਤੀ ਦਾਸ ਕਹਿਣ ਲੱਗੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਕਾਜੀ ਜਿਹੜਾ ਸੁਖ ਮੈਨੂੰ ਆਪਣੇ ਗੁਰੂ ਦੀ ਸੇਵਾ ਕਰਕੇ ਮਿਲਦਾ ਹੈ ਨਾ, ਜਿਹੜਾ ਆਨੰਦ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਕੇ ਮਿਲਦਾ, ਭਾਵੇਂ ਮੈਨੂੰ ਦਿੱਲੀ ਦੇ ਤਖਤ 'ਤੇ ਵੀ ਬਿਠਾ ਦੇ ਮੈਂ ਤਾਂ ਵੀ ਤਿਆਰ ਨਹੀਂ ਬੈਠਣ ਵਾਸਤੇ। ਮੈਨੂੰ ਆਪਣੇ ਗੁਰੂ ਦੀ ਸਿੱਖੀ ਪਿਆਰੀ ਹੈ। ਉਸ ਵੇਲੇ ਕਾਜੀ ਨੇ ਆਪਣਾ ਰੰਗ ਬਦਲਿਆ, ਲਾਲ ਪੀਲਾ ਹੋਇਆ ਤੇ ਫਤਵਾ ਸੁਣਾ ਦਿੱਤਾ। ਕਹਿੰਦੇ ਵੀ ਇਹ ਤੇਰੇ 2 ਫਾੜ ਕੀਤੇ ਜਾਣਗੇ, ਜੇ ਗੱਲ ਨਹੀਂ ਮੰਨੇਗਾ ਤੈਨੂੰ ਆਰੇ ਨਾਲ 2 ਚੀਰ ਕਰ ਦਿੱਤਾ ਜਾਊ। ਭਾਈ ਮਤੀ ਦਾਸ ਕਹਿੰਦਾ ਭਾਵੇਂ 4 ਚੀਰ ਕਰ ਦਿਓ, ਮੈਨੂੰ ਕੀ ਫਰਕ ਪੈਂਦਾ, ਭਾਵੇਂ ਮੇਰੇ 4 ਟੋਟੇ ਕਰ ਦਿਓ। ਇਸੇ ਤਰ੍ਹਾਂ ਹੀ ਕੀਤਾ। ਲੱਕੜਾਂ ਦੇ ਵਿੱਚ ਭਾਈ ਮਤੀ ਦਾਸ ਜੀ ਨੂੰ ਸਾਧ ਸੰਗਤ ਬੰਨ੍ਹ ਕਰਕੇ ਤੇ ਚੀਰਨ ਵਾਸਤੇ ਤਿਆਰ ਕੀਤਾ। ਜਦੋਂ ਵੇਖਿਆ ਵੀ ਜਿਹੜਾ ਜਲਾਦ ਹੈ ਉਹ ਦੰਦੇ ਜਿਹੜੇ ਨੇ ਆਰੇ ਦੇ ਰੇਤੀ ਲਾ ਕੇ ਘਸਾ ਕੇ ਤਿੱਖੇ ਕਰ ਰਿਹਾ, ਜਦੋਂ ਦੰਦੇ ਤਿੱਖੇ ਕਰ ਰਿਹਾ ਤੇ ਮਤੀ ਦਾਸ ਕਹਿੰਦੇ ਤੂੰ ਵੀ ਦੰਦੇ ਤਿੱਖੇ ਕਰਕੇ ਕਾਇਮ ਹੋ ਜਾ। ਕਹਿੰਦੇ ਵੀ ਮੈਂ ਵੀ ਆਪਣਾ ਆਪ ਤਿੱਖਾ ਕਰ ਲਵਾਂ, ਆਪਣੇ ਮਨ ਨੂੰ ਤਿੱਖਾ ਕਰ ਲਾਂ। ਕਹਿਣ ਲੱਗਾ ਵੀ ਮੈਂ ਤਾਂ ਰੇਤੀ ਦੇ ਨਾਲ ਆਰੇ ਦੇ ਦੰਦੇ ਤਿੱਖੇ ਕਰਨੇ ਆ, ਤੂੰ ਕੀ ਤਿੱਖਾ ਕਰਨਾ। ਮਤੀ ਦਾਸ ਜੀ ਕਹਿੰਦੇ ਮੈਂ ਮਨ ਤਿੱਖਾ ਕਰਨਾ, ਗੁਰੂ ਦੀ ਬਾਣੀ ਪੜ੍ਹ ਕੇ ਵੀ ਮਨਾ ਤੂੰ ਵੀ ਤਿਆਰ ਬਰ ਤਿਆਰ ਕਾਇਮ ਹੋ ਜਾ। ਭਾਈ ਮਤੀ ਦਾਸ ਜੀ ਨੇ ਜਪ ਸਾਹਿਬ ਦਾ ਪਾਠ ਆਰੰਭ ਕਰਤਾ। ਜਦੋਂ ਪਾਠ ਹਜੇ ਆਰੰਭ ਨਹੀਂ ਕੀਤਾ ਸੀ, ਉਸ ਤੋਂ ਪਹਿਲਾਂ ਇਹਨਾਂ ਨੂੰ ਖਾਹਿਸ਼ ਪੁੱਛੀ ਗਈ। ਸ਼ੁਰੂ ਤੋਂ ਇਹ ਮਰਿਆਦਾ ਸੀ ਵੀ ਜਿਹੜਾ ਮਰਨ ਵਾਲਾ ਉਹਨੂੰ ਪੁੱਛਦੇ ਵੀ ਤੇਰੀ ਅੰਤਮ ਇੱਛਾ ਕੀ ਹੈ। ਕੇਵਲ ਮੌਤ ਦੀ ਸਜ਼ਾ ਕੈਂਸਲ ਨਹੀਂ ਸੀ ਹੋ ਸਕਦੀ ਜੋ ਮਿਲੀ ਹੋਵੇ, ਪਰ ਹੋਰ ਕੋਈ ਖਾਹਿਸ਼ ਹੋਵੇ ਉਹ ਪੂਰੀ ਕਰਦੇ ਸਨ। ਤਾਂ ਭਾਈ ਮਤੀ ਦਾਸ ਜੀ ਕਹਿਣ ਲੱਗੇ ਮੇਰੀ ਖਾਹਿਸ਼ ਤਾਂ ਕੋਈ ਨਹੀਂ ਹੈ, ਪਰ ਇੱਕ ਮਸਲਾ ਜੇ ਮੇਰਾ ਹੱਲ ਹੋਵੇ, ਜਦੋਂ ਸੀਸ ਮੇਰੇ ਉੱਤੇ ਫਿਰੇ ਆਰਾ, ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ, ਵੀ ਮੈਂ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਦੀ ਪਿੱਠ ਨਹੀਂ ਕੀਤੀ ਤੇ ਮੈਂ 9ਵੇਂ ਪਾਤਸ਼ਾਹ ਦੇ ਵੱਲ ਕਦੀ ਪਿੱਠ ਨਹੀਂ ਕੀਤੀ। ਜਦੋਂ ਮੇਰੇ ਸਿਰ ਤੇ ਆਰਾ ਚੱਲੇ ਤਾਂ ਸਾਹਮਣੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੰਜਰਾ ਹੋਵੇ ਤੇ ਮੈਨੂੰ 9ਵੇਂ ਪਾਤਸ਼ਾਹ ਦੇ ਦਰਸ਼ਨ ਹੋਣ। ਇਹ ਕਹਿ ਕੇ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਵੀ ਮੈਨੂੰ ਪਾਠ ਕਰ ਲੈਣ ਦਿਓ।
ਪਰ ਜਲਾਦ ਨੇ ਉਡੀਕਿਆ ਨਹੀਂ। ਹਜੇ ਅਸੰਖ ਜਪ ਵਾਲੀ ਪੌੜੀ ਤੇ ਆਏ ਸਨ। ਸਿਰ ਤੇ ਰੱਖਿਆ ਆਰਾ ਤੇ ਦੋਵਾਂ ਜਲਾਦਾਂ ਨੇ ਦੋਵੇਂ ਪਾਸਿਓਂ ਫੜ ਕੇ ਭਾਈ ਮਤੀ ਦਾਸ ਜੀ ਦੇ ਸੀਸ ਨੂੰ ਚੀਰ ਦਿੱਤਾ। ਗਰਦਨ ਤੋਂ ਧੜ ਤੋਂ ਚੀਰਦਿਆਂ ਹੋਇਆਂ ਸਾਰਾ ਸਰੀਰ ਚੀਰਿਆ ਗਿਆ। ਦੋ ਟੋਟੇ ਹੋ ਕੇ ਭਾਈ ਮਤੀ ਦਾਸ ਜੀ ਦਾ ਸਰੀਰ ਧਰਤੀ ਤੇ ਡਿੱਗ ਪਿਆ। ਪਰ ਕੀ ਵੇਖਦੇ ਨੇ ਲੋਕ ਵੀ ਸਰੀਰ ਦੇ ਦੋ ਟੋਟੇ ਹੋ ਗਏ ਨੇ, ਪਰ ਦੋਵਾਂ ਦੇ ਵਿੱਚੋਂ ਕੋਈ ਆਵਾਜ਼ ਆ ਰਹੀ ਹੈ। ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ ਤੇ ਜਦੋਂ ਭਾਈ ਸਾਹਿਬ ਜੀ ਨੇ ਇੱਥੋਂ ਤੀਕਰ ਆਵਾਜ਼ ਆਈ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਕਹਿੰਦਿਆਂ ਸਾਰ ਨਾਲ ਹੀ ਸਰੀਰ ਸ਼ਾਂਤ ਹੋ ਗਿਆ। ਭਾਈ ਮਤੀ ਦਾਸ ਜੀ ਗੁਰੂ ਸਾਹਿਬ ਜੀ ਤੋਂ ਕੁਰਬਾਨ ਹੋ ਗਏ, ਸਿੱਖੀ ਤੋਂ ਕੁਰਬਾਨ ਹੋ ਗਏ, ਆਪਣਾ ਆਪ ਸਤਿਗੁਰਾਂ ਦੇ ਉੱਤੋਂ ਵਾਰ ਦਿੱਤਾ। ਤਾਈਓ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਐਸੇ ਗੁਰੂ ਦੇ ਸਿੱਖ ਹਨ ਜਿਨ੍ਹਾਂ ਨੇ ਆਪਾ ਕੁਰਬਾਨ ਕੀਤਾ ਹੈ, ਕਹਿੰਦੇ ਵੀ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਮੰਗ ਲਿਆ ਕਰੋ। ਗੁਰੂ ਕੇ ਚਰਨਾਂ ਦੇ, ਗੁਰੂ ਕੇ ਸੇਵਕਾਂ ਦੇ ਚਰਨਾਂ ਦੀ ਧੂੜੀ ਮਿਲ ਜੇ, ਸਾਡਾ ਵੀ ਜੀਵਨ ਸਫਲ ਹੋ ਸਕਦਾ ਹੈ। ਜਿਵੇਂ ਭਾਈ ਮਤੀ ਦਾਸ ਦਾ ਸਰੀਰ ਚੀਰਿਆ ਗਿਆ, ਸ਼ਹਾਦਤ ਪ੍ਰਾਪਤ ਕੀਤੀ। ਭਾਈ ਦਿਆਲਾ ਜੀ ਨੇ ਕਹਿੰਦੇ ਉੱਥੇ ਚੌਂਕ ਵਿੱਚ ਉੱਚੀ ਆਵਾਜ਼ ਵਿੱਚ ਕਿਹਾ, ਇਹ ਭਾਈ ਮਤੀ ਦਾਸ ਦਾ ਸਰੀਰ ਨਹੀਂ ਚੀਰਿਆ ਗਿਆ, ਇਹ ਤੁਰਕੋ ਤੁਹਾਡੇ ਰਾਜ ਦੀਆਂ ਜੜ੍ਹਾਂ ਚੀਰੀਆਂ ਗਈਆਂ ਨੇ। ਤੁਸੀਂ ਭਾਈ ਮਤੀ ਦਾਸ ਦੇ ਸਰੀਰ ਤੇ ਆਰਾ ਨਹੀਂ ਫੇਰਿਆ, ਆਪਣੇ ਰਾਜ ਦੀਆਂ ਜੜ੍ਹਾਂ ਆਪ ਵੜ ਦਿੱਤੀਆਂ ਨੇ। ਕਾਜੀ ਤੇ ਹੋਰ ਜਿਹੜੇ ਉੱਥੇ ਸ਼ਾਹੀ ਬੰਦੇ ਬੜੇ ਔਖੇ ਹੋਏ ਕਿ ਵੀ ਬੜਾ ਬੋਲਦਾ ਹੈ। ਭਾਈ ਦਿਆਲੇ ਨੂੰ ਉਸੇ ਵੇਲੇ ਪਕੜ ਕੇ ਕਹਿੰਦੇ ਇਹਨੂੰ ਅੱਗ ਬਾਲ ਕੇ ਉਬਲਦੀ ਦੇਗ ਦੇ ਵਿੱਚ ਆਲੂ ਦੇ ਵਾਂਗ ਉਬਾਲ ਦਿੱਤਾ ਜਾਵੇ, ਫੇਰ ਵੇਖਦੇ ਆ ਵੀ ਕਿੱਦਾਂ ਬੋਲਦਾ ਹੈ। ਭਾਈ ਦਿਆਲਾ ਜੀ ਨੂੰ ਉਸੇ ਵੇਲੇ ਉਬਲਦੇ ਹੋਏ ਪਾਣੀ ਦੇ ਵਿੱਚ ਪਾ ਕੇ ਉਬਾਲਣ ਲੱਗੇ ਤੇ ਉਹਨਾਂ ਇੱਕੋ ਅਰਦਾਸ ਕੀਤੀ, ਹੇ ਗੁਰੂ ਅਰਜਨ ਦੇਵ ਪਾਤਸ਼ਾਹ, ਜਦੋਂ ਲਾਹੌਰ ਦੇ ਵਿੱਚ ਤੱਤੀਆਂ ਲੋਹਾਂ ਦੇ ਚੌਂਕੜਾ ਮਾਰਿਆ, ਤੁਹਾਨੂੰ ਦੇਗ ਵਿੱਚ ਵੀ ਉਬਾਲਿਆ ਗਿਆ, ਤੁਸੀਂ ਮਹਾਰਾਜ ਉਹ ਸਿਦਕ ਨਿਭਾਇਆ ਤੇ ਕਿਰਪਾ ਕਰਿਓ ਤੁਹਾਡਾ ਸਿੱਖ ਵੀ ਸਿਦਕ ਨਿਭਾ ਜਾਵੇ। ਸਾਧ ਸੰਗਤ, ਜਿਵੇਂ ਆਲੂ ਉਬਲਦਾ ਹੈ ਨਾ, ਐਵੇਂ ਭਾਈ ਦਿਆਲਾ ਜੀ ਦਾ ਸਰੀਰ ਪਾਣੀ ਵਿੱਚ ਉਬਲਿਆ, ਮਾਸ ਵੱਖਰਾ ਹੋ ਗਿਆ, ਹੱਡ ਵੱਖਰੇ ਹੋ ਗਏ, ਮਿੱਝ ਪਾਣੀ ਦੇ ਉੱਤੇ ਤੈਰਨ ਲੱਗ ਪਈ। ਸਿੱਖ ਨੇ ਉਹੀ ਮਰਿਆਦਾ ਨਾਲ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ। ਉਹਦੇ ਸਰੀਰ ਦੇ ਟੁਕੜਿਆਂ 'ਚੋਂ ਉਹਨਾਂ ਚਿਰ ਬਾਣੀ ਦੀ ਆਵਾਜ਼ ਆਉਂਦੀ ਰਹੀ, ਹਾਏ ਨਹੀਂ ਕਹੀ, ਗੁਰਬਾਣੀ ਦੀ ਆਵਾਜ਼ ਆਉਂਦੀ ਰਹੀ। ਤਾਂ ਸਮਾਪਤੀ ਜਦੋਂ ਹੋਈ, ਉਸ ਵੇਲੇ ਫੇਰ ਤੀਸਰੇ ਸਿੱਖ ਭਾਈ ਸਤੀ ਰਾਮ ਜੀ ਨੂੰ ਵੀ ਸ਼ਹੀਦ ਕਰਨ ਦਾ ਹੁਕਮ ਹੋਇਆ ਵੀ ਗੁਰੂ ਨੂੰ ਡਰਾਉਣਾ ਹੈ। ਇਹਨਾਂ ਦਾ ਮਕਸਦ ਇਹ ਹੈ ਵੀ ਗੁਰੂ ਡਰ ਜਾਏਗਾ, ਇਹੋ ਜੀ ਭਿਆਨਕ ਭਿਆਨਕ ਮੌਤ ਦਿਓ। ਇੱਕ ਨੂੰ ਵਿੱਚੋਂ ਚੀਰਿਆ, ਇੱਕ ਨੂੰ ਆਲੂ ਵਾਂਗ ਉਬਾਲਤਾ। ਕਹਿੰਦੇ ਇਹਨਾਂ ਲਈ ਕੀ ਹੁਕਮ ਹੈ? ਕਹਿਣ ਲੱਗੇ ਵੀ ਇਹਨਾਂ ਨੂੰ ਰੂੰ ਦੇ ਨਾਲ ਬੰਨ੍ਹ ਕੇ ਜਿਉਂਦਿਆਂ ਸਾੜ ਦਿੱਤਾ ਜਾਵੇ। ਤੇ ਭਾਈ ਸਤੀ ਰਾਮ ਦੇ ਸਰੀਰ ਦੇ ਦੁਆਲੇ ਰੂੰ ਲਪੇਟਿਆ ਰੱਸੀਆਂ ਨਾਲ, ਤੇ ਸਾਧ ਸੰਗਤ ਰੂੰ ਨੂੰ ਅੱਗ ਲਾਈ ਗਈ। ਉਹ ਪੰਕਤੀਆਂ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਉਹਨਾਂ ਬਚਨਾਂ ਨੂੰ ਸਿੱਖ ਨੇ ਸੱਚਾ ਕਰ ਦਿੱਤਾ। ਉਹਦੇ ਅਰਥ ਜਿਹੜੇ ਨੇ, ਕਈ ਪੰਕਤੀਆਂ ਐਸੀਆਂ ਨੇ ਜਿਹਦੇ ਅਰਥ ਗੱਲਾਂ ਦੇ ਨਾਲ ਨਹੀਂ ਹੋ ਸਕਦੇ, ਉਹ ਸਮੇਂ ਦੇ ਨਾਲ ਹੁੰਦੇ ਨੇ। ਉਹ ਗੁਰੂ ਕੇ ਪਿਆਰਿਆਂ ਨੇ ਕਈ ਵਾਰ ਕਰ ਕਰਕੇ ਵਿਖਾਏ। ਉਹਨਾਂ 'ਚੋਂ ਭਾਈ ਸਤੀ ਰਾਮ ਇੱਕ ਹੈ। ਰੂੰ ਜਿਹੜਾ ਹੈ ਨਾ, ਤੁਹਾਨੂੰ ਪਤਾ ਹੋਵੇਗਾ, ਇੱਕ ਰਾਂ ਭਾਂਬੜ ਵਾਂਗ ਨਹੀਂ ਮੱਚਦਾ, ਜਦੋਂ ਅੱਗ ਲਾਈਏ ਧੁਖ ਧੁਖ ਕੇ ਮੱਚਦਾ ਹੈ। ਤੇ ਭਾਂਬੜ ਮੱਚ ਜਾਣਾ ਇੱਕ ਹੋਰ ਗੱਲ ਹੈ ਵੀ ਘੇਰਾ ਭਾਂਬੜ ਮਚਿਆ ਤੇ ਸਰੀਰ ਦਾ ਅੰਤ ਹੋ ਗਿਆ, ਪਰ ਰੂਹ ਧੁਖ ਧੁਖ ਕੇ ਮਚਿਆ। ਭਾਈ ਸਤੀ ਰਾਮ ਜੀ ਦੇ ਸਰੀਰ ਨੂੰ ਦੁੱਖ ਦਿੱਤੇ, ਕਸ਼ਟ ਦਿੱਤੇ। ਕਿੰਨਾ ਕਸ਼ਟ ਆਇਆ ਹੋਊਗਾ, ਜਿਉਂ-ਜਿਉਂ ਰੂਹ ਧੁਖਦਾ ਹੋਵੇਗਾ। ਸਰੀਰ ਤੇ ਕਸ਼ਟ ਤਾਂ ਆਇਆ, ਪਰ ਵੱਖਰੀ ਗੱਲ ਹੈ ਵੀ ਉਹ ਗੁਰਸਿੱਖ ਨੇ ਮੰਨਿਆ ਨਹੀਂ। ਗੁਰਬਾਣੀ ਦਾ ਉਹੀ ਪਾਠ ਕਰਦਿਆਂ ਹੋਇਆਂ ਭਾਈ ਸਤੀ ਰਾਮ ਜੀ ਨੇ ਵੀ ਸ਼ਹਾਦਤ ਪ੍ਰਾਪਤ ਕੀਤੀ। ਜਦੋਂ ਉਹਨਾਂ ਦਾ ਸਰੀਰ ਧੁਖ ਧੁਖ ਕਰਕੇ ਸੰਪੂਰਨ ਸਰੀਰ ਦਾ ਜਿਉਂਦਿਆਂ ਦਾ ਸੰਸਕਾਰ ਹੋ ਗਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਕਿਹਾ, ਧੰਨ ਸਿੱਖੀ, ਸ਼ਾਬਾਸ਼ ਗੁਰ ਸਿੱਖੋ, ਸ਼ਾਬਾਸ਼। ਮਹਾਰਾਜ ਨੇ ਥਾਪੜਾ ਦਿੱਤਾ ਤੇ ਐਸੇ ਗੁਰ ਸਿੱਖਾਂ ਦੀ ਜਿਹੜੀ ਧੂੜ ਹੈ, ਉਹ ਧੂੜੀ ਵਾਸਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਵੀ ਐਸੇ ਗੁਰ ਸਿੱਖਾਂ ਦੀ ਚਰਨ ਧੂੜ ਮਿਲੇ, ਅਸੀਂ ਪਾਪੀ ਵੀ ਤਰ ਜਾਈਏ।
ਇਹ ਤਾਂ ਵੇਖਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾਉਣਾ ਹੈ। ਫਿਰ ਕਹਿਣ ਲੱਗੇ ਦੱਸੋ ਹੁਣ ਤੁਹਾਡਾ ਕੀ ਫੈਸਲਾ ਹੈ। ਪਹਿਲਾਂ ਕਹਿੰਦੇ ਸੀ ਵੀ ਅਸੀਂ ਮਰਨ ਵਾਸਤੇ ਤਿਆਰ ਹਾਂ, ਹੁਣ ਮਰਨ ਦਾ ਸਵਾਦ ਵੇਖਿਆ ਕਿਵੇਂ ਤੜਫ ਤੜਫ ਮਰੇ ਨੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜੇ ਮੇਰੇ ਸਿੱਖ ਨਹੀਂ ਸਿਦਕੋਂ ਡੋਲੇ ਤੇ ਫਿਰ ਗੁਰੂ ਕਿਵੇਂ ਡੋਲ ਜੂਗਾ। ਭੁਲੇਖਾ ਕਿਹੜਾ ਤੁਹਾਨੂੰ, ਜੇ ਮੇਰੇ ਸਿੱਖਾਂ ਨੇ ਇੱਕ ਵਾਰ ਇਹ ਨਹੀਂ ਆਖਿਆ ਵੀ ਅਸੀਂ ਤੁਹਾਡੇ ਕੋਲੋਂ ਜਾਨ ਬਖਸ਼ੀ ਮੰਗਦੇ ਹਾਂ, ਤੁਹਾਡੇ ਅੱਗੇ ਮੇਰੇ ਸਿੱਖਾਂ ਨੇ ਹੱਥ ਨਹੀਂ ਜੋੜੇ ਤੇ ਫਿਰ ਸਾਡੇ ਕੋਲ ਕਿਵੇਂ ਉਮੀਦ ਰੱਖਦੇ ਹੋ। ਹੁਕਮ ਹੋਇਆ ਫਿਰ ਉਸੇ ਵੇਲੇ ਫਤਵਾ ਜਾਰੀ ਕੀਤਾ ਵੀ ਇਹਨਾਂ ਨੂੰ ਦੁਪਹਿਰ ਵੇਲੇ ਕੱਲ੍ਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਜਾਵੇ। ਤੇ ਸ਼ਹੀਦ ਇਵੇਂ ਕੀਤਾ ਜਾਏਗਾ ਵੀ ਕਿਰਪਾਨ ਦੇ ਇੱਕੇ ਵਾਰ ਦੇ ਨਾਲ ਧੜ ਦੇ ਨਾਲੋਂ ਸਿਰ ਇਹਨਾਂ ਦਾ ਕੱਟਿਆ ਜਾਵੇ ਤੇ ਢੰਡੋਰਾ ਫਰਾ ਦਿੱਤਾ ਸਾਰੇ ਦਿੱਲੀ ਸ਼ਹਿਰ 'ਚ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਹੁੰਦਿਆਂ ਵੇਖਣਾ ਹੈ। ਬਾਗੀਆਂ ਦੀ ਹਾਲਤ ਕੀ ਹੁੰਦੀ ਆ ਉਹ ਆ ਕਰਕੇ ਚਾਂਦਨੀ ਚੌਂਕ ਦੇ ਵਿੱਚ ਵੇਖੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉੱਠੇ ਅੱਜ ਅੰਮ੍ਰਿਤ ਵੇਲੇ, ਜਿਵੇਂ ਰੋਜ਼ ਸਤਿਗੁਰੂ ਸਾਹਿਬ ਉੱਠਦੇ ਆ। ਸਤਿਗੁਰੂ ਗਰੀਬ ਨਵਾਜ ਨੂੰ ਪੁੱਛਿਆ ਵੀ ਕੋਈ ਖਾਸ, ਕਹਿੰਦੇ ਖਾਸ ਇਹੀ ਹੈ ਵੀ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ ਸ਼ਹੀਦ ਹੋਣ ਤੋਂ ਪਹਿਲਾਂ। ਉੱਥੇ ਖੂਹ ਹੈ ਸੀਸਗੰਜ, ਹੁਣ ਵੀ ਉਹਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈ ਹੇਠਾਂ। ਉੱਥੇ ਮਹਾਰਾਜ ਸਾਹਿਬ ਨੇ ਉਸ ਖੂਹੀ ਦੇ ਵਿੱਚੋਂ ਇਸ਼ਨਾਨ ਕੀਤਾ, ਨਵੇਂ ਵਸਤਰ ਪਹਿਨੇ ਨੇ, ਬੋੜ ਦੇ ਥੜੇ ਤੇ ਬੈਠ ਕੇ ਕਹਿਣ ਲੱਗੇ ਵੀ ਜਦੋਂ ਅਸੀਂ ਇੱਥੇ ਬੈਠੇ ਕੁਝ ਸਮਾਂ ਪਾਠ ਕਰਨਾ ਤੇ ਜਲਾਲੁਦੀਨ ਸਮਾਣੇ ਦਾ ਉਹਨੂੰ ਕਹਿੰਦੇ ਜਦੋਂ ਅਸੀਂ ਆਪਣੇ ਹੱਥ ਜੋੜ ਕੇ ਤੇ ਸਿਰ ਝੁਕਾਈਏ, ਕਹਿੰਦੇ ਆਪਣਾ ਵਾਰ ਤੂੰ ਉਦੋਂ ਕਰੀ। ਗੁਰੂ ਤੇਗ ਬਹਾਦਰ ਸਾਹਿਬ ਨੇ ਇਤਿਹਾਸ ਕਹਿੰਦਾ 5 ਜਪ ਸਾਹਿਬ ਦੇ ਪਾਠ ਕੀਤੇ, 5 ਜਪਜੀ ਸਾਹਿਬ ਦੇ ਪਾਠ ਕਰਕੇ ਫਿਰ ਅਰਦਾਸ ਕੀਤੀ ਹੈ ਅਕਾਲ ਪੁਰਖ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਮੈਂ ਇਹਨਾਂ ਦੁਖੀਆਂ ਦੀ ਬਾਹ ਫੜੀ ਸੀ ਤੁਹਾਡਾ ਆਸਰਾ ਲੈ ਕੇ ਤੇ ਉਸ ਵਾਸਤੇ ਹੁਣ ਆਪਾਂ ਕੁਰਬਾਨ ਕਰਨ ਲੱਗਾ ਏ। ਗਰੀਬ ਨਵਾਜ਼ ਸਤਿਗੁਰੂ ਜੀ ਉਹ ਪਿੱਛੋਂ ਸਿੱਖਾਂ ਦੇ ਉੱਤੇ, ਇਹਨਾਂ ਮਜ਼ਲੂਮ ਗਰੀਬ ਲੋਕਾਂ ਦੇ ਉੱਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਅਰਦਾਸਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰ ਝੁਕਾਇਆ। ਉਹ ਜਲਾਦ ਜਿਹੜਾ ਪਹਿਲਾਂ ਹੀ ਤਿਆਰ ਖਲੋਤਾ ਸੀ ਉਹਨੇ ਪੂਰੇ ਜ਼ੋਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗਰਦਨ ਤੇ ਵਾਰ ਕੀਤਾ। ਇੱਕੇ ਵਾਰ ਦੇ ਨਾਲ ਸਤਿਗੁਰੂ ਸਾਹਿਬ ਜੀ ਦਾ ਸਰੀਰ ਦੇ ਧੜ ਦੇ ਨਾਲੋਂ ਸੀਸ ਅਲੱਗ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਿਮਾ ਬਾਰੇ 10ਵੇਂ ਪਾਤਸ਼ਾਹ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸਤਿਗੁਰੂ ਸਾਹਿਬ ਜੀ ਨੇ ਸਿਰ ਆਪਣਾ ਦੇ ਦਿੱਤਾ ਪਰ ਮੁਖੋਂ ਸੀ ਨਹੀਂ ਆਖੀ। ਸਤਿਗੁਰੂ ਸਾਹਿਬ ਜੀ ਨੇ ਆਪਾ ਕੁਰਬਾਨ ਕਰ ਦਿੱਤਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਦੋਹਰਾ ਠੀਕ ਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੁ ਆਨ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਦੁਪਹਿਰ ਦੇ ਸਮੇਂ 12 ਵਜੇ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਹਿੰਦੂ ਧਰਮ ਦੀ ਬਾਹ ਫੜੀ। ਧਰਮ ਦੀ ਰੱਖਿਆ ਵਾਸਤੇ ਆਪਾਂ ਕੁਰਬਾਨ ਕਰ ਦਿੱਤਾ। ਜਦੋਂ ਸਤਿਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ, ਲਾਲ ਰੰਗ ਦੀਆਂ ਹਨੇਰੀਆਂ ਵਗੀਆਂ, ਹਫੜਾ ਦਫੜੀ ਮਚ ਗਈ। ਉਸ ਵੇਲੇ ਜੋ ਭਾਈ ਜੈਤਾ ਜਿਹਨੂੰ ਪਹਿਲਾਂ ਹੀ ਗੁਰਾਂ ਦਾ ਆਦੇਸ਼ ਹੋਇਆ ਸੀ, ਮਹਾਰਾਜ ਸਾਹਿਬ ਜੀ ਦਾ ਸੀਸ ਇਹਨੇ ਆਪਣੀ ਝੋਲੀ ਦੇ ਵਿੱਚ ਪਾ ਲਿਆ ਅੱਖ ਬਚਾ ਕੇ ਤੇ ਵਿਖੜੇ ਪੈਂਡੇ ਤੈਅ ਕਰਦਾ ਹੋਇਆ ਦਿੱਲੀ ਤੋਂ ਆਨੰਦਪੁਰ ਸਾਹਿਬ ਨੂੰ ਚੱਲ ਪਿਆ। ਤੇ ਗੁਰੂ ਸਾਹਿਬ ਜੀ ਦਾ ਜਿਹੜਾ ਧੜ ਹੈ ਉਹ ਭਾਈ ਲੱਖੀ ਸ਼ਾਹ ਵਣਜਾਰੇ ਨੇ 1000 ਗੱਡਿਆਂ ਦਾ ਉੱਥੇ ਭੀੜ ਭੜੱਕਾ ਪਾ ਕੇ ਰੂਹ ਦੇ ਵਿੱਚ ਲਪੇਟ ਕੇ ਸਤਿਗੁਰਾਂ ਦਾ ਪਵਿੱਤਰ ਧੜ ਆਪਣੇ ਘਰੇ ਲੈ ਕੇ ਆਇਆ
ਤੇ ਘਰ ਦੇ ਵਿੱਚ ਹੀ ਅੰਗੀਠਾ ਤਿਆਰ ਕਰਕੇ ਵੀ ਮਤਾਂ ਕੋਈ ਆਖੇ ਵੀ ਇਹ ਕਿਹਦਾ ਸੰਸਕਾਰ ਕਰ ਰਿਹਾ ਏ। ਸਾਰੇ ਘਰ ਨੂੰ ਹੀ ਜਪਜੀ ਸਾਹਿਬ ਤੇ ਸੋਹਲਾ ਸਾਹਿਬ ਦਾ ਪਾਠ ਕਰਕੇ ਗੁਰਸਿੱਖ ਨੇ ਅੱਗ ਲਾ ਦਿੱਤੀ। ਤੇ ਜਿੰਨਾ ਚਿਰ ਅੱਧਾ ਕੁ ਸੰਸਕਾਰ ਨਹੀਂ ਨਾ ਹੋਇਆ ਅੰਦਾਜ਼ੇ ਨਾਲ, ਉਹਨਾਂ ਚਿਰ ਇਹ ਸਿੱਖ ਨੇ ਅੱਗ ਬੁਝਾਉਣ ਦਾ ਵੀ ਰੌਲਾ ਨਹੀਂ ਪਾਇਆ। ਤੇ ਜਦੋਂ ਵੇਖਿਆ ਨਾ ਵੀ ਹੁਣ ਅੱਧਾ ਮਹਾਰਾਜ ਦੇ ਸਰੀਰ ਦਾ ਸੰਸਕਾਰ ਹੋ ਗਿਆ ਹੋਵੇਗਾ, ਫਿਰ ਗੁਰਸਿੱਖ ਨੇ ਰੌਲਾ ਪਾਇਆ, ਲੋਕੋ ਮੇਰੇ ਘਰ ਨੂੰ ਅੱਗ ਲੱਗ ਗਈ ਹੈ। ਜਿੰਨੇ ਨੂੰ ਲੋਕ ਆਉਂਦੇ, ਜਿੰਨੇ ਨੂੰ ਕਿਸੇ ਨੇ ਅੱਗ ਬੁਝਾਉਣੀ ਸੀ, ਮਹਾਰਾਜ ਸਾਹਿਬ ਦੇ ਪਵਿੱਤਰ ਸਰੀਰ ਦਾ ਸੰਸਕਾਰ ਹੋ ਗਿਆ। ਬਾਹਰ ਖਲੋਤਾ ਭਾਈ ਲਖੀ ਸ਼ਾਹ ਬਣਜਾਰਾ ਰੋਂਦਾ ਏ, ਅੱਖਾਂ 'ਚੋਂ ਜਲ ਵਹਿ ਰਿਹਾ ਏ। ਇਹਦੇ ਅੰਦਰ ਤਾਂ ਵੈਰਾਗ ਹੈ ਵੀ ਮੇਰੇ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਹੋਇਆ ਤੇ ਪਾਤਸ਼ਾਹ ਜੀ ਸਾਨੂੰ ਛੱਡ ਕੇ ਚਲੇ ਗਏ। ਲੋਕ ਸਮਝਦੇ ਆ ਵੀ ਘਰ ਸੜ ਗਿਆ ਤਾਂ ਰੋਂਦਾ ਹੈ। ਉਹ ਇੱਕੋ ਇੱਕ ਘਰ ਹੈ ਦਿੱਲੀ ਸ਼ਹਿਰ ਦੇ ਵਿੱਚ ਭਾਈ ਲਖੀ ਸ਼ਾਹ ਬਣਜਾਰਾ ਦਾ, ਜਿੱਥੇ ਲੱਖਾਂ ਹੀ ਸਿੱਖ ਜੀ ਦੀ ਸਰਦਲ ਤੇ ਆ ਕੇ ਸਿਰ ਝੁਕਾਉਂਦੇ ਨਮਸਕਾਰਾਂ ਕਰਦੇ ਨੇ। ਉਹ ਫਿਰ ਪਾਵਨ ਸਥਾਨ ਮਹਾਰਾਜ ਦੇ ਅਸਤ ਸੰਭਾਲੇ, ਉੱਥੇ ਥੱਲੇ ਗਾਗਰ ਦੱਬ ਦਿੱਤੀ ਸੀ ਜੋ ਸਰਦਾਰ ਬੰਘੇਲ ਸਿੰਘ ਨੇ ਫਿਰ ਜਾ ਕੇ ਮਹਾਰਾਜ ਦੇ ਅਸਥ ਜਿਹੜੇ ਸਨ ਉਹ ਪ੍ਰਵਾਹ ਕੀਤੇ ਜਲ ਦੇ ਵਿੱਚ ਤੇ ਅਸਥਾਨ ਉਸਾਰਿਆ। ਇੱਧਰ ਭਾਈ ਜੈਤਾ ਜੀ, ਜਵਾਨੀ ਦੀ ਉਮਰ ਵੀ ਪੂਰੀ ਨਹੀਂ ਹੈ, ਦਿੱਲੀ ਤੋਂ ਜਦੋਂ ਅਨੰਦਪੁਰ ਸਾਹਿਬ ਨੂੰ ਆਏ ਨਾ ਸਾਧ ਸੰਗਤ ਜੀ, ਰਸਤੇ ਦੇ ਵਿੱਚ ਵੀ ਇੱਕ ਅਚਰਜ ਘਟਨਾ ਹੋਈ। ਤਰਾਵੜੀ ਨਗਰ ਹੈ ਹੁਣ ਹਰਿਆਣੇ ਵਿੱਚ। ਜਦੋਂ ਇੱਥੇ ਕੋ ਪਹੁੰਚੇ, ਇੱਥੇ ਇੱਕ ਦੇਵਾ ਰਾਮ ਧੋਬੀ ਰਹਿੰਦਾ ਸੀ, ਸਰਕਾਰੀ ਕਰਮਚਾਰੀਆਂ ਦੇ ਕੱਪੜੇ ਧੋਣ ਦਾ ਕੰਮ ਕਰਦਾ। ਇੱਕ ਅਨੰਦਪੁਰ ਸਾਹਿਬ ਆਇਆ ਏ ਤੇ ਦੀਵਾਨ ਸਜਿਆ ਹੋਇਆ ਸੀ, ਉੱਠ ਕੇ ਖਲੋ ਗਿਆ। ਅੱਗੇ ਆਇਆ ਤਾਂ ਫੇਰ ਪਿਛਾਂ ਮੁੜ ਗਿਆ ਤੇ ਬਹਿ ਗਿਆ। 2 ਵਾਰ ਇਹਨੇ ਇਦਾਂ ਕੀਤਾ। ਤੀਸਰੀ ਵਾਰ ਉੱਠ ਕੇ ਖਲੋਤਾ ਤੇ ਵਾਪਸ ਮੁੜ ਕੇ ਬਹਿਣ ਲੱਗਾ। ਨਵੇਂ ਪਾਤਸ਼ਾਹ ਆਵਾਜ਼ ਮਾਰ ਲਈ। ਸਾਹਿਬ ਜੀ ਕਹਿਣ ਲੱਗੇ, ਸਿੱਖਾ ਕੀ ਗੱਲ ਹੈ ਵੀ ਤੂੰ 3 ਵਾਰ ਉੱਠਿਆ ਏ, ਸਾਡੇ ਵੱਲ ਆਉਂਦਾ ਫਿਰ ਮੁੜ ਜਾਂਦਾ ਏ। ਕਹਿਣ ਲੱਗਾ, ਕੁਝ ਨਹੀਂ ਮਹਾਰਾਜ, ਜਦੋਂ ਮੈਂ ਉੱਠਦਾ ਏ ਨਾ ਮੈਨੂੰ ਆਪਣੀ ਗਰੀਬੀ ਚੇਤੇ ਆ ਜਾਂਦੀ ਹੈ, ਮੈਨੂੰ ਆਪਣਾ ਘਰ ਚੇਤੇ ਆ ਜਾਂਦਾ। ਮਹਾਰਾਜ ਕਹਿੰਦੇ, ਉਹ ਕਿਉਂ? ਪਾਤਸ਼ਾਹ ਮੈਂ ਤੁਹਾਡੇ ਚਰਨ ਆਪਣੇ ਘਰ ਵਿੱਚ ਪਾਉਣੇ ਚਾਹੁੰਦਾ ਹਾਂ। ਫਿਰ ਮਨ ਚਾਹੁੰਦਾ, ਦਇਆ ਰਾਮਾ ਤੇਰੇ ਵਰਗਾ ਗਰੀਬ ਤੇਰੇ ਘਰ ਦੇ ਵਿੱਚ ਗੁਰੂ ਕਿਵੇਂ ਆ ਸਕਦਾ ਹੈ। ਜਦੋਂ ਇਹਨੇ ਕਿਹਾ, ਮਹਾਰਾਜ ਤੁਹਾਡੇ ਦਰਸ਼ਨ ਆਪਣੇ ਘਰ ਵਿੱਚ ਕਰਨਾ ਚਾਹੁੰਦਾ ਮੈਂ। ਸਾਹਿਬ ਕਹਿੰਦੇ, ਸਿਖਾਵਾਂਗੇ, ਹਜੇ ਬੜੀ ਜ਼ਿੰਮੇਵਾਰੀਆਂ ਨੇ, ਸਮਾਂ ਆਵੇਗਾ ਜ਼ਿੰਮੇਵਾਰੀਆਂ ਨਿਭਾ ਕੇ ਤੇਰੇ ਕੋਲ ਜ਼ਰੂਰ ਆਵਾਂਗੇ। ਇਹ ਉਡੀਕ ਕਰਦਾ ਏ ਰੋਜ਼। ਸਮੇਂ ਨੇ ਪਲਟਾ ਲਿਆ, ਇਹਨੂੰ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਲੇ ਗਏ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ, ਸਿਪਾਹੀਆਂ ਕੋ ਸੁਣਦਾ ਹੈ। ਫਿਰ ਪਤਾ ਲੱਗ ਗਿਆ ਆਗਰੇ ਗ੍ਰਿਫਤਾਰ ਹੋ ਗਏ ਨੇ ਤੇ ਬੜਾ ਪਛਤਾਉਂਦਾ ਹੈ। ਕਹਿੰਦਾ ਵੀ ਪਹਿਲਾਂ ਤਾਂ ਉਡੀਕ ਸੀ ਵੀ ਆਨੰਦਪੁਰੋਂ ਤੁਰੇ ਹੈ, ਮੇਰੇ ਵੱਲੋਂ ਹੋ ਕੇ ਜਾਣਗੇ, ਸਤਿਗੁਰੂ ਸਾਹਿਬ ਦਰਸ਼ਨ ਦੇ ਜਾਣਗੇ। ਜਦੋਂ ਗ੍ਰਿਫਤਾਰੀ ਦਾ ਸੁਣਿਆ ਹੋਰ ਪਛਤਾਉਂਦਾ ਏ। ਸਿਪਾਹੀਆਂ ਕੋ ਖਬਰ ਇਹ ਵੀ ਮਿਲੀ ਵੀ 3 ਸਿੱਖ ਸ਼ਹੀਦ ਕਰ ਦਿੱਤੇ ਗਏ ਨੇ। ਅਖੀਰ ਇਹਨੂੰ ਪਤਾ ਲੱਗ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਦੇ ਨਾਲੋਂ ਸਿਰ ਅਲੱਗ ਕਰ ਦਿੱਤਾ ਗਿਆ। ਇਹ ਸਿਪਾਹੀਆਂ ਕੋ ਸੁਣਦਾ ਰਹਿੰਦਾ ਹੈ। ਉਸ ਵੇਲੇ ਬਹੁਤਾ ਦੁਖੀ ਹੋਇਆ। ਕਹਿਣ ਲੱਗਾ, ਉਹ ਦਇਆ ਰਾਮਾ ਤੂੰ ਐਵੇਂ ਆਪਣੀ ਜ਼ਬਾਨ ਦਾ ਸਵਾਦ ਗਵਾਇਆ। ਉਹ ਤੇਰੇ ਕਰਮ ਇਹੋ ਜਿਹੇ ਹੈਗੇ ਸਨ ਵੀ ਗੁਰੂ ਤੇਰੇ ਘਰੇ ਆਉਂਦਾ। ਗੁਰੂ ਸਾਹਿਬ ਤਾਂ ਹੁਣ ਸ਼ਹੀਦ ਹੋ ਗਏ ਨੇ, ਪਰ ਕਹਿੰਦਾ ਏ ਵੀ ਮੈਂ ਮਿਲੇ ਕੋਈ ਗੁਰੂ ਕਾ ਸਿੱਖ ਪੁੱਛਾਂ ਉਹਨੂੰ ਵੀ ਜੇ ਗੁਰੂ ਵਾਅਦਾ ਕਰੇ ਤਾਂ ਆਪਣਾ ਵਾਅਦਾ ਨਿਭਾਉਂਦਾ ਨਹੀਂ ਹੈ। ਸਿੱਖ ਮਿਲੇ। ਕਹਿਣ ਲੱਗਾ, ਸਿੱਖਾ ਇੱਕ ਗੱਲ ਦੱਸ, ਜੇ ਗੁਰੂ ਕਿਸੇ ਨਾਲ ਇਕਰਾਰ ਕਰੇ ਕਿ ਗੁਰੂ ਇਕਰਾਰ ਨਿਭਾਉਂਦਾ ਹੈ ਜਾਂ ਨਹੀਂ ਨਿਭਾਉਂਦਾ? ਉਹ ਕਹਿਣ ਲੱਗੇ, ਜਿਹੜਾ ਇਕਰਾਰ ਗੁਰੂ ਕਰੇ ਉਹ ਜ਼ਰੂਰ ਨਿਭਾਉਂਦਾ ਹੈ। ਪਰ ਇਹ ਸੋਚਦਾ, ਕਹਿੰਦੇ ਨਹੀਂ, ਕਦੀ ਕਦੀ ਇੱਦਾਂ ਵੀ ਹੋ ਜਾਂਦਾ ਇਕਰਾਰ ਨਹੀਂ ਵੀ ਨਿਭਾਉਂਦਾ। ਦੁਖੀ ਹੈ, ਘਰ ਦੇ ਬਾਹਰ ਖਲੋਤਾ ਏ, ਹਨੇਰਾ ਹੋ ਗਿਆ ਏ, ਵੇਖ ਰਿਹਾ ਵੀ ਕੋਈ ਛਾਬੜੀ ਵਾਲਾ ਆ ਰਿਹਾ ਹੈ, ਵੀ ਸੌਦਾ ਵੇਚਣ ਵਾਲਾ ਲੱਗਦਾ। ਭਾਈ ਜੈਤਾ ਜੀ ਆ ਰਹੇ ਸਨ, ਸਿਰ ਤੇ ਛਾਬੜੀ ਹੈ। ਤੇ ਫਿਰ ਕਹਿੰਦਾ ਇਹ ਨੇੜੇ ਹੋ ਕੇ ਵੇਖਿਆ ਵੀ ਜੇ ਕੋਈ ਸੌਦੇ ਵਾਲਾ ਹੈ, ਆਵਾਜ਼ ਤਾਂ ਕੋਈ ਨਹੀਂ ਦਿੰਦਾ। ਨੇੜੇ ਆਇਆ, ਵੇਖਿਆ ਵੀ ਬਸਤਰ ਫਟੇ ਨੇ, ਪੈਰ ਨੰਗੇ ਨੇ, ਪੈਰਾਂ ਦੇ ਵਿੱਚੋਂ ਝਰੀਟਾਂ ਵੱਜ-ਵੱਜ ਕੇ ਲਹੂ ਨਿਕਲ ਰਿਹਾ ਹੈ ਵੀ ਇਹ ਮੇਰੇ ਵਰਗਾ ਕੋਈ ਗਰੀਬ ਵਿਚਾਰਾ ਸੌਦਾ ਵੇਚਣ ਵਾਲਾ, ਕੋਈ ਗਰੀਬ ਜਾਪਦਾ ਹੈ। ਨੇੜੇ ਆਇਆ, ਕਹਿਣ ਲੱਗੇ, ਭਲਿਆ ਕੁਝ ਚਾਹੀਦਾ? ਭਾਈ ਜੈਤਾ ਜੀ ਕਹਿਣ ਲੱਗੇ, ਤਿਹਾ ਬੜੀ ਲੱਗੀ ਹੈ, ਪਾਣੀ ਪੀਣਾ ਹੈ। ਆਪਣੇ ਘਰ ਵਿੱਚ ਲੈ ਆਏ। ਜਦੋਂ ਘਰ ਵਿੱਚ ਲਿਆਂਦਾ ਤੇ ਦੇਵਾ ਰਾਮ ਨੇ ਮਹਾਰਾਜ ਲਈ ਇੱਕ ਤਖਤ ਪੋਸ਼ ਤਿਆਰ ਕੀਤਾ ਸੀ ਵੀ ਜਦੋਂ ਗੁਰੂ ਸਾਹਿਬ ਆਉਣਗੇ ਨਾ ਵੀ ਇਹ ਤਖਤ ਪੋਸ਼ ਤੇ ਮਹਾਰਾਜ ਨੂੰ ਬਿਰਾਜਮਾਨ ਕਰਾਂਗਾ। ਉੱਤੇ ਇੱਕ ਖੇਸ ਬਣਾ ਕੇ ਪਾਇਆ ਸੀ
ਤੇ ਉਹਦੇ ਉੱਤੇ ਆਪ ਨਹੀਂ ਬਹਿੰਦਾ, ਨਾ ਕਿਸੇ ਨੂੰ ਬਹਿਣ ਦਿੰਦਾ। ਥੋੜ੍ਹੇ ਜਿਹੇ ਦਾਣੇ ਇਕੱਠੇ ਕਰਕੇ ਰੱਖੇ ਸਨ ਵੀ ਜਦੋਂ ਗੁਰੂ ਸਾਹਿਬ ਆਉਣਗੇ ਇਹ ਅੰਨ ਪੀ ਕੇ ਤੇ ਉਹਨਾਂ ਨੂੰ ਭੋਜਨ ਛਕਾਵਾਂਗਾ। ਭਾਈ ਜੈਤਾ ਜੀ ਇਸ ਦੇਵਾ ਰਾਮ ਦੇ ਘਰ ਵਿੱਚ ਤਰਾਵੜੀ ਨਗਰ 'ਚ ਆਏ ਤੇ ਉਹਨਾਂ ਆਉਂਦਿਆਂ ਹੀ ਜਿਹੜਾ ਉਹ ਸੀਸ ਮਹਾਰਾਜ ਦਾ ਉੱਪਰ ਛਾਬੇ ਵਿੱਚ ਪਿਆ ਸੀ ਉਹ ਉਸ ਤਖਤ ਪੋਸ਼ 'ਤੇ ਰੱਖ ਦਿੱਤਾ। ਜਦੋਂ ਤਖਤ ਪੋਸ਼ 'ਤੇ ਸੀਸ ਰੱਖਿਆ, ਛਾਬੜੀ ਰੱਖੀ ਤੇ ਦੇਵਾ ਰਾਮ ਜਿਹੜਾ ਸੀ ਨਾ ਧੋਬੀ ਇੱਕਦਮ ਕਹਿੰਦੇ ਪੈ ਗਿਆ, ਕਹਿਣ ਲੱਗਾ ਛਾਬੜੀ ਵਾਲਿਆ ਤੈਨੂੰ ਘਰ ਦੇ ਵਿੱਚ ਲੈ ਕੇ ਆਇਆ, ਚੁੱਕ ਆਪਣੀ ਛਾਬੜੀ ਥੱਲੇ ਰੱਖ। ਇਹ ਤਖਤ ਪੋਸ਼ ਮੇਰੇ ਉਸ ਗੁਰੂ ਵਾਸਤੇ ਮੈਂ ਬਣਾਇਆ ਜਿਹੜਾ ਗੁਰੂ ਵਾਅਦਾ ਕਰਕੇ ਮੇਰੇ ਕੋਲ ਨਹੀਂ ਆਇਆ, ਪਰ ਤੂੰ ਇਹ ਮੇਰੇ ਗੁਰੂ ਦੇ ਤਖਤ ਪੋਸ਼ ਦੇ ਉੱਤੋਂ ਆਪਣਾ ਸਮਾਨ ਚੁੱਕ ਲੈ। ਭਾਈ ਜੈਤਾ ਜੀ ਕਹਿਣ ਲੱਗੇ, ਉਹਨੇ ਫੇਰ ਆਖਿਆ ਦੁਬਾਰਾ ਵੀ ਤੂੰ ਆਪਣਾ ਸਮਾਨ ਚੁੱਕਦਾ ਨਹੀਂ ਹੈ। ਤੇ ਭਾਈ ਜੈਤਾ ਜੀ ਕਹਿੰਦੇ ਇਹ ਦੱਸ ਤੂੰ ਕਿਹੜੇ ਗੁਰੂ ਦੀ ਗੱਲ ਕਰਦਾ ਹੈ ਤੇ ਗੁਰੂ ਨੇ ਕੀ ਤੇਰੇ ਨਾਲ ਵਾਅਦਾ ਕੀਤਾ ਸੀ? ਕਹਿਣ ਲੱਗਾ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦਾ ਤੇ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਤੇਰੇ ਘਰੇ ਆਵਾਂਗੇ, ਤੈਨੂੰ ਦਰਸ਼ਨ ਦੇਵਾਂਗੇ, ਪਰ ਉਹ ਗੁਰੂ ਦਿੱਲੀ ਸ਼ਹੀਦ ਹੋ ਗਿਆ। ਉਹ ਗੁਰੂ ਨੇ ਆਪਣਾ ਵਾਅਦਾ ਨਹੀਂ ਪੂਰਾ ਕੀਤਾ, ਪਰ ਮੈਂ ਤਖਤ ਪੋਸ਼ ਦਾ ਸਤਿਕਾਰ ਉੱਦਾਂ ਹੀ ਕਰਨਾ। ਤੂੰ ਛਾਬੜੀ ਚੁੱਕਦਾ ਕਿਉਂ ਨਹੀਂ? ਇਹਦੇ ਵਿੱਚ ਕੀ ਹੈ? ਭਾਈ ਜੈਤਾ ਜੀ ਕਹਿਣ ਲੱਗੇ ਇਹਦੇ ਵਿੱਚ ਤੇਰਾ ਵਾਅਦਾ ਹੈ। ਕਹਿੰਦਾ ਕੀ ਮਤਲਬ? ਕਹਿੰਦਾ ਵੀ ਕਹਿਣ ਲੱਗਾ ਵੀ ਜੋ ਗੁਰੂ ਨੇ ਤੈਨੂੰ ਦੱਸ ਕੀ ਕਿਹਾ ਸੀ? ਕਹਿੰਦਾ ਗੁਰੂ ਨੇ ਕਿਹਾ ਸੀ ਵੀ ਅਸੀਂ ਜਦੋਂ ਸਭ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਗਏ ਨਾ ਦੇਵਾ ਰਾਮਾ, ਉਦੋਂ ਤੇਰੇ ਘਰੇ ਆਵਾਂਗੇ ਜ਼ਰੂਰ। ਤਾਂ ਭਾਈ ਜੈਤਾ ਜੀ ਕਹਿਣ ਲੱਗੇ ਫਿਰ ਬਾਰ ਲਾ ਆਪਣੀ ਘਰਵਾਲੀ ਨੂੰ ਵੀ ਆਵਾਜ਼, ਇਹਦੇ ਵਿੱਚ ਤੇਰਾ ਵਾਅਦਾ ਹੀ ਤੇ ਇਹ ਖੋਲ ਕੇ ਵੇਖ ਲੈ। ਦੇਵਾ ਰਾਮ ਧੋਬੀ ਮੰਨ ਕੇ ਭਾਈ ਜੈਤਾ ਜੀ ਦਾ ਵਚਨ ਗੰਢ ਖੋਲੀ। 5 ਗੰਢਾਂ ਸਨ। ਪਹਿਲੀ ਗੰਢ ਖੋਲੀ, ਦੂਸਰੀ ਖੋਲੀ, ਜਦੋਂ ਤੀਸਰੀ ਖੋਲੀ ਤਾਂ ਇਉਂ ਲੱਗਾ ਵੀ ਥੋੜ੍ਹਾ ਜਿਹਾ ਕੁਝ ਕੱਪੜੇ ਨੂੰ ਰੰਗ ਜਿਹਾ ਲੱਗਾ ਹੈ। ਜਦੋਂ ਫਿਰ ਚੌਥੀ ਖੋਲੀ ਤਾਂ ਇਉਂ ਜਾਪਿਆ ਵੀ ਜਿਵੇਂ ਖੂਨ ਹੁੰਦਾ ਹੈ ਕਿਸੇ ਦਾ। ਜਦੋਂ 5ਵੀਂ ਗੰਢ ਖੋਲੀ ਜੋ ਖੂਨ ਦੇ ਨਾਲ ਲੱਥ-ਪੱਥ ਸੀ, ਤਾਂ ਗੰਢ ਖੋਲ ਕੇ ਜਦੋਂ ਪੱਲਾ ਪਰੇ ਹਟਾਇਆ ਕੀ ਵੇਖਦਾ ਏ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਦਾੜਾ ਲਹੂ ਦੇ ਨਾਲ ਲੱਥ-ਪੱਥ ਹੈ। ਵੇਖਦੇ ਹੀ ਪਤੀ ਪਤਨੀ ਦੀ ਚੀਕ ਨਿਕਲ ਗਈ। ਭਾਈ ਜੈਤੇ ਨੇ ਮੂੰਹ ਅੱਗੇ ਹੱਥ ਰੱਖਿਆ, ਕਹਿਣ ਲੱਗੇ ਉਹ ਰੱਬ ਦਾ ਵਾਸਤਾ ਜੇ ਰੋਣ ਨੂੰ ਤੇ ਮੇਰਾ ਵੀ ਜੀ ਕਰਦਾ ਏ, ਮੇਰਾ ਵੀ ਚਿੱਤ ਕਰਦਾ ਹੈ ਵੀ ਮੈਂ ਉੱਚੀ ਉੱਚੀ ਰੋ ਕੇ ਆਪਣਾ ਦਿਲ ਹੌਲਾ ਕਰਾਂ, ਪਰ ਮੇਰੀ ਮਜਬੂਰੀ ਹੈ, ਮੈਂ ਆਪਣੇ ਗੁਰੂ ਦਾ ਸੀਸ ਆਨੰਦਪੁਰ ਸਾਹਿਬ ਲੈ ਕੇ ਜਾਣਾ। ਲੋੜਾ ਨਾ ਮਾਰ ਦਿਓ, ਤੁਹਾਡੀਆਂ ਚੀਕਾਂ ਸੁਣ ਕੇ ਕਿਤੇ ਸਰਕਾਰੀ ਬੰਦਾ ਨਾ ਆਵੇ, ਮੇਰੇ ਪਾਤਸ਼ਾਹ ਦੇ ਸੀਸ ਦੀ ਬੇਅਦਬੀ ਨਾ ਹੁੰਦੀ ਹੋਵੇ। ਤੇ ਨਾਲੇ ਦੇਵਾ ਰਾਮ ਰੋਈ ਜਾਂਦਾ, ਕਹਿਣ ਲੱਗਾ ਉਹ ਦੇਵਾ ਰਾਮਾ ਤੂੰ ਐਵੇਂ ਹੀ ਫਿਕਰ ਕਰੀ ਜਾਂਦਾ ਸੀ, ਗੁਰੂ ਤਾਂ ਵਾਅਦੇ ਦਾ ਪੂਰਾ ਨਿਕਲਿਆ। ਕਹਿੰਦੇ ਉਹ ਆਪਣਾ ਮੈਂ ਸੋਚਿਆ ਨਹੀਂ ਸੀ ਵੀ ਇਸ ਹਾਲਤ ਵਿੱਚ ਦਰਸ਼ਨ ਹੋਣਗੇ, ਪਰ ਆਪਣਾ ਵਚਨ ਪੂਰਾ ਕਰਨ ਵਾਸਤੇ ਵੇਖੋ ਤਾਂ ਸ਼ਹੀਦ ਹੋਣ ਤੋਂ ਬਾਅਦ ਵੀ ਤੇਰੇ ਘਰੇ ਆ ਗਿਆ ਹੈ। ਬੜੇ ਬੈਰਾਗ ਵਿੱਚ ਆਏ। ਭਾਈ ਜੈਤਾ ਜੀ ਕਹਿਣ ਲੱਗੇ ਭੁੱਖ ਬੜੀ ਲੱਗੀ ਹੈ। ਇਹਨਾਂ ਕੀ ਕੀਤਾ, ਜਿਹੜੇ ਮਹਾਰਾਜ ਦੀ ਦਾਣੇ ਰੱਖੇ ਸੀ ਪੀ ਕੇ ਉਹਦਾ ਪ੍ਰਸ਼ਾਦਾ ਬਣਾ ਕੇ ਭਾਈ ਜੈਤੇ ਨੂੰ ਛਕਾਇਆ। ਤੇ ਇਹ ਪਤੀ ਪਤਨੀ ਨੇ ਉਹ ਕੀਤਾ ਵੀ ਇੱਕ ਕੱਪੜੇ ਦੀਆਂ ਲੀਰਾਂ ਬਣਾ ਕੇ ਉਹਨੂੰ ਗੰਢ ਮਾਰੀ ਇੱਕ ਡੰਡੇ ਨਾਲ ਬੰਨ੍ਹ ਕੇ, ਤੇ ਭਾਈ ਜੈਤਾ ਜੀ ਨੂੰ ਤਾਂ ਕਹਿੰਦੇ ਤੁਸੀਂ ਆਰਾਮ ਕਰੋ। ਆਪ ਸਾਰੀ ਰਾਤ ਪਤੀ ਪਤਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਤੇ ਚੌਰ ਚਲਾਉਣ ਦੀ ਸੇਵਾ ਕਰਦੇ ਰਹੇ। ਅੰਮ੍ਰਿਤ ਵੇਲੇ ਉਸ ਥਾਂ ਤੋਂ ਗੁਰੂ ਕਾ ਸਿੱਖ ਚੱਲਿਆ, ਮੰਜ਼ਲਾਂ ਮਾਰਦਾ ਆਨੰਦਪੁਰ ਪਹੁੰਚਿਆ। ਪਹਿਲਾਂ ਕੀਰਤਪੁਰ ਆਇਆ, ਇੱਥੇ ਸਤਿਗੁਰੂ ਸਾਹਿਬ ਜੀ ਨੇ ਸਿੱਖ ਭੇਜੇ ਸਨ। ਮਹਾਰਾਜ ਆਪ ਆਏ, ਮਾਤਾ ਜੀ ਆ ਗਏ, ਸਤਿਗੁਰੂ ਸਾਹਿਬ ਜੀ ਦੇ ਮਹਿਲ ਆ ਗਏ। ਤਾਂ ਸਤਿਗੁਰੂ ਕਹਿੰਦੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਉੱਥੇ ਕਰ ਦਿੱਤਾ ਜਾਵੇ। ਤੇ ਵੇਖੋ ਪਿਆਰ ਕੀ ਚੀਜ਼ ਹੁੰਦੀ ਹੈ ਅੰਦਰੋਂ। ਤੇ ਮਾਤਾ ਨਾਨਕੀ ਜੀ ਬਿਰਧ ਅਵਸਥਾ ਏ, ਆਪਣੇ ਪੁੱਤਰ ਦਾ ਸੀਸ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਦਾ, ਤੇ ਕਹਿਣ ਲੱਗੇ ਹੇ ਪੋਤਰੇ, ਹੇ ਲਾਲ ਗੋਬਿੰਦ ਰਾਏ, ਗੁਰੂ ਤੇਗ ਬਹਾਦਰ ਸਾਹਿਬ ਮੇਰੇ ਲਾਲ ਜੀ ਦਾ ਸੀਸ ਦਾ ਸੰਸਕਾਰ ਉੱਥੇ ਕਰਿਓ ਜਿੱਥੇ ਮੈਂ ਉਹਨਾਂ ਦੇ ਕੋਲ ਨਿਤ ਜਾ ਸਕਦੀ ਹੋਵਾਂ। ਜੇ ਇਹਨਾਂ ਦਾ ਕੀਰਤਪੁਰ ਸੰਸਕਾਰ ਕਰਨਾ ਜੇ ਨਾ, ਤਾਂ ਮੈਂ ਸਾਰੀ ਉਮਰ ਇੱਥੇ ਰਹਾਂਗੀ, ਅੱਜ ਤੋਂ ਬਾਅਦ ਆਨੰਦਪੁਰ ਨਹੀਂ ਮੈਂ ਵੜਨਾ। ਤੇ ਜਾਂ ਫਿਰ ਇਹਨਾਂ ਦਾ ਸੰਸਕਾਰ ਘਰ ਦੇ ਨੇੜੇ ਆਨੰਦਪੁਰ ਸਾਹਿਬ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਤਾ ਦਾ ਪ੍ਰੇਮ ਵੇਖਿਆ, ਕਿਉਂਕਿ ਬਿਰਧ ਮਾਂ ਹੈ,
ਸਾਰੀ ਉਮਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਰਹੇ ਨੇ। ਤੇ ਮਾਂ ਚਾਹੁੰਦੀ ਹੈ ਵੀ ਮੈਂ ਆਪਣੇ ਪੁੱਤਰ ਦੇ ਅਸਥਾਨ ਦੇ ਦਰਸ਼ਨ ਹੀ ਰੋਜ਼ ਕਰ ਲਿਆ ਕਰਾਂ। ਸੀਸਗੰਜ ਉਹਦੇ ਬਿਲਕੁਲ ਹੀ ਨੇੜੇ ਭੋਰਾ ਸਾਹਿਬ ਹੈ, ਜਿੱਥੇ ਮਹਾਰਾਜ ਦੇ ਮਹਿਲ ਸਨ, ਸਤਿਗੁਰੂ ਰਹਿੰਦੇ, ਉੱਥੇ ਸੰਸਕਾਰ ਕੀਤਾ ਗਿਆ। ਤੇ ਮਾਤਾ ਨਾਨਕੀ ਜੀ ਰਹਿੰਦੀ ਉਮਰ ਉੱਥੇ ਆਪਣੇ ਸਾਹਿਬਜ਼ਾਦੇ ਦੇ ਪਾਵਨ ਅਸਥਾਨ ਤੇ ਨਿੱਤ ਆ ਕੇ ਦਰਸ਼ਨ ਕਰਦੇ ਨੇ। ਤੇ ਕਹਿੰਦੇ ਕਈ ਘੜੀਆਂ ਉੱਥੇ ਬੈਠੇ ਰਹਿੰਦੇ ਤੇ ਮਨ ਹੀ ਮਨ ਜਿਵੇਂ ਗੱਲਾਂ ਕਰਦੇ ਹੋਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ। ਤੇ ਫਿਰ ਮਾਤਾ ਗੁਜਰੀ ਜੀ ਨੇ ਜਦੋਂ ਸੀਸ ਦੇ ਦਰਸ਼ਨ ਕੀਤੇ ਸਨ, ਉਹਨਾਂ ਵੀ ਇੱਕ ਗੱਲ 'ਚ ਪੱਲਾ ਪਾ ਕੇ ਇੱਕੋ ਗੱਲ ਕਹੀ, ਸਾਈਆਂ ਤੇਰੀ ਨਿਭ ਗਈ, ਮੇਰੀ ਵੀ ਨਿਭ ਜਾਵੇ, ਮੇਰੇ ਤੇ ਕਿਰਪਾ ਕਰੀ, ਇਹ ਮੇਰੇ ਤੇ ਰਹਿਮਤ ਕਰੀ ਵੀ ਮੈਂ ਵੀ ਸਿੱਖੀ ਨੂੰ ਸਿਦਕ ਦੇ ਨਾਲ ਨਿਭਾ ਕੇ ਜਾਵਾਂ ਸੰਸਾਰ ਤੋਂ। ਇਹ ਆਪਣੇ ਪਤੀ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਮਾਤਾ ਜੀ ਨੇ ਦਾਤ ਮੰਗੀ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਕਈ ਇਸ ਸ਼ਬਦ ਤੇ ਬੜਾ ਇਤਰਾਜ਼ ਕਰਦੇ ਨੇ, ਪਰ 10ਵੇਂ ਪਾਤਸ਼ਾਹ ਦੀ ਅਗਵਾਈ ਹੈ, ਤਿਲਕ ਜੰਨੂ ਰਾਖਾ ਪ੍ਰਭ ਤਾਕਾ। 10ਵੇਂ ਪਾਤਸ਼ਾਹ ਤੋਂ ਵੱਡਾ ਹੋਰ ਕੋਈ ਲਖਾਰੀ ਨਹੀਂ ਹੈ। ਜਦੋਂ ਗੁਰਾਂ ਨੇ ਕਹਿਤਾ ਵੀ ਹਿੰਦੂਆਂ ਦੇ ਤਿਲਕ ਬੋਧੀ ਤੇ ਜੰਜੂ ਦੀ ਰਾਖੀ ਕੀਤੀ ਗੁਰੂ ਸਾਹਿਬ ਨੇ, ਕਿਉਂਕਿ ਧਰਮ ਉਹਨਾਂ ਦਾ ਖਤਰੇ 'ਚ ਸੀ, ਸਿੱਖਾਂ ਦਾ ਧਰਮ ਤਾਂ ਖਤਰੇ ਦੇ ਵਿੱਚ ਨਹੀਂ ਸੀ ਨਾ। ਉਹਨਾਂ ਨੇ ਆਖਿਆ ਸੀ ਮਹਾਰਾਜ ਸਾਡਾ ਧਰਮ ਬਚਾਓ, ਅਸੀਂ ਮਰ ਚੱਲੇ ਜੇ, ਤੁਹਾਡੇ ਬਿਨਾਂ ਕੋਈ ਆਸਰਾ ਨਹੀਂ ਹੈ। ਇਸ ਕਰਕੇ ਗੁਰਾਂ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਸਾ ਨਹੀਂ ਹੋਣਾ ਚਾਹੀਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਐਸਾ ਪਰਉਪਕਾਰੀ ਜੀਵਨ ਵੀ ਪਰਉਪਕਾਰ ਵਾਸਤੇ 10ਵੇਂ ਪਾਤਸ਼ਾਹ ਦੇ ਬਚਨ ਜਿਵੇਂ ਕਹਿੰਦੇ ਹਨ, ਆਇਆ ਤਾਂ ਕਾ ਸਫਲ ਹੈ, ਪਰਉਪਕਾਰੀ ਹੋਏ। ਕਹਿੰਦੇ ਪਰਉਪਕਾਰੀ ਹੋਵੇ ਕਿੱਡਾ ਕੁ ਹੋਵੇ, ਕਹਿੰਦੇ ਦੁੱਖ ਸਹੇ ਸਿਰ ਆਪਣੇ, ਦੁੱਖ ਆਪਣੇ ਸਿਰ ਤੇ ਝੱਲ ਲਏ, ਸੁਖਦਾਈ ਸਭ ਕੋਏ ਸਾਰਿਆਂ ਨੂੰ ਸੁਖੀ ਕਰ ਜਾਵੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਦਾਂ ਹੀ ਕੀਤਾ, ਸਾਰਾ ਦੁੱਖ ਆਪਣੇ ਸਿਰ ਤੇ ਝੱਲ ਲਿਆ, ਸੁਖੀ ਕਰ ਗਏ। ਕਿਉਂਕਿ ਇਕਰਾਰ ਸੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਨਾ ਬਣਾ ਸਕੇ ਤੁਸੀਂ ਔਰੰਗਜ਼ੇਬ, ਤਾਂ ਸਾਨੂੰ ਵੀ ਫਿਰ ਮਾਫੀ ਬਖਸ਼ੀ ਜਾਵੇ। ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰਦੇ, ਅਸੀਂ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣਾਂਗੇ। ਤੇ ਸਤਿਗੁਰੂ ਸਾਹਿਬ ਜੀ ਨੇ ਆਪਾ ਕੁਰਬਾਨ ਕੀਤਾ, ਪਰ ਇਸਲਾਮ ਨਹੀਂ ਕਬੂਲਿਆ, ਜਿਸ ਕਰਕੇ ਉਸ ਵੇਲੇ ਹਿੰਦੂਆਂ ਨੂੰ ਵੀ ਮਾਫੀ ਮਿਲ ਗਈ। ਉਸ ਤੋਂ ਬਾਅਦ ਔਰੰਗਜ਼ੇਬ ਨੂੰ ਦਿੱਲੀ ਵਿੱਚ ਰਹਿਣ ਵਾਸਤੇ ਰਾਤ ਵੀ ਨਸੀਬ ਨਹੀਂ ਹੋਈ, ਧੱਕੇ ਖਾਂਦਾ ਹੀ ਫਿਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਮਰ ਗਿਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ ਨੇ। ਗੁਰੂ ਮਹਾਰਾਜ ਗੁਰੂ ਕੀ ਸੰਗਤ ਸਦਾ ਬਖਸ਼ਣਹਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਰੋੜਾਂ ਹੀ ਕਰੋੜ ਵਾਰ ਨਮਸਕਾਰ ਕਰਦੇ ਹਾਂ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।